ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੀਆਂ ਭੈਣਾਂ ਦਾ ਔਰ ਵੀਰਾਂ ਦਾ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ। ਕੱਲ ਤੱਕ ਅਸਾਂ ਵਿਚਾਰਿਆ ਸੀ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜਿਸ ਵਿੱਚ ਗੁਰੂਦੇਵ ਪਿਤਾ ਜੀ ਨੇ ਸਾਨੂੰ ਸਮਝਾਇਆ ਹੈ ਕਿ ਇੱਕ ਸਰਬ ਵਿਆਪਕ ਪਰਮ ਸੱਤਿਆ ਜਿਸ ਤਰ੍ਹਾਂ ਹੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ ਸੰਸਾਰ ਦਾ, ਜਿਸ ਦੇ ਗੁਣ ਨੇ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਕਰਤਾ ਹੈ, ਜੋ ਪੁਰਖ ਯਾਨੀ ਸੰਸਾਰ ਦੇ ਕਣ ਕਣ ਅੰਦਰ ਸਮਾਇਆ ਹੋਇਆ ਹੈ, ਜੋ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ ਯਾਨੀ ਕਾਲ ਤੋਂ ਰਹਿਤ ਹਸਤੀ ਹੈ, ਜੂਨਾਂ ਤੋਂ ਪਰੇ ਹੈ, ਸੈਭੰ ਸੁਤੇ ਪ੍ਰਕਾਸ਼ ਹੈ। ਤੇ ਐਸੇ ਗੁਣਾਂ ਵਾਲੇ ਪ੍ਰਭੂ ਦੇ ਨਾਲ ਜੋ ਸਾਡਾ ਸੰਬੰਧ ਹੈ ਉਹ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਗਿਆਨ ਰਾਹੀਂ ਬਣਦਾ ਹੈ। ਹੁਣ ਅੱਗੇ ਜਪ ਬਾਣੀ ਦਾ ਨਾਮ ਹੈ, ਇਸ ਦਾ ਮੂਲ ਮੰਤਰ ਦੇ ਨਾਲ ਸੰਬੰਧ ਨਹੀਂ, ਜਪ ਦਾ ਸੰਬੰਧ ਥੱਲੇ ਬਾਣੀ ਦੇ ਨਾਲ ਹੈ। ਜਪ ਸਿਰਫ ਬਾਣੀ ਦਾ ਨਾਮ ਹੈ। ਜਪ ਦੇ ਅੰਦਰ ਦੱਸਿਆ ਗਿਆ ਹੈ ਸਾਨੂੰ ਕਿ ਅਸੀਂ ਕਿਵੇਂ ਜ਼ਿੰਦਗੀ ਜੀਣੀ ਹੈ, ਕਿਵੇਂ ਉਸ ਪ੍ਰਭੂ ਦੇ ਅੰਦਰ ਅਭੇਦ ਹੋਣਾ ਹੈ। ਜਪ ਦੇ ਅੰਦਰ ਪ੍ਰਭੂ ਦੀ ਰਜ਼ਾ ਬਾਰੇ ਗੱਲ ਕੀਤੀ ਗਈ ਹੈ, ਪ੍ਰਭੂ ਦੀ ਸਿਫਤ ਸਲਾਹ ਸੁਣਨੀ, ਮੰਨਣੀ, ਗਿਆਨ ਖੰਡ, ਧਰਮ ਖੰਡ, ਕਰਮ ਖੰਡ, ਸਰਮ ਖੰਡ ਔਰ ਸਾਨੂੰ ਜਤ ਪਹਾਰਾ, ਤੀਰਥ, ਸੁਨਿਆਰ ਵਾਲੇ ਗੁਣ ਦੱਸੇ ਗਏ ਹਨ। ਇੱਥੇ ਸਿੱਧ ਪੀਰ ਸੁਰਨਾਥ ਦੀ ਖਬਰ ਦਿੱਤੀ ਹੈ ਕਿ ਉਹ ਕੀ ਨੇ। ਇਸ ਤੋਂ ਇਲਾਵਾ ਪੌਣ ਪਾਣੀ ਬੈਸੰਤਰ ਦੀ ਗੱਲ ਕੀਤੀ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ, ਮਹਤ ਬਾਰੇ ਸਾਨੂੰ ਸਮਝਾਇਆ ਹੈ, ਯਾਨੀ ਮੁਕੰਮਲ ਜੀਵਨ ਦੀ ਜੁਗਤ ਦੱਸੀ ਹੈ। ਤੇ ਇਸ ਪਾਵਨ ਬਾਣੀ ਦੀ ਆਰੰਭਤਾ ਦੇ ਵਿੱਚ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਾਰੇ ਜਪਜੀ ਸਾਹਿਬ ਜੀ ਦੇ ਵਿੱਚ ਇਸ ਸ਼ਲੋਕ ਦੀ ਵਿਆਖਿਆ ਹੈ। ਜਿਵੇਂ ਸੁਖਮਨੀ ਸਾਹਿਬ ਜੀ ਦੇ ਅੰਦਰ ਪਹਿਲਾਂ ਇੱਕ ਸ਼ਲੋਕ ਹੈ, ਉਸ ਤੋਂ ਬਾਅਦ ਅਸ਼ਟਪਦੀ ਹੈ। ਉਸ ਸ਼ਲੋਕ ਦੀ ਹੀ ਅਸ਼ਟਪਦੀ ਦੇ ਅੰਦਰ ਵਿਸਥਾਰ ਕੀਤਾ ਗਿਆ ਹੈ, ਉਹਦਾ ਹੀ ਵਿਸਥਾਰ ਕਰਕੇ ਸਾਨੂੰ ਸਮਝਾਇਆ ਗਿਆ ਹੈ। ਤਾਂ ਜਪਜੀ ਸਾਹਿਬ ਜੀ ਦੇ ਆਦਿ ਵਿੱਚ ਇਹ ਸ਼ਲੋਕ, ਚਾਹੇ ਇਸ ਨੂੰ ਜਪਜੀ ਸਾਹਿਬ ਜੀ ਦਾ ਮੰਗਲਾਚਰਨ ਕਹੋ ਜਾਂ ਇਸ ਨੂੰ ਜਪਜੀ ਸਾਹਿਬ ਜੀ ਦੀ ਭੂਮਿਕਾ ਕਹੋ, ਯਾਨੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਦੋ ਸ਼ਲੋਕ ਨੇ, ਇੱਕ ਸ਼ਲੋਕ ਸ਼ੁਰੂ ਵਿੱਚ ਔਰ ਇੱਕ ਸ਼ਲੋਕ ਅੰਤ ਦੇ ਅੰਦਰ, ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਤੇ ਬਾਕੀ 38 ਪੌੜੀਆਂ ਜਪਜੀ ਸਾਹਿਬ ਜੀ ਦੀਆਂ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਦੇਖੋ, ਜੇ ਅਸੀਂ ਆਮ ਦੁਨੀਆ ਵੱਲ ਦੇਖਦੇ ਹਾਂ ਤਾਂ ਤਿੰਨ ਕਾਲ ਮੰਨੇ ਨੇ, ਭੂਤਕਾਲ, ਵਰਤਮਾਨ ਕਾਲ ਔਰ ਭਵਿੱਖ ਕਾਲ। ਲੇਕਿਨ ਇੱਥੇ ਸੱਚ ਸ਼ਬਦ ਚਾਰ ਵੇਰਾਂ ਆਇਆ ਹੈ। ਜੁਗਾਦ ਸੱਚ ਦਾ ਮਤਲਬ ਯੁਗ ਪਲਸ ਆਦ, ਜਦੋਂ ਤੋਂ ਯੁਗ ਸ਼ੁਰੂ ਹੋਇਆ। ਸਮਾਂ, ਯੁਗ ਦਾ ਮਤਲਬ ਸਮਾਂ, ਜਦੋਂ ਤੋਂ ਸਮਾਂ ਜਾਣਿਆ ਜਾਣ ਲੱਗਾ, ਉਹ ਪਿਛਲਾ ਬੀਤ ਗਿਆ ਸਮਾਂ। ਹੈਪੀ ਸੱਚ, ਹੈਪੀ ਦਾ ਮਤਲਬ ਜੋ ਵਰਤਮਾਨ ਸਮਾਂ ਚੱਲ ਰਿਹਾ ਹੈ, ਹੁਣ ਵੀ ਸੱਚ ਹੈ। ਹੋਸੀ ਭੀ ਸੱਚ, ਇਹਦਾ ਮਤਲਬ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਏਗਾ। ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਦਿ ਕੀ ਹੈ। ਆਦਿ ਦਾ ਮਤਲਬ ਇਹ ਹੈ ਕਿ ਜਦੋਂ ਇਹ ਸੰਸਾਰ ਹੋਂਦ ਵਿੱਚ ਨਹੀਂ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਿਚਾਰ ਸਿੱਧਾਂ ਦੇ ਨਾਲ ਹੋਈ ਹੈ। ਸਿੱਧਾਂ ਦੇ ਨਾਲ ਵਿਚਾਰ ਕਰਦਿਆਂ ਵੀ ਸਿੱਧਾਂ ਨੇ ਪੁੱਛਿਆ ਸੀ ਕਿ ਇਹ ਆਦਿ ਕੀ ਹੈ। ਸਿੱਧ ਗੋਸ਼ਟ ਵਿੱਚ ਆਪ ਜਦੋਂ ਪੜ੍ਹੋਗੇ ਤਾਂ ਆਪ ਨੂੰ ਪਤਾ ਲੱਗੇਗਾ, ਆਦਿ ਕੋ ਕਵਨ ਵਿਚਾਰ ਕਥੀਏ ਲੈ ਸੁਨ ਕਹਾਂ ਕਰਵਾਸੋ, ਕਿ ਆਦਿ ਦੀ ਵਿਚਾਰ ਕੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਦਿ ਕੋ ਬਿਸਮਾਦ ਵਿਚਾਰ ਕਥੀਏ ਲੈ। ਆਦਿ ਦੀ ਜੋ
ਵਿਚਾਰ ਹੈ ਉਹ ਵਿਸਮਾਦਿਤ ਕਰਦੀ ਹੈ, ਯਾਨੀ ਉਸ ਬਾਰੇ ਕੁਝ ਜਾਣਿਆ ਨਹੀਂ ਜਾ ਸਕਦਾ। ਅਸੀਂ ਕੇਵਲ ਇੰਨਾ ਕਹਿ ਸਕਦੇ ਹਾਂ ਕਿ ਜਦੋਂ ਇਹ ਜਗਤ ਹੋਂਦ ਵਿੱਚ ਨਹੀਂ ਸੀ ਆਇਆ, ਉਹ ਪਰਮ ਵਿਆਪਕ, ਉਹ ਸਰਬ ਵਿਆਪਕ ਪਰਮ ਸੱਤਿਆ, ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ, ਅਨੇਕਾਂ ਨਾਮਾਂ ਦੇ ਨਾਲ ਜਿਸ ਨੂੰ ਜਾਣਿਆ ਜਾਂਦਾ ਹੈ, ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਕ ਓੰਕਾਰ ਕਹਿ ਰਹੇ ਹਨ ਕਿ ਇੱਕ ਹੀ ਲਗਾਤਾਰ ਹੈ। ਉਹ ਜਗਤ ਰਚਨਾ ਤੋਂ ਪਹਿਲਾਂ ਵੀ ਸੀ, ਜਦੋਂ ਇਹ ਹੋਂਦ ਵਿੱਚ ਨਹੀਂ ਸੀ ਆਇਆ ਸੰਸਾਰ, ਉਹ ਨਿਰਾਕਾਰ ਉਦੋਂ ਵੀ ਸੀ। ਉਹ ਆਪ ਹੀ ਸਾਕਾਰ ਹੋ ਗਿਆ, ਤਾਂ ਉਹ ਸਰਬ ਵਿਆਪਕ ਪਰਮ ਸੱਤਿਆ ਇੱਕ ਅਟਲ ਸੱਚਾਈ ਹੈ। ਉਹ ਪਹਿਲਾਂ ਵੀ ਸੀ, ਉਹ ਹੁਣ ਵੀ ਹੈ, ਉਹ ਆਉਣ ਵਾਲੇ ਸਮੇਂ ਵਿੱਚ ਵੀ ਹੋਏਗੀ। ਯਾਨੀ ਪ੍ਰਭੂ ਜੋ ਹੈ ਸਤ ਸਰੂਪ ਹੈ, ਸੱਚ ਹੈ, ਤੇ ਉਸ ਪ੍ਰਭੂ ਦੇ ਵਿੱਚ ਅਸਾਂ ਅਭੇਦ ਹੋਣਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ ਰੱਬ ਨੂੰ ਪਾਣਾ ਹੈ, ਜਾਂ ਕਈ ਸ਼ਬਦ ਵਰਤੇ ਜਾਂਦੇ ਹਨ। ਜਿਸ ਦੇ ਅੰਦਰ ਅਸੀਂ ਅਭੇਦ ਹੋਣਾ ਹੈ, ਉਹ ਕੀ ਹੈ, ਉਹ ਸੱਚ ਕੀ ਹੈ? ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਗੁਣ ਦੱਸੇ ਗਏ ਨੇ, ਜੋ ਇੱਕ ਸਰਬ ਵਿਆਪਕ ਪਰਮ ਸੱਤਿਆ ਹੈ, ਉਹ ਅਟਲ, ਉਹ ਸदैवी ਹੈ, ਉਹ ਆਪ ਹੀ ਨਿਰਾਕਾਰ ਤੋਂ ਸਾਕਾਰ ਹੁੰਦਾ ਹੈ, ਉਹਦੇ ਤੋਂ ਬਿਨਾਂ ਇਸ ਜਗਤ ਵਿੱਚ ਕੁਝ ਨਹੀਂ ਹੈ। ਤਾਂ ਹੁਣ ਅਸੀਂ ਸੱਚ ਦੇ ਨਾਲ ਜੁੜਨਾ ਹੈ। ਸੱਚ ਦੇ ਨਾਲ ਕਿਉਂ ਜੁੜਨਾ ਹੈ? ਸਵਾਲ ਪੈਦਾ ਹੁੰਦਾ ਹੈ ਕਿ ਜੇ ਬੰਦਾ ਸੱਚ ਦੇ ਨਾਲ ਨਹੀਂ ਜੁੜੇਗਾ ਤਾਂ ਕੀ ਹੋਏਗਾ? ਸੱਚ ਦੇ ਨਾਲ ਗੁਰਦੇਵ ਪਾਤਸ਼ਾਹ ਕਿਉਂ ਜੋੜਨਾ ਚਾਹੁੰਦੇ ਨੇ? ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਵੀ ਕੂੜ ਦਾ ਪਸਾਰਾ ਹੈ ਚਾਰ ਚੁਫੇਰੇ। ਸੱਚ ਕਾਲ, ਕੂੜ ਵਰਤਿਆ, ਕਲ ਕਾਲਖ ਬੇਤਾਲ। ਸੱਚ ਦਾ ਕਾਲ ਪੈ ਗਿਆ, ਕੂੜ ਪਸਰਿਆ ਹੋਇਆ ਹੈ ਆਮ ਮਨੁੱਖ ਦੇ ਅੰਦਰ, ਜਿਸ ਦੇ ਨਾਲ ਮਨੁੱਖ ਭੂਤਨਾ ਹੋਇਆ ਫਿਰਦਾ ਹੈ। ਮੈਂ ਜ਼ਿਆਦਾ ਲੰਬੀ ਵਿਚਾਰ ਨਾ ਕਰਦਿਆਂ, ਕਿਉਂਕਿ ਮੈਂ ਵਿਚਾਰ ਆਪ ਨਾਲ ਪਹਿਲਾਂ ਆਸਾ ਕੀ ਵਾਰ ਵਿੱਚ ਕਰ ਚੁੱਕਾ ਹਾਂ ਕਿ ਜੇ ਬੰਦਾ ਸੱਚ ਦੇ ਨਾਲ ਨਹੀਂ ਜੁੜੇਗਾ ਤੇ ਕੀ ਹੋਏਗਾ? ਚਾਰ ਵੱਡੀਆਂ ਘਟਨਾਵਾਂ ਵਾਪਰਨਗੀਆਂ ਕਿ ਜੇ ਤੂੰ ਸੱਚ ਦੇ ਨਾਲੋਂ ਟੁੱਟ ਗਿਆ ਤਾਂ ਬੰਦਾ ਫੰਡਰ ਗਊ ਵਰਗਾ ਹੋ ਜਾਏਗਾ। ਜਿਹੜੀ ਗਊ ਦੁੱਧ ਨਹੀਂ ਦਿੰਦੀ, ਉਹਦਾ ਮਾਲਕ ਵੀ ਉਹਨੂੰ ਘਰੋਂ ਕੱਢ ਦਿੰਦਾ ਹੈ। ਉਹ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੀ ਹੈ, ਖੁਦ ਭੁੱਖੀ ਔਰ ਪਿਆਸੀ ਕਸ਼ਟ ਉਠਾਉਂਦੀ ਹੈ, ਐਕਸੀਡੈਂਟ ਦਾ ਕਾਰਨ ਬਣ ਜਾਂਦੀ ਹੈ। ਤਾਂ ਜੋ ਮਨੁੱਖ ਸੱਚ ਨਾਲੋਂ ਟੁੱਟ ਜਾਏਗਾ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੇ ਜੋ ਗੁਣ ਨੇ ਉਹਨਾਂ ਨੂੰ ਆਪਣੇ ਜੀਵਨ ਦਾ ਆਦਰਸ਼ ਨਹੀਂ ਬਣਾਏਗਾ, ਉਹਨੂੰ ਕਿਤੇ ਟਿਕਾਵ ਨਹੀਂ ਮਿਲੇਗਾ, ਉਹਦਾ ਮਨ ਭਟਕਦਾ ਰਹੇਗਾ, ਉਹ ਇਸ ਸੰਸਾਰ ਦਾ ਨੁਕਸਾਨ ਕਰੇਗਾ, ਉਹ ਐਕਸੀਡੈਂਟ ਦਾ ਕਾਰਨ ਬਣੇਗਾ, ਯਾਨੀ ਲੜਾਈ ਦੰਗੇ ਫਸਾਦ ਦਾ ਉਹ ਕਾਰਨ ਬਣੇਗਾ, ਦੁਖੀ ਹੋ ਕੇ ਆਤਮਕ ਮੌਤ ਤੇ। ਦੂਜੀ ਗੱਲ, ਜੇ ਜਗਤ ਵਿੱਚ, ਸਮਾਜ ਵਿੱਚ, ਮਨੁੱਖੀ ਜ਼ਿੰਦਗੀ ਅੰਦਰ ਸੱਚ ਨਹੀਂ ਹੋਏਗਾ ਤਾਂ ਫਿਰ ਕੀ ਹੋਏਗਾ? ਦੂਜੀ ਘਟਨਾ ਇਹ ਵਾਪਰੇਗੀ ਕਿ ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਜਿਵੇਂ ਪਾਣੀ ਤੋਂ ਬਿਨਾਂ ਫਸਲ ਮੁਰਝਾ ਜਾਂਦੀ ਹੈ, ਐਵੇਂ ਤੇਰੀ ਜ਼ਿੰਦਗੀ ਮੁਰਝਾ ਜਾਏਗੀ, ਤੇਰੇ ਜੀਵਨ ਦੀ ਕੋਈ ਵੈਲਿਊ ਨਹੀਂ ਰਹੇਗੀ, ਔਰ ਇਹ ਵੈਲਿਊ ਜਿਹੜੀ ਹੈ ਤੇਰੀ ਸਦਾ ਵਾਸਤੇ ਖਤਮ ਹੋ ਜਾਏਗੀ। ਯਾਨੀ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਖੁਸ਼ੀਆਂ, ਖੇੜੇ, ਪ੍ਰਸੰਨਤਾ, ਆਤਮਕ ਜੀਵਨ, ਇਨਸਾਨੀਅਤ ਤੇਰੇ ਵਿੱਚ ਨਹੀਂ ਰਹਿਣਗੇ, ਤੇਰਾ ਜੀਵਨ ਮੁਰਝਾ ਜਾਏਗਾ, ਤੂੰ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਏਗਾ। ਤੀਜੀ ਘਟਨਾ ਇਹ ਵਾਪਰੇਗੀ, ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਘਰ ਵਿੱਚ, ਜਿਸ ਸਰੀਰ ਵਿੱਚ, ਜਿਸ ਸਮਾਜ ਵਿੱਚ, ਜਿਸ ਪਰਿਵਾਰ ਵਿੱਚ ਸੱਚ ਨਹੀਂ ਰਹਿੰਦਾ ਨਾ, ਉਹ ਹਿਰਦਾ, ਉਹ ਤਨ, ਉਹ ਵਿਅਕਤੀ ਦਾ ਮਨ ਭੱਠ ਬਣ ਜਾਂਦਾ ਹੈ, ਤੇ ਭੱਠ ਦੇ ਅੰਦਰ ਅੱਗ ਬਲਦੀ ਹੈ, ਬੰਦਾ ਸੜ ਬਲ ਜਾਂਦਾ ਹੈ। ਫਿਰ ਤੇਰੀ ਜ਼ਿੰਦਗੀ ਅੰਦਰ ਕਾਮ, ਕ੍ਰੋਧ, ਲੋਭ ਦੀ ਅੱਗ ਬਲੇਗੀ, ਹਿੰਸਾ ਦੀ ਅੱਗ ਬਲੇਗੀ, ਕ੍ਰੋਧ ਦੀ ਅੱਗ ਬਲੇਗੀ, ਤੇਰੇ ਸ਼ੁਭ ਗੁਣ ਰਾਖ ਹੋ ਜਾਣ। ਤੇ ਚੌਥੀ ਘਟਨਾ ਇਹ ਵਾਪਰੇਗੀ ਕਿ ਤੈਨੂੰ ਆਤਮਕ ਮੌਤ ਦੇਣ ਵਾਲੇ ਜਮ ਘੇਰ ਲੈਣਗੇ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿਨ੍ਹਾਂ ਦਾ ਸੰਬੰਧ ਸੱਚ ਦੇ ਨਾਲ ਨਹੀਂ ਹੁੰਦਾ, ਉਹਨੂੰ ਫਿਰ ਜਮ ਘੇਰ ਲੈਂਦੇ ਨੇ। ਜਮ ਕਿਹੜੇ ਨੇ? ਕਾਮ, ਕ੍ਰੋਧ, ਲੋਭ ਆਦਿਕ।
ਤੇ ਜੇ ਸੱਚ ਦੇ ਨਾਲੋਂ ਟੁੱਟਿਆ ਹੋਇਆਂ ਨੂੰ ਤੂੰ ਆਪਣਾ ਸੰਬੰਧੀ ਬਣਾ ਲਏਗਾ, ਮਿੱਤਰ ਬਣਾ ਲਏਗਾ, ਰਿਸ਼ਤੇਦਾਰੀਆਂ ਗੰਢ ਲਏਗਾ, ਫਰੈਂਡਸ਼ਿਪ ਪਾ ਲਵੇਂਗਾ, ਤਾਂ ਉਹ ਲੋਕ ਤੇਰੇ ਸੱਜਣ ਮਿੱਤਰ ਨਹੀਂ ਹੋਣਗੇ, ਤੇਰੇ ਵਾਸਤੇ ਜੰਮ ਬਣ ਜਾਣਗੇ। ਜਿਵੇਂ ਮੈਂ ਪਿੱਛੇ ਬੇਨਤੀ ਕੀਤੀ ਸੀ, ਜੇ ਕੋਈ ਪਰਿਵਾਰ ਆਪਣੀ ਨੂੰਹ ਧੀ ਨੂੰ, ਨੂੰਹ ਨੂੰ ਦਹੇਜ ਕਰਕੇ ਜਲਾ ਦਿੰਦਾ ਹੈ, ਤਾਂ ਉਹ ਫਿਰ ਰਿਸ਼ਤੇਦਾਰ ਨਾ ਹੋਏ, ਜਾਮੀ ਹੋਏ ਨਾ। ਜੇ ਕੋਈ ਇਨਸਾਨ ਕਿਸੇ ਦੇ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਖਚਤ ਕਰ ਦਿੰਦਾ ਹੈ, ਤਾਂ ਫਿਰ ਉਹਨੂੰ ਕੀ ਕਹੋਗੇ? ਮਿੱਤਰ ਤੇ ਨਹੀਂ ਨਾ, ਉਹ ਜਾਮੀ ਹੋਇਆ ਨਾ, ਜਿਹਨੇ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਤਾਂ ਜੇ ਤੂੰ ਸੱਚ ਦੇ ਨਾਲੋਂ ਟੁੱਟਿਆ ਹੋਇਆਂ ਨੂੰ ਸੰਬੰਧੀ ਬਣਾ ਲਵੇਂਗਾ ਤੇ ਜਮਾਂ ਦੇ ਨਾਲ ਘਿਰ ਜਾਏਗਾ, ਕਾਮ ਕ੍ਰੋਧ ਵਗੈਰਾ ਤੈਨੂੰ ਘੇਰ ਲੈਣਗੇ। ਇਸ ਤਰ੍ਹਾਂ ਸਾਨੂੰ ਸੱਚ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜਦੋਂ ਇਨਸਾਨ ਸੱਚ ਦੇ ਨਾਲ ਜੁੜੇਗਾ ਫਿਰ ਕੀ ਹੋਏਗਾ? ਦੇਖੋ, ਸੱਚ ਦੇ ਨਾਲ ਜੇਕਰ ਰਾਜਨੀਤਿਕ ਲੋਕ ਜੁੜ ਜਾਣਗੇ ਤਾਂ ਹਰ ਦੇਸ਼ ਦੇ ਅੰਦਰੋਂ ਰਿਸ਼ਵਤਖੋਰੀ, ਚੋਰ ਬਜ਼ਾਰੀ ਖਤਮ ਹੋਏਗੀ, ਜਨਤਾ ਸੁਖੀ ਹੋਏਗੀ, ਮਹਿੰਗਾਈ ਘਟੇਗੀ ਔਰ ਕਰਪਸ਼ਨ ਘਟੇਗਾ। ਜੇ ਸਮਾਜਿਕ ਜ਼ਿੰਦਗੀ ਜੀਣ ਵਾਲੇ ਲੋਕ ਸੱਚ ਦੇ ਨਾਲ ਜੁੜਨਗੇ ਤਾਂ ਜਾਤੀਵਾਦ ਦਾ ਖਾਤਮਾ ਹੋਏਗਾ, ਇੱਕ ਭਾਈਚਾਰਕ ਸਮਾਜ ਪੈਦਾ ਹੋਏਗਾ, ਹਰ ਇਨਸਾਨ ਦੂਜੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝੇਗਾ। ਜੇ ਆਰਥਿਕ ਦੁਨੀਆ ਦੇ ਅੰਦਰ ਸੱਚ ਹੋਏਗਾ ਤਾਂ ਫਿਰ ਡੁਪਲੀਕੇਟ ਵਸਤੂਆਂ ਨਹੀਂ ਆਉਣਗੀਆਂ, ਡੁਪਲੀਕੇਟ ਦਵਾਈਆਂ ਨਹੀਂ ਵਿਕਣਗੀਆਂ, ਫਿਰ ਸੈਂਥੈਟਿਕ ਦੁੱਧ ਔਰ ਸੈਂਥੈਟਿਕ ਖੋਇਆ ਆਦਿਕ ਨਹੀਂ ਹੋਏਗਾ, ਯਾਨੀ ਕਿਸੇ ਦੀ ਪ੍ਰੋਪਰਟੀ ਤੇ ਕੋਈ ਕਬਜ਼ਾ ਨਹੀਂ ਕਰੇਗਾ, ਲੱਭ ਲੋਭ ਲਾਲਚ ਖਤਮ ਹੋਏਗਾ। ਜੇ ਧਾਰਮਿਕ ਦੁਨੀਆ ਦੇ ਅੰਦਰ ਸੱਚ ਹੋਏਗਾ ਤਾਂ ਧਰਮ ਦੇ ਜਿੰਨੇ ਵੀ ਝਗੜੇ ਨੇ ਉਹ ਸਾਰੇ ਖਤਮ ਹੋ ਜਾਣਗੇ। ਇਸ ਤਰ੍ਹਾਂ ਸੰਸਾਰ ਸਵਰਗ ਬਣ ਜਾਏਗਾ। ਮਨੁੱਖ ਦੀ ਹਰ ਸਮੱਸਿਆ ਦਾ ਦਾਰੂ ਹੀ ਸੱਚ ਹੈ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਤੇ ਯਾਦ ਰੱਖਣਾ, ਜੋ ਸੱਚ ਦੇ ਨਾਲ ਜੁੜ ਜਾਏਗਾ ਉਹ ਸਚਿਆਰ ਹੋ ਜਾਏਗਾ, ਰੱਬ ਵਰਗਾ ਹੋ ਜਾਏਗਾ। ਇਸ ਲਈ ਅਸੀਂ ਸਚਿਆਰ ਬਣਨਾ ਹੈ, ਰੱਬ ਵਰਗੇ ਬਣਨਾ ਹੈ। ਰੱਬ ਸੱਚ ਹੈ, ਅਸੀਂ ਵੀ ਸੱਚ ਦੇ ਨਾਲ ਜੁੜ ਕੇ ਸੱਚ ਹੋਣਾ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਕਿ ਹੇ ਪ੍ਰਭੂ ਤੂੰ ਸਚਿਆਰ ਹੈ, ਕਰਤਾ ਹੈ ਤੇ ਮੇਰਾ ਮਾਲਕ ਹੈ। ਰੱਬ ਸਚਿਆਰ ਹੈ ਤੇ ਅਸੀਂ ਵੀ ਸਚਿਆਰ ਦੇ ਵਿੱਚ ਜੁੜਨਾ ਹੈ, ਸਚਿਆਰ ਬਣਨਾ ਹੈ, ਰੱਬ ਵਰਗੇ ਹੋਣਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਗੁਰਬਾਣੀ ਵਰਗੇ ਅਸਾਂ ਬਣਨਾ ਹੈ। ਤਾਂ ਇਸ ਤਰ੍ਹਾਂ ਸੱਚ ਦੀ ਮਹੱਤਵਤਾ ਹੈ, ਸੱਚ ਦੀ ਮਹਾਨਤਾ ਗੁਰਦੇਵ ਪਾਤਸ਼ਾਹ ਨੇ ਦਰਸਾਈ ਹੈ। ਜੀਵਨ ਦੇ ਹਰ ਪੱਖ ਦੇ ਅੰਦਰ ਸੱਚ ਹੋਣਾ ਚਾਹੀਦਾ ਹੈ। ਬੰਦਾ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜ ਜਾਏ ਤੇ ਇਹ ਸੱਚ ਜਿਹੜਾ ਹੈ, ਜੋ ਅਸੀਂ ਉੱਤੇ ਮੂਲ ਮੰਤਰ ਵਿੱਚ ਵਿਚਾਰਿਆ ਹੈ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗਾ। ਕੁਦਰਤ ਦੇ ਜੋ ਨਿਯਮ ਨੇ ਇਹ ਬਿਲਕੁਲ ਸੱਚੇ ਨੇ, ਪਹਿਲਾਂ ਵੀ ਸਨ, ਹੁਣ ਵੀ ਨੇ, ਅੱਗੇ ਵੀ ਰਹਿਣਗੇ। ਇਹ ਸਾਰੇ ਨਿਯਮ ਨਿਰਵੈਰ ਨੇ, ਸਾਰਿਆਂ ਵਾਸਤੇ ਇੱਕ ਬਰਾਬਰ ਨੇ। ਤਾਂ ਇਸ ਸੱਚ ਦੇ ਨਾਲ ਅਸਾਂ ਜੁੜਨ ਦਾ ਯਤਨ ਕਰਨਾ ਹੈ ਔਰ ਅਸਾਂ ਸਚਿਆਰ ਹੋਣਾ ਹੈ। ਇਸ ਸਚਿਆਰਤਾ ਦੇ ਵਿੱਚੋਂ ਹੀ ਜ਼ਿੰਦਗੀ ਦਾ ਸੁੱਖ ਪੈਦਾ ਹੋਏਗਾ। ਸਚਿਆਰਤਾ ਦੇ ਵਿੱਚੋਂ ਹੀ ਸਾਡੇ ਜੀਵਨ ਦੇ ਅੰਦਰ ਰਸ, ਖੇੜਾ, ਆਨੰਦ ਔਰ ਪ੍ਰਸੰਨਤਾ ਪੈਦਾ ਹੋਏਗੀ। ਇਸ ਲਈ ਸਚਿਆਰਤਾ ਦੀ ਮਹਾਨਤਾ ਹੈ। ਔਰ ਜਪਜੀ ਸਾਹਿਬ ਜੀ ਦੇ ਅੰਦਰ ਇੱਕ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਕਿਉਂਕਿ ਸੱਚ ਤੋਂ ਬਿਨਾਂ ਸਾਡੀ ਜ਼ਿੰਦਗੀ ਵਿੱਚ ਕੂੜ ਦੀਆਂ ਦੀਵਾਰਾਂ ਨੇ ਤੇ ਉਸ ਕੂੜ ਕਰਕੇ ਹੀ ਅਸੀਂ ਰੱਬ ਤੋਂ ਦੂਰ ਹਾਂ। ਕੂੜ ਕਰਕੇ ਹੀ ਅਸੀਂ ਰੱਬ ਤੋਂ ਦੂਰ ਹਾਂ, ਹੋਰ ਕੋਈ ਸਾਡੀ ਦੂਰੀ ਨਹੀਂ ਹੈ। ਭਾਂਬੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੁਰਾਇਓ। ਜਿਵੇਂ ਮੇਰੇ ਔਰ ਤੁਹਾਡੇ ਅੰਦਰ ਜੇ ਕਾਗਜ਼ ਦੀ ਵੀ ਦੀਵਾਰ ਹੋਏ, ਤੁਸੀਂ ਮੈਨੂੰ ਔਰ ਮੈਂ ਤੁਹਾਨੂੰ ਵੇਖ ਨਹੀਂ ਪਾਵਾਂਗਾ, ਕਿਉਂਕਿ ਦੀਵਾਰ ਤਾਂ ਦੀਵਾਰ ਹੈ ਨਾ। ਹੁਣ ਕਿੰਨੀਆਂ ਦੀਵਾਰਾਂ ਨੇ ਸਾਡੇ ਅੰਦਰ, ਝੂਠ ਦੀ ਦੀਵਾਰ ਹੈ, ਇਸ ਕਰਕੇ ਅਸੀਂ ਸੱਚ ਨੂੰ ਨਹੀਂ ਵੇਖ ਪਾਉਂਦੇ। ਮੇਰ ਤੀਰ ਦੀਆਂ ਦੀਵਾਰਾਂ ਨੇ, ਲੱਭ ਲੋਭ ਹੰਕਾਰ ਦੀਆਂ ਦੀਵਾਰਾਂ ਸਾਡੀ ਜ਼ਿੰਦਗੀ ਦੇ ਅੰਦਰ ਮੌਜੂਦ ਨੇ, ਜਾਤੀਵਾਦ ਦੀਆਂ ਦੀਵਾਰਾਂ ਨੇ, ਇਲਾਕਾਵਾਦ ਦੀਆਂ ਦੀਵਾਰਾਂ ਨੇ, ਪਦ ਪਦਵੀ ਦੀਆਂ ਦੀਵਾਰਾਂ ਨੇ, ਹੰਕਾਰ ਦੀਆਂ ਦੀਵਾਰਾਂ ਨੇ। ਇਹ ਸਾਰੀਆਂ ਦੀਵਾਰਾਂ ਢਹਿਣਗੀਆਂ ਤਾਂ ਹੀ ਸੱਚ ਨਜ਼ਰੀ ਪਵੇਗਾ।
ਅਸੀਂ ਕਿੰਨੇ ਸਾਰੇ ਖੋਲਾਂ ਦੇ ਅੰਦਰ ਲਪੇਟੇ ਹੋਏ ਆ, ਜਿਵੇਂ ਇੱਕ ਨਿੱਕਾ ਜਿਹਾ ਬੀਜ ਕਿਸੇ ਖੋਲ ਦੇ ਅੰਦਰ ਲਪੇਟਿਆ ਹੁੰਦਾ ਨਾ, ਤੇ ਜਦੋਂ ਖੋਲ ਟੁੱਟਦਾ ਹੈ ਤਾਂ ਉਹ ਬੀਜ ਬਾਹਰ ਬਣ ਕੇ ਵਿਰਕਸ਼ ਬਣਦਾ ਹੈ। ਜੇ ਅਸੀਂ ਵੀ ਆਪਣੀਆਂ ਇਹਨਾਂ ਦੀਵਾਰਾਂ ਨੂੰ, ਇਹਨਾਂ ਪਰਦਿਆਂ ਨੂੰ, ਇਹਨਾਂ ਖੋਲਾਂ ਨੂੰ ਤੋੜ ਦਈਏ ਤਾਂ ਸਾਡੇ ਅੰਦਰੋਂ ਪ੍ਰਭੂ ਪ੍ਰਗਟ ਹੋ ਜਾਏਗਾ। ਕਾਮ, ਲੋਭ ਆਦਿ, ਕ੍ਰੋਧ ਆਦਿ ਇਹਨਾਂ ਖੋਲਾਂ ਨੂੰ ਤੋੜ ਦਿਓ, ਤੁਹਾਡੀ ਜ਼ਿੰਦਗੀ ਚੋਂ ਸਤ, ਸੰਤੋਖ, ਦਇਆ, ਧਰਮ ਆਦਿ ਪ੍ਰਗਟ ਹੋ ਜਾਣਗੇ, ਰੱਬ ਪ੍ਰਗਟ ਹੋ ਜਾਏਗਾ, ਸੱਚ ਪ੍ਰਗਟ ਹੋ ਜਾਏਗਾ। ਇਸ ਲਈ ਇਹ ਦੀਵਾਰਾਂ ਕਿਵੇਂ ਟੁੱਟਣ ਔਰ ਹਰ ਮਨੁੱਖ ਸਚਿਆਰ ਕਿਵੇਂ ਬਣ ਜਾਏ, ਇਹ ਜਪਜੀ ਸਾਹਿਬ ਜੀ ਦਾ ਵਿਸ਼ਾ ਵਸਤੂ ਹੈ। ਇਹ ਸਾਰਾ ਜਪਜੀ ਸਾਹਿਬ ਜੀ ਇਸੇ ਵਾਸਤੇ ਹੀ ਉਚਾਰਨ ਕੀਤਾ ਹੈ, ਇਸੇ ਚੀਜ਼ ਦੀ ਵਿਆਖਿਆ ਹੈ, ਸੱਚ ਦੀ ਔਰ ਸਚਿਆਰ ਹੋਣ ਦੀ। ਹੁਣ ਅਗਲਾ ਬਚਨ ਆਓ ਅਸੀਂ ਪਹਿਲਾ ਪੜ੍ਹਦੇ ਹਾਂ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਹਨੂੰ ਸੋਚੀ ਨਹੀਂ ਪੜ੍ਹਨਾ, ਬਿੰਦੀ ਲਗਾ ਕੇ ਪੜ੍ਹਨਾ ਹੈ, ਸੋਚੀ। ਹੁਣ ਸੋਚੇ ਤੇ ਵਿਸ਼ਰਾਮ ਲਗਾਣਾ ਹੈ, ਸੋਚੈ। ਸੋਚ ਨਾ ਹੋਵਈ, ਇੱਥੇ ਵਿਸ਼ਰਾਮ ਆਏਗਾ। ਜੇ ਸੋਚੀ ਲੱਖ ਵਾਰ। ਹੁਣ ਇੱਥੇ ਸੋਚ ਦਾ ਅਰਥ ਬਹੁਤ ਸਾਰੇ ਵਿਦਵਾਨਾਂ ਨੇ ਸੋਚਣਾ ਵੀ ਕੀਤਾ ਹੈ, ਪਰ ਅਸਲ ਵਿੱਚ ਇੱਥੇ ਗੱਲ ਸੋਚਣ ਦੀ ਨਹੀਂ ਹੈ। ਇੱਥੇ ਸੋਚ ਦਾ ਮਤਲਬ ਹੈ ਸ਼ੌਚ, ਪਵਿੱਤਰਤਾ। ਪਵਿੱਤਰਤਾ। ਸੋਚੈ, ਸੋਚੈ ਦਾ ਮਤਲਬ ਪਵਿੱਤਰ ਕਰਨ ਦੇ ਨਾਲ। ਜੇ ਮੈਂ ਆਪਣੇ ਇਸ ਤਨ ਨੂੰ ਲੱਖਾਂ ਵਾਰ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਧੋਵਾਂ, ਲੱਖਾਂ ਵਾਰ ਪਵਿੱਤਰ ਕਰਾਂ, ਤੀਰਥਾਂ ਤੇ ਇਸ਼ਨਾਨ ਕਰਾਂ, ਸੋਚ ਨਾ ਹੋਵਈ, ਤਾਂ ਇਹਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ, ਮਨ ਦੀ ਪਾਕੀਜ਼ਗੀ ਨਹੀਂ ਹੁੰਦੀ, ਮਨ ਸਾਫ਼ ਨਹੀਂ ਹੁੰਦਾ। ਤਨ ਧੋਤੈ, ਮਨ ਹੱਛਾ ਨਾ ਹੋਏ। ਤਨ ਧੋਣ ਦੇ ਨਾਲ ਕਦੇ ਵੀ ਮਨ ਚੰਗਾ ਨਹੀਂ ਹੁੰਦਾ। ਬੜੇ ਯਤਨ ਕੀਤੇ ਗਏ ਨੇ। ਅਸੀਂ ਸਿੱਖ ਇਤਿਹਾਸ ਵਿੱਚ ਕਿਤਨੀਆਂ ਸਾਰੀਆਂ ਸਾਖੀਆਂ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਚਾਰ ਕਰਨ ਵਾਸਤੇ ਗਏ ਨੇ, ਲੋਕਾਂ ਨੂੰ ਤਾਰਨ ਵਾਸਤੇ, ਨਵੀਂ ਜੀਵਨ ਜੁਗਤ ਦੇਣ ਵਾਸਤੇ, ਲੋਕਾਂ ਦੇ ਅੰਦਰ ਇਨਸਾਨੀਅਤ ਪੈਦਾ ਹੋ ਸਕੇ, ਵਿਚਰ ਰਹੇ ਨੇ। 4 ਉਦਾਸੀਆਂ ਕੀਤੀਆਂ ਨੇ, ਲੰਬੇ ਪੈਂਡੇ ਕੀਤੇ ਨੇ, ਹਜ਼ਾਰਾਂ ਮੀਲ ਪੈਦਲ ਤੁਰੇ ਨੇ, ਜੰਗਲਾਂ ਬੇਲਿਆਂ ਦੇ ਵਿੱਚੋਂ ਜੰਗਲੀ ਜਾਨਵਰਾਂ ਦੇ ਖਤਰਾ ਮੁੱਲ ਲਿਆ ਹੈ। ਦੇਖਦੇ ਨੇ ਕਿ ਗੰਗਾ ਦੇ ਕਿਨਾਰੇ ਇੱਕ ਸਾਧੂ, ਜਿਸ ਨੇ ਪਹਿਲਾਂ ਲੱਕੜੀਆਂ ਗੰਗਾ ਵਿੱਚ ਧੋਤੀਆਂ ਨੇ, ਉਸ ਤੋਂ ਬਾਅਦ ਉਸਨੇ ਮਿੱਟੀ ਜ਼ਮੀਨ ਦੇ ਉੱਤੋਂ ਥੋੜੀ ਥੋੜੀ ਖੋਦ ਕੇ ਪਾਸੇ ਕੀਤੀ ਹੈ ਦੂਰ, ਫਿਰ ਲੇਪਨ ਲਗਾਇਆ ਹੈ, ਫਿਰ ਬਰਤਨ ਧੋਤੇ ਨੇ, ਆਪ ਇਸ਼ਨਾਨ ਕੀਤਾ ਹੈ, ਫਿਰ ਕਾਰਾਂ ਕੱਢੀਆਂ ਨੇ, ਔਰ ਇੰਨੀ ਪਵਿੱਤਰਤਾ ਦੇ ਨਾਲ ਪ੍ਰਸ਼ਾਦਾ ਤਿਆਰ ਕਰ ਰਿਹਾ ਹੈ। ਨਾਮ ਇਹਦਾ ਹੈ ਸ਼ਾਂਤੀ ਦਾਸ, ਕਈਆਂ ਨੇ ਲਿਖਿਆ। ਗੁਰੂ ਨਾਨਕ ਦੇਵ ਜੀ ਦੇਖ ਰਹੇ ਨੇ, ਭਾਈ ਮਰਦਾਨਾ ਜੀ ਨਾਲ ਨੇ। ਜਦੋਂ ਇਸ ਦਾ ਪ੍ਰਸ਼ਾਦਾ ਲਗਭਗ ਤਿਆਰ ਹੋ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸ ਨੂੰ ਸਮਝਾ ਕੇ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ ਕਿ ਭਾਈ ਮਰਦਾਨਾ ਜੀ ਜਾ ਅੱਗ ਲੈ ਆ। ਕਿਉਂਕਿ ਪਹਿਲਾਂ ਮਾਚਿਸਾਂ ਘੱਟ ਹੁੰਦੀਆਂ ਸੀ, ਲੋਕ ਅੱਗ ਰੱਖਦੇ ਸਨ, ਇੱਕ ਪਾਥੀ ਨੂੰ ਅੱਗ ਲਾ ਕੇ ਉੱਤੇ ਸਵਾਹ ਪਾ ਦੇਣੀ ਤੇ ਉਹਦੇ ਨਾਲ ਇੰਨੀ ਕੰਗਿਆਰੀ ਲੈ ਕੇ ਤੇ ਅੱਗ ਬਾਲ ਲੈਣੀ। ਕਈ ਵਾਰੀ ਡੱਬੀ ਨਹੀਂ ਸੀ ਹੁੰਦੀ ਤੇ ਗੁਆਂਢੀਆਂ ਘਰੋਂ ਅੱਗ ਲੈ ਆਈਦੀ ਸੀ, ਕੋਲਾ ਲੈ ਆਉਣਾ ਤੇ ਅੱਗ ਬਾਲ ਲੈਣੀ। ਤੁਹਾਡੇ ਵਿੱਚੋਂ ਵੀ ਕਈਆਂ ਨੇ ਬਾਲੀ ਹੋਈ ਸੀ। ਭਾਈ ਮਰਦਾਨਾ ਜੀ ਜਾ ਕੇ ਉਸ ਪਾਸੇ ਖਲੋ ਗਏ ਜਿੱਧਰ ਸੂਰਜ ਸੀ। ਇਸ ਸੂਰਜ ਦਾ ਪਰਛਾਵਾਂ ਪਿਆ, ਸੂਰਜ ਰਾਹੀਂ ਭਾਈ ਮਰਦਾਨਾ ਜੀ ਦਾ ਪਰਛਾਵਾਂ ਇਹਦੇ ਚੌਂਕੇ ਤੇ ਪਿਆ ਤੇ ਨਾਲ ਭਾਈ ਸਾਹਿਬ ਮਰਦਾਨਾ ਜੀ ਨੇ ਕਿਹਾ ਕਿ ਮਹਾਂਪੁਰਸ਼ੋ, ਸਾਨੂੰ ਵੀ ਥੋੜੀ ਅੱਗ ਦਿਓ, ਅਸੀਂ ਵੀ ਪ੍ਰਸ਼ਾਦਾ ਤਿਆਰ ਕਰਨਾ ਹੈ, ਅੱਗ ਬਾਲਣ ਲਈ ਚਾਹੀਦੀ ਹੈ। ਜਦੋਂ ਇਹਨੇ ਵੇਖਿਆ ਕਿ ਇਹ ਨੀਵੀਂ ਜਾਤ ਦਾ ਸ਼ੂਦਰ ਬੰਦਾ, ਇਹਦਾ ਪਰਛਾਵਾਂ ਮੇਰੇ ਚੌਂਕੇ ਵਿੱਚ ਪੈ ਗਿਆ, ਇਹ ਲੋਹਾ ਲਾਖਾ ਹੋ ਗਿਆ, ਇਹਦੀ ਸ਼ਾਂਤੀ ਉੱਡ ਗਈ। ਇਹ ਉੱਚੀ ਉੱਚੀ ਕ੍ਰੋਧ ਦੇ ਨਾਲ ਇਸਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਨੀਚ, ਤੂੰ ਮੇਰੇ ਚੌਂਕੇ ਵਿੱਚ ਪਰਛਾਵਾਂ ਪਾ ਕੇ ਮੇਰੇ ਪ੍ਰਸ਼ਾਦੇ ਪਾਣੀ ਨੂੰ ਭ੍ਰਿਸ਼ਟ ਕਰ ਦਿੱਤਾ ਹੈ, ਮੇਰੀ ਸਾਰੀ ਮਿਹਨਤ ਬੇਕਾਰ ਹੋ ਗਈ ਹੈ।
ਚੋ ਕੱਢਿਆ ਟੁੱਲੇ ਚੋਂ ਤੇ ਭਾਈ ਮਰਦਾਨਾ ਜੀ ਨੂੰ ਮਾਰਨ ਵਾਸਤੇ ਦੌੜ ਪਿਆ। ਅੱਗੇ ਅੱਗੇ ਭਾਈ ਮਰਦਾਨਾ ਜੀ ਤੇ ਪਿੱਛੇ ਪਿੱਛੇ ਬਾਬਾ ਸ਼ਾਂਤੀ ਦਾਸ ਜੀ ਅੱਗ ਬਬੂਲਾ ਹੋਏ। ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚ ਗਏ। ਇਹ ਰੌਲਾ ਪਾ ਰਿਹਾ ਹੈ, ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਭਾਈ ਮਰਦਾਨਾ ਜੀ ਨੂੰ, ਕੋਈ ਭਾਈ ਮਰਦਾਨਿਆ ਅੱਗ ਆਪ ਲੈ ਆਉਣੀ ਸੀ, ਇਹ ਮਹਾਂਪੁਰਸ਼ਾਂ ਨੂੰ ਕਿਉਂ ਤਕਲੀਫ ਦਿੱਤੀ ਵੀ ਸਾਨੂੰ ਅੱਗ ਦੇਣ ਆਏ ਨੇ? ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਮਹਾਂਪੁਰਸ਼ ਅੱਗ ਦੇਣ ਨਹੀਂ ਆਏ, ਅੱਗ ਲਾਉਣ ਆਏ ਨੇ। ਸਾਰੇ ਮਸਲੇ ਦਾ ਪਤਾ ਕੀਤਾ। ਇਹ ਬੋਲ ਰਿਹਾ ਸੀ ਉੱਚੀ ਉੱਚੀ ਕਿ ਇਸ ਨੀਚ ਨੇ ਮੇਰੇ ਚੌਂਕੇ ਦੇ ਅੰਦਰ ਪਰਛਾਵਾਂ ਪਾ ਕੇ ਮੇਰੇ ਚੌਂਕੇ ਨੂੰ, ਮੇਰੇ ਲੰਗਰ ਨੂੰ ਅਪਵਿੱਤਰ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਇਹ ਸ਼ਾਂਤੀ ਦਾਸ, ਸ਼ਾਂਤੀ ਵਿੱਚ ਅੱਗ ਬਬੂਲਾ ਨਾ ਹੋ। ਇਹ ਨੀਚ ਨਹੀਂ, ਇਹ ਮਹਾਨ ਉੱਚਾ ਹੈ, ਇਹ ਰੱਬ ਦਾ ਰੂਪ ਹੈ। ਇਹ ਮਰਾਸ਼ੀ ਮਰਦਾਨਾ ਨਹੀਂ, ਇਹ ਮੇਰਾ ਭਾਈ ਮਰਦਾਨਾ ਹੈ। ਇਹ ਰਬਾਬੀ ਹੈ, ਇਹ ਗੁਰੂ ਕਾ ਕੀਰਤਨੀਆ ਹੈ, ਇਹ ਰੱਬ ਦੀ ਸਿਫਤ ਸਲਾਹ ਕਰਨ ਵਾਲਾ, ਰੱਬ ਦਾ ਬੰਦਾ, ਰੱਬ ਦਾ ਰੂਪ ਹੈ। ਇਹੋ ਜਿਹਾਂ ਦੇ ਪੈਰ ਪੈਣ ਦੇ ਨਾਲ ਤੇ ਚੌਂਕੇ ਪਵਿੱਤਰ ਹੁੰਦੇ ਨੇ। ਤੇਰੇ ਚੌਂਕੇ ਦੇ ਅੰਦਰ 4 ਨੀਵੀਆਂ ਬਿਰਤੀਆਂ ਬੈਠੀਆਂ ਨੇ, ਜਿਸ ਨੇ ਤੇਰੇ ਚੌਂਕੇ ਨੂੰ ਬੜਾ ਅਪਵਿੱਤਰ ਕਰ ਦਿੱਤਾ ਹੈ, ਜਿੱਥੇ ਕਦੇ ਰੱਬ ਦਾਖਲ ਹੀ ਨਹੀਂ ਹੋਏਗਾ। ਤੇ ਉਹ ਕਿਹੜੀਆਂ ਬਿਰਤੀਆਂ ਨੇ? ਕੁਬੁੱਧ ਡੂਮਣੀ, ਉਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਕੁਬੁੱਧ ਹੈ ਤੇਰੇ ਅੰਦਰ, ਤੇਰੀ ਬੁੱਧੀ ਜਿਹੜੀ ਹੈ ਕ੍ਰੋਧ ਦੇ ਨਾਲ ਮੁੱਠੀ ਹੋਈ ਹੈ। ਇਹਨਾਂ ਔਗਣਾਂ ਨੇ ਤੇਰੇ ਹਿਰਦੇ ਨੂੰ, ਤੇਰੀ ਸੋਚ ਨੂੰ ਅਪਵਿੱਤਰ ਕਰ ਦਿੱਤਾ ਹੈ, ਜਿੱਥੇ ਕਦੇ ਵੀ ਰੱਬ ਪ੍ਰਗਟ ਨਹੀਂ ਹੋਏਗਾ। ਤੇ ਇਹ ਜਿਹੜੀ ਸੋਚ ਹੈ, ਗੰਗਾ ਆਦਿਕ ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਫ਼ ਨਹੀਂ ਹੋਏਗੀ। ਤੀਰਥਾਂ ਤੇ ਨਹਾਉਂਦਾ ਫਿਰ ਹੁਣ ਗੰਦਗੀ ਤਾਂ ਅੰਦਰ ਹੈ। ਲੱਕੜਾਂ ਵੀ ਧੋਤੀਆਂ ਨੇ, ਬਰਤਨ ਵੀ ਧੋਤੇ ਨੇ, ਉੱਤੋਂ ਮਿੱਟੀ ਵੀ ਪੁੱਟ ਕੇ ਲਾਂਬੇ ਕਰ ਦਿੱਤੀ ਹੈ, ਮੰਤਰ ਪੜ੍ਹ ਕੇ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਹੈ, ਲੇਕਿਨ ਅੰਦਰ ਕ੍ਰੋਧ। ਬਾਹਰੋਂ ਇਸ਼ਨਾਨ ਕਰਨ ਨਾਲ ਥੋੜਾ ਦੂਰ ਹੋਏਗਾ। ਕਿਤਨੇ ਲੋਕ ਨੇ ਜੋ ਇੰਡੀਆ ਦੇ ਅੰਦਰ ਤੀਰਥਾਂ ਤੇ ਨਹਾਉਂਦੇ ਨੇ। ਇੰਡੀਆ ਇਸ਼ਨਾਨ ਪ੍ਰਧਾਨ ਦੇਸ਼ ਹੈ, ਲੋਕ ਨਹਾਉਂਦੇ ਨੇ ਲੱਖਾਂ ਲੋਕ, ਪਰ ਜਿੰਨਾ ਕਰਪਸ਼ਨ ਸਾਡੇ ਦੇਸ਼ ਵਿੱਚ ਤੁਹਾਡੇ ਸਾਹਮਣੇ ਹੀ ਹੈ ਨਾ। ਮਾਰ ਕਾਟ, ਅੱਗਾਂ ਲਾਈਆਂ ਜਾਂਦੀਆਂ ਨੇ, ਲੋਕਾਂ ਨੂੰ ਸਾੜਿਆ ਜਾਂਦਾ ਹੈ, ਲੁੱਟਿਆ ਜਾਂਦਾ ਹੈ, ਰਿਸ਼ਵਤ ਲਈ ਜਾਂਦੀ ਹੈ, ਚੰਦ ਲੋਕਾਂ ਨੂੰ ਛੱਡ ਕੇ ਕੀ ਹਾਲ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਸੋਚੈ ਧੋਣ ਦੇ ਨਾਲ, ਸਰੀਰ ਨੂੰ ਧੋਣ ਨਾਲ ਸੋਚ ਨਾ ਹੋ ਗਈ, ਹਿਰਦੇ ਦੀ ਪਵਿੱਤਰਤਾ ਨਹੀਂ ਹੁੰਦੀ। ਜੇ ਸੋਚੀ ਲੱਖ ਵਾਰ, ਭਾਵੇਂ ਮੈਂ ਲੱਖਾਂ ਵਾਰ ਵੀ ਆਪਣੇ ਤਨ ਨੂੰ ਧੋ ਲਵਾਂ। ਆਓ ਥੋੜਾ ਦੁਨੀਆ ਵੱਲ ਝਾਤ ਮਾਰੀਏ। ਹੁਣ ਰਾਜਨੀਤਿਕ ਲੋਕਾਂ ਵੱਲ ਵੇਖੋ, ਕਿੰਨਾ ਤਨ ਉਹਨਾਂ ਦਾ ਸਾਫ਼ ਹੁੰਦਾ ਹੈ। 1.5 ਕਰੋੜ ਰੁਪਏ ਦਾ ਸੂਟ ਪਾਇਆ ਹੈ। ਬਹੁਤਾਤ ਜਿਹੜੇ ਲੋਕ ਨੇ, ਕਿੰਨੇ ਕੀਮਤੀ ਬਸਤਰ ਨੇ, ਕੀਮਤੀ ਚਸ਼ਮੇ ਨੇ, ਕੀਮਤੀ ਪੈਨ ਨੇ, ਕੀਮਤੀ ਕੱਪੜੇ ਨੇ, ਸਾਫ਼ ਸਫਾਈ ਹੈ। ਲੇਕਿਨ ਕੀ ਇਹ ਸਾਫ਼ ਸੁਥਰੇ ਤਨ ਵਾਲੇ ਸਾਰੇ ਸਾਡੇ ਰਾਜਨੀਤਿਕ, ਉਹਨਾਂ ਦਾ ਮਨ ਸਾਫ਼ ਨੇ? ਇਹ ਤੇ ਅਸੀਂ ਸਾਰੇ ਜਾਣਦੇ ਹਾਂ ਨਾ। ਤੇ ਤੀਰਥਾਂ ਤੇ ਔਰ ਧਰਮ ਸਥਾਨਾਂ ਵਿੱਚ ਸਾਡੇ ਰਾਜਨੀਤਿਕ ਵਿਚਾਰੇ ਨੇ। ਗੁਰੂ ਜੀ ਕਹਿੰਦੇ ਨੇ, ਭਲੇ ਪੁਰਸ਼ੋ, ਬੇਸ਼ੱਕ ਤੁਸੀਂ ਤੀਰਥਾਂ ਤੇ ਨਹਾਉਂਦੇ ਹੋ, ਬੇਸ਼ੱਕ ਤੁਸੀਂ ਬਾਹਰੋਂ ਲਿਸ਼ਕੇ ਪੁਸ਼ਕੇ ਹੋ, ਪਰ ਤੁਹਾਡੀ ਸੋਚ ਰਾਜੇ ਸ਼ਿਹੀ, ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤੇ ਹੋ ਚੱਟ ਜਾਹੋ। ਜੇ ਐਸੇ ਜੋ ਭ੍ਰਸ਼ਟ ਰਾਜਨੀਤਿਕ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜੋ ਹੈ ਨੇ ਉਹਨਾਂ ਦੀ, ਕਿ ਉਹਨਾਂ ਦਾ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਉਹਨਾਂ ਦੇ ਅੰਦਰ ਪਵਿੱਤਰਤਾ ਆ ਜਾਏਗੀ? ਤੇ ਹਿਰਦੇ ਦੀ ਜੇ ਪਵਿੱਤਰਤਾ ਨਹੀਂ ਹੈ, ਤਾਂ ਕੀ ਐਸੇ ਜੋ ਭ੍ਰਸ਼ਟ ਲੋਕ ਨੇ ਉਹ ਕਿਸੇ ਦੇਸ਼ ਦੀ ਉન્નਤੀ ਕਰ ਸਕਦੇ ਨੇ? ਬਿਲਕੁਲ ਨਹੀਂ। ਸਮਾਜ ਦੇ ਅੰਦਰ ਆਮ ਜਨਤਾ ਨੂੰ ਦੇਖੋ, ਕੋਈ ਵੀ ਵੀਰ ਭੈਣ ਕੋਲੋਂ ਗੁਜ਼ਰਦਾ ਹੈ, ਉਹਦੇ ਕੋਲੋਂ ਕੀਮਤੀ ਤੋਂ ਕੀਮਤੀ ਪਰਫਿਊਮ ਦੀ ਸੁਗੰਧ ਆਉਂਦੀ ਹੈ, ਕੀਮਤੀ ਤੋਂ ਕੀਮਤੀ ਪਰਫਿਊਮ ਦੀ ਸੁਗੰਧ ਆ ਰਹੀ ਹੈ। ਹੁਣ ਲੋਕਡਾਊਨ ਹੋਇਆ ਨਾ, ਤੇ ਲੋਕਾਂ ਨੂੰ
देखो बाहर मौत है ਤੇ ਲੋਕਾਂ ਨੂੰ ਮੌਤ ਦਾ ਡਰ ਨਹੀਂ, ਬਹੁਤਿਆਂ ਨੂੰ ਤੇ ਇਹ ਵੇ ਵੀ ਸੂਟ ਲਿਆਂਦਾ ਸੀ ਤੇ ਪਾ ਕੇ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਿਆ, ਕੱਪੜੇ ਨਹੀਂ ਪਾਉਣ ਦਾ ਮੌਕਾ ਮਿਲਿਆ। ਪਤਾ ਨਹੀਂ ਆ ਸਿਆਪਾ ਕਦੋਂ ਬਿਊਟੀ ਪਾਰਲਰ ਖੁੱਲਣੇ ਨੇ, ਕਿੰਨਾ ਲੋਕਾਂ ਨੂੰ ਸਜਨ ਧਜਨ ਦਾ ਚਾਹ ਹੈ ਨਾ। ਕੱਪੜੇ ਨੇ ਚੰਗੇ ਤੋਂ ਚੰਗੇ ਸਮਾਜ ਦੇ ਅੰਦਰ ਆਮ ਜਨਤਾ ਕੋਲ, ਪੈਂਟ ਸ਼ਰਟ ਕੋਟ ਕੀਮਤੀ ਤੋਂ ਕੀਮਤੀ, ਨਵੇਂ ਤੋਂ ਨਵੇਂ ਡਿਜ਼ਾਈਨ, ਬੀਬੀਆਂ ਦੇ ਬੰਦਿਆਂ ਦੇ ਕੱਪੜਿਆਂ ਦੇ, ਕੀਮਤੀ ਤੋਂ ਕੀਮਤੀ ਪਰਫਿਊਮ, परफ्यूम ਦੀ ਬਹੁਤ ਚੰਗੀ ਸੁਗੰਧ ਆ ਰਹੀ ਹੈ ਕਿ ਉਹਨਾਂ ਦੇ ਕੋਲੋਂ ਗੁਣਾਂ ਦੀ ਵੀ ਸੁਗੰਧ ਆਉਂਦੀ ਹੈ। ਈਰਖਾ ਦੀ ਦੁਰਗੰਧ, ਚੁਗਲੀਆਂ ਦੀ ਦੁਰਗੰਧ, ਜਾਤੀਵਾਦ ਦੀ ਦੁਰਗੰਧ, ਮੇਰ ਤੇਰ ਦੀ ਬਦਬੂ ਆ ਰਹੀ ਹੈ। ਤਾਂ ਸਮਾਜ ਅੰਦਰ ਜੇ ਜਾਤੀਵਾਦ ਹੈ, ਮੇਰ ਤੇਰ ਦੇ ਵਿਤਕਰੇ ਨੇ, ਤੇ ਤੀਰਥਾਂ ਤੇ ਸਾਰੇ ਨਹਾਉਂਦੇ ਨੇ। ਸੋਚੈ ਸੋਚ ਨਾ ਹੋਵੇ, ਲੱਖਾਂ ਵਾਰੇ ਸਰੀਰ ਨੂੰ ਧੋਵੋ। ਜੇ ਤੁਸੀਂ ਜਾਤੀਵਾਦ ਨੂੰ ਮੰਨਦੇ ਹੋ, ਜੇ ਤੁਹਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਦੂਜਿਆਂ ਨੂੰ ਤੁਸੀਂ ਨੀਵਾਂ ਦਿਖਾਉਂਦੇ ਹੋ, ਕਿਸੇ ਦੇ ਰਾਹਾਂ ਵਿੱਚ ਲੱਤਾਂ ਅੜਾਉਂਦੇ ਹੋ, ਤਾਂ ਪਵਿੱਤਰਤਾ ਦੇ ਅੰਦਰ ਇੱਕ ਨਹਾਈ ਜਾਓ ਤੀਰਥਾਂ ਤੇ, ਕੁਛ ਨਹੀਂ ਹੋਣ ਵਾਲਾ। ਆਰਥਿਕ ਦੁਨੀਆ ਵੱਲ ਝਾਤ ਮਾਰੋ। ਆ ਨਿੱਕੇ ਨਿੱਕੇ ਕਲਿੱਪ ਵੀਡੀਓਜ਼ ਦੇਖਦੇ ਹੋ ਨਾ, ਕੱਲ ਮੈਂ ਦੇਖ ਰਿਹਾ ਸਾਂ ਤੇ ਮੈਂ ਅੱਗੇ ਕਈ ਚੀਜ਼ਾਂ ਖਾਣੀਆਂ ਛੱਡੀਆਂ ਨੇ। ਮੈਂ ਬਾਜ਼ਾਰ ਦਾ ਅਚਾਰ ਖਾਂਦਾ, ਜਦੋਂ ਦਾ ਮੈਂ ਅਚਾਰ ਬਣਦਾ ਵੇਖਿਆ, ਕਿਵੇਂ ਉਹ ਛੱਪੜ ਦੇ ਵਿੱਚੋਂ ਕੱਢ ਕੇ ਤੇ ਬਾਹਰ, ਕੱਲ ਦੇਖਿਆ ਹੈ ਮਟਰੀ ਬਣਾ ਰਹੇ ਨੇ, ਤੇ ਕਿਵੇਂ ਗੰਦੇ ਥਾਂ ਦੇ ਉੱਤੇ ਤੇ ਪੈਰਾਂ ਦੇ ਨਾਲ ਉਹਨੂੰ ਲਤਾੜ ਰਹੇ ਨੇ, ਤੇ ਉਸ ਦੇ ਨਾਲ ਮਟਰੀ ਤਿਆਰ ਹੋਣੀ ਹੈ। ਸਿਰਫ ਪੈਸਾ ਕਮਾ ਰਹੇ ਨੇ, ਉਹ ਗੰਦਗੀ, ਕਿੰਨੇ ਗੰਦੇ ਢੰਗ ਦੇ ਨਾਲ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਕਈ ਵਾਰ ਵੀਡੀਓ ਵਾਇਰਲ ਹੁੰਦੇ ਨੇ, ਜੋ ਗਲੇ ਸੜੇ ਟਮਾਟਰ, ਗਲੇ ਆਲੂ ਸਭ ਸਮੋਸਿਆਂ ਦੇ ਵਿੱਚ ਪਾ ਕੇ ਤਲ ਦਿੱਤੇ ਜਾਂਦੇ ਨੇ। ਕਿਉਂ? ਇਸ ਕਰਕੇ ਨਾ ਕਿ ਪੈਸਾ ਵੱਟ ਲੈਣਾ ਹੈ। ਤੇ ਜੇ ਐਸੇ ਲੋਕ ਤੀਰਥਾਂ ਤੇ ਨਹਾਣ, ਮੈਲ ਤੇ ਅੰਦਰ ਭਰੀ ਹੈ, ਭਲੇ ਪੁਰਸ਼ੋ ਤੁਸੀਂ ਕੱਪੜੇ ਮੈਲੇ ਪਾ ਲਓ, ਸਰ ਜਾਏਗਾ। ਤੀਰਥਾਂ ਤੇ ਨਾ ਜਾਓ, ਸਰ ਜਾਏਗਾ। ਕਿਸੇ ਧਰਮ ਸਥਾਨ ਵਿੱਚ ਮੱਥਾ ਟੇਕਣ ਨਾ ਜਾਓ, ਸਰ ਜਾਏਗਾ। ਪਰ ਇਮਾਨਦਾਰੀ, ਲੋਕਾਂ ਦੀ ਸਿਹਤ ਦਾ ਖਿਆਲ ਰੱਖੋ। ਡੁਪਲੀਕੇਟ, ਸਿੰਥੈਟਿਕ ਖੋਏ, ਸਿੰਥੈਟਿਕ ਦੁੱਧ, ਸਿੰਥੈਟਿਕ ਪਨੀਰ, ਡੁਪਲੀਕੇਟ ਦਵਾਈਆਂ ਫੜੀਆਂ ਜਾਂਦੀਆਂ ਨੇ। ਤੇ ਜੇ ਐਸੇ ਲੋਕ ਤੀਰਥਾਂ ਤੇ ਵੀ ਨਹਾਣ, ਤੀਰਥਾਂ ਤੇ ਜਾ ਕੇ ਉਹ ਪੱਥਰ ਲਵਾ ਦੇਣ ਕਿ ਇੱਥੇ ਮੈਂ 2 ਲੱਖ ਜਾਂ 4 ਲੱਖ ਰੁਪਇਆ ਦਾਨ ਕੀਤਾ ਹੈ, ਕੀ ਵੈਲਿਊ ਹੈ ਉਸ ਦਾਨ ਦੀ? ਧਾਰਮਿਕ ਦੁਨੀਆ ਵੱਲ ਝਾਤ ਮਾਰੋ। ਧਾਰਮਿਕ ਲੋਕ ਤੇ ਪਵਿੱਤਰ ਚਾਹੀਦੇ ਸਨ, ਅੰਦਰੋਂ ਬਾਹਰੋਂ ਇੱਕ ਹੋਣੇ ਚਾਹੀਦੇ ਸਨ। ਪਰ ਧਰਮ ਦੀ ਦੁਨੀਆ ਵਿੱਚ ਵੇਖ ਲਓ ਜੋ ਕੁਛ ਹੈ, ਅਸੀਂ ਸਾਰੇ ਧਰਮੀ ਹਾਂ। ਇੱਕ ਧਰਮ ਦੇ ਲੋਕ ਦੂਜੇ ਧਰਮਾਂ ਨਾਲ ਲੜ ਰਹੇ ਨੇ। ਆਪਣੇ ਹੀ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਦਾ ਸਿਰ ਪਾੜ ਰਹੇ ਨੇ, ਪੱਗਾਂ ਲਾ ਰਹੇ ਨੇ। ਤੇ ਤੀਰਥਾਂ ਤੇ ਸਾਰੇ ਨਹਾਉਂਦੇ ਨੇ ਨਾ, ਮੈਲ ਤੇ ਅੰਦਰ ਭਰੀ ਪਈ ਹੈ। ਜਿੰਨਾ ਮਰਜ਼ੀ ਧੋ ਲਓ, ਸਰੀਰ ਨੂੰ ਨਹਾ ਲਓ, ਕੀ ਹੋਏਗਾ? ਫਿਰ ਜੋ ਧਰਮ ਪੁਜਾਰੀ ਨੇ, ਜਿਨ੍ਹਾਂ ਵਿੱਚ ਮੈਂ ਖੁਦ ਸ਼ਾਮਲ ਹਾਂ, ਸਾਡੇ ਸੰਤ ਸਾਧ ਬਾਬੇ ਨੇ ਇੰਡੀਆ ਦੇ ਅੰਦਰ 72,65,000 ਸੰਤ ਨੇ, ਕਰੀਬ ਲਗਭਗ 1,65,000 ਸਾਡੇ ਸਿੱਖਾਂ ਦੇ ਨੇ ਤੇ 71 ਲੱਖ ਹਿੰਦੂ ਵੀਰਾਂ ਦੇ ਨੇ। ਇੰਨੇ ਬਾਬੇ, ਉਹ ਤਾਂ ਪਵਿੱਤਰ ਹੋਣੇ ਚਾਹੀਦੇ ਸੀ ਨਾ। ਉਹਨਾਂ ਕੋਲ ਤਾਂ ਬਿਲਕੁਲ ਸੱਚ ਚਾਹੀਦਾ ਸੀ, ਅੰਦਰੋਂ ਸੱਚੇ ਚਾਹੀਦੇ ਸਨ। ਘੱਟ ਤੋਂ ਘੱਟ ਇਹ ਤਾਂ ਸੱਚੇ ਚਾਹੀਦੇ ਸਨ ਨਾ। ਤੇ ਲੋਕਾਂ ਨੂੰ ਆਸ਼ੀਰਵਾਦ ਦਿੰਦੇ ਸਨ ਕਿ ਸਾਡੇ ਆਸ਼ੀਰਵਾਦ ਦੇ ਨਾਲ ਤੁਹਾਡੇ ਰੋਗ ਕੱਟੇ ਜਾਣਗੇ। ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਬੱਚੇ ਹੁੰਦੇ ਨੇ। ਫਲਾਂ ਬਾਬਾ ਜੀ ਨੇ ਤੇ ਜੀ ਸੁਨਾਮੀ ਲਹਿਰਾਂ ਰੋਕ ਦਿੱਤੀਆਂ ਸਨ। ਫਲਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਲਹਿਰਾਂ ਵਹਿਰਾਂ ਹੋ ਜਾਂਦੀਆਂ ਨੇ, ਧਨ ਆਦਿਕ ਆ ਜਾਂਦਾ ਹੈ, ਲੋਕਾਂ ਦੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ। ਤੇ ਹੁਣ ਕਰੋਨਾ ਨੇ ਪਰਦੇ ਫਾਸ਼ ਕਰ ਦਿੱਤੇ। ਕੋਈ ਕਰੋਨਾ ਵਾਲਾ ਮਰੀਜ਼ ਜਾ ਕੇ ਕਹੋ ਬਾਬਾ ਜੀ ਨੂੰ, ਬਾਬਾ ਜੀ ਮੈਂ ਤੁਹਾਡੇ ਚਰਨ ਛੂਹਣੇ ਨੇ, ਮੈਂ ਤੁਹਾਡੇ ਪੈਰ ਚੁੰਮਣੇ ਚਾਹਨਾ, ਮੈਨੂੰ ਕਰੋਨਾ ਹੋਇਆ ਹੈ, ਬਾਬਾ ਡਾਡਾ ਮਾਰ ਕੇ ਭੱਜੇਗਾ। ਇਹਨਾਂ ਨੂੰ ਤੇ ਝੂਠ ਨਹੀਂ ਸੀ ਬੋਲਣਾ ਚਾਹੀਦਾ ਨਾ, ਇਹਨਾਂ ਨੂੰ ਕਹਿਣਾ ਚਾਹੀਦਾ ਸੀ ਸਾਡੇ ਕੋਲ ਕੋਈ ਕਰਾਮਾਤ ਨਹੀਂ ਯਾਰ, ਅਸੀਂ ਪੁੱਤਰ ਨਹੀਂ ਦੇ ਸਕਦੇ, ਅਸੀਂ ਤੇ ਘਰੋਂ ਭਗੌੜੇ ਆ, ਕੰਮਕਾਰ ਨਹੀਂ ਸਾਂ ਕਰ ਸਕਦੇ, ਬਾਬੇ ਬਣ ਗਏ, ਕਹਿਣਾ ਚਾਹੀਦਾ ਸੀ। ਪਰ ਨਹੀਂ ਨਾ, ਪਰਦਾ ਫਾਸ਼ ਹੋ ਗਿਆ। ਹੁਣ ਜੋ ਹੋਰ ਸਾਡੇ ਵਰਗੇ ਲੋਕ ਨੇ,
ਉਹ ਕਹਿੰਦੇ ਸਨ ਨਾ ਵੀ ਤੁਸੀਂ ਇਹ ਕੰਮ ਕਰੋ ਤੇ ਇੰਜ ਪਾਠ ਕਰਾਓ ਤੇ ਇਹ ਕਰ ਲਓ ਤੇ ਤੁਹਾਡੇ ਰੋਗ ਕੱਟੇ ਜਾਣਗੇ। ਹੁਣ ਸਾਨੂੰ ਕਹੋ ਵੀ ਕਰੋ ਭਾਈ ਜੀ ਪਾਠ ਤੇ ਕਰੋਨਾ ਹੀ ਦੂਰ ਕਰ ਦਿਓ, ਆ ਗਈ ਨਾ ਪ੍ਰੋਬਲਮ। ਸਾਨੂੰ ਕਹਿਣਾ ਚਾਹੀਦਾ ਸੀ ਨਾ ਕਿ ਬਾਣੀ ਜੀਵਨ ਜੀਣ ਵਾਸਤੇ ਹੈ। ਰੱਬ ਦੇ ਨਿਯਮ ਨੂੰ ਕੋਈ ਨਹੀਂ ਬਦਲ ਸਕਦਾ, ਕਿਸੇ ਢੰਗ ਨਾਲ ਨਹੀਂ ਬਦਲ ਸਕਦਾ। ਲੇਕਿਨ ਬਾਹਰੋਂ ਅਸੀਂ ਵੀ ਨਾ ਰਹੇ ਹਾਂ, ਬਾਬੇ ਵੀ ਨਾ ਰਹੇ ਨੇ, ਤੁਸੀਂ ਵੀ ਸਾਰੇ ਨਾ ਰਹੇ ਹੋ, ਕਿੱਥੇ ਗਿਆਨ ਆਉਣਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇਂ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੂਨੀ ਆਵੇ। ਪਾਣੀ ਦੇ ਅੰਦਰ ਨਹਾਉਣ ਨਾਲ ਜੇ ਕੋਈ ਕਵੇ ਨਾ ਮੇਰੀ ਪਵਿੱਤਰਤਾ ਹੋ ਜਾਂਦੀ ਹੈ, ਤੀਰਥਾਂ ਤੇ ਨਹਾਇਆ ਮੁਕਤੀ ਹੋ ਜਾਂਦੀ ਹੈ, ਤਾਂ ਭਗਤ ਕਬੀਰ ਜੀ ਤਰਕ ਦੇ ਰਹੇ ਨੇ। ਉਹ ਕਹਿੰਦੇ ਨੇ ਡੱਡੂ ਕਿਉਂ ਨਹੀਂ ਮੁਕਤ ਹੋਏ? ਡੱਡੂ ਰੋਜ਼ ਪਾਣੀ ਵਿੱਚ ਹੀ ਰਹਿੰਦੇ ਨੇ, ਮੱਛੀਆਂ ਪਾਣੀ ਵਿੱਚ ਨੇ। ਫਿਰ ਤੇ ਜਿਹੜੀਆਂ ਮੱਛੀਆਂ ਔਰ ਡੱਡੂ ਤੀਰਥਾਂ ਦੇ ਵਿੱਚ ਨੇ ਉਹ ਤੇ ਸਿੱਧੀਆਂ ਉੱਡਦੀਆਂ ਦਿਸਣੀਆਂ ਚਾਹੀਦੀਆਂ ਨੇ ਸਾਨੂੰ, ਸਵਰਗ ਨੂੰ ਜਾਂਦੀਆਂ, ਪਰ ਨਹੀਂ ਨਾ ਗਈਆਂ। ਡੱਡੂ ਹੀ ਨੇ, ਗੰਦਗੀ ਖਾ ਰਹੇ ਨੇ ਪਾਣੀ ਵਿੱਚ। ਹੋਰ ਗੁਰਦੇਵ ਨੇ ਬਚਨ ਕੀਤਾ ਹੈ, ਤੀਰਥ ਜਾਓ ਤਾਂ ਹੋਂ ਕਰਤੇ। ਤੀਰਥਾਂ ਤੇ ਜਾਓ ਤਾਂ ਉੱਥੇ ਵੀ ਲੋਕਾਂ ਦੇ ਅੰਦਰ ਹਉਮੈ ਹੈ। ਉੱਥੇ ਵਸਣ ਵਾਲੇ ਲੋਕ ਜੋ ਤੀਰਥਾਂ ਦੇ ਕਿਨਾਰਿਆਂ ਤੇ ਸ਼ਹਿਰ ਵਸੇ ਨੇ, ਉੱਥੋਂ ਦੇ ਲੋਕ ਤਾਂ ਸਾਰੇ ਬੜੇ ਇਮਾਨਦਾਰ ਹੋਣੇ ਚਾਹੀਦੇ ਸੀ। ਪਰ ਜਿਹੜੀ ਗੜਵੀ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਲੋਟਾ 150 ਰੁਪਏ ਦਾ ਮਿਲਦਾ ਹੈ, ਹਰਿਦੁਆਰ ਜਾ ਕੇ ਪੁੱਛੋਗੇ 300 ਦਾ ਮਿਲੇਗਾ, ਕੀਰਤਪੁਰ ਪੁੱਛ ਲਓ 250 300 ਦਾ ਮਿਲੇਗਾ। ਅਸੀਂ ਗਏ ਸੀ, ਇੱਕ ਬੱਚੀ ਨੂੰ ਅੰਮ੍ਰਿਤ ਛਕਾਉਣਾ ਸੀ ਇੱਥੇ ਅਨੰਦਪੁਰ ਸਾਹਿਬ। ਉਹ ਮਲੇਸ਼ੀਆ ਤੋਂ ਸੀ ਕੁੜੀ, ਤੇ ਹੈ ਸੀ ਮਲੇਸ਼ੀਅਨ, ਤੇ ਉਹ ਮੇਰੇ ਸੰਪਰਕ ਵਿੱਚ ਸੀ ਤੇ ਗੁਰਬਾਣੀ ਦੀ ਉਸਨੂੰ ਜਾਣਕਾਰੀ ਜਿੰਨੀ ਕੁ ਮੈਂ ਦੇ ਸਕਿਆ ਉਸਨੂੰ ਜਾਣਕਾਰੀ ਦਿੱਤੀ, ਤੇ ਕੁਝ ਇੰਗਲਿਸ਼ ਦੀਆਂ ਕਿਤਾਬਾਂ ਉਸਨੂੰ ਪੰਜਾਬੀ ਦੀਆਂ ਦਿੱਤੀਆਂ। ਉਸਨੇ ਪੰਜਾਬੀ ਪੜ੍ਹੀ, ਸਿੱਖ ਕਲਚਰ ਨੂੰ ਸਮਝਿਆ ਤੇ ਉਹਨੇ ਸਿੱਖ ਧਰਮ ਅਪਣਾ ਲਿਆ। ਅੰਮ੍ਰਿਤ ਛਕਣ ਵਾਸਤੇ ਕੁੜੀ ਉਹ ਤਿਆਰ ਹੋ ਗਈ, ਸਾਡਾ ਸਾਰਾ ਪਰਿਵਾਰ ਸੀ ਨਾਲ ਗਏ। ਉੱਥੇ ਕਿਰਪਾਨ ਜਾ ਕੇ ਪੁੱਛੀ, ਅੰਮ੍ਰਿਤ ਛਕਣਾ ਸੀ ਉਸਨੇ, ਤੇ ਕਿਰਪਾਨ ਉਸਨੇ ਦੱਸੀ 350 ਦੀ। ਹੁਣ 350 ਮੈਂ ਕੱਢ ਕੇ ਦੇਣ ਲੱਗਾ ਤੇ ਉਹ ਕੁੜੀ ਇੰਗਲਿਸ਼ ਵਿੱਚ ਕੁਝ ਗੱਲਾਂ ਕਰਨ ਲੱਗੀ ਸਾਡੀ ਨੂੰਹ ਰਾਣੀ ਨਾਲ, ਤੇ ਉਹਨੇ ਵੇਖਿਆ ਵੀ ਇਹ ਕੁੜੀ ਤੇ ਬਾਹਰੋਂ ਆਈ, ਕਹਿੰਦਾ ਸੌਰੀ ਭਾਜੀ ਮੈਂ ਗਲਤ ਰੇਟ ਦੱਸ ਗਿਆ, 950 ਦੀ ਹੈ। 600 ਰੁਪਇਆ ਨਾਲ ਦੇ ਨਾਲ, ਹਾਲਾਂਕਿ ਮੈਂ ਉੱਥੋਂ ਦਾ ਰਹਿਣ ਵਾਲਾ ਸਾਰਾ। 350 ਵਾਲੀ ਕਿਰਪਾਨ ਤੇ 950 ਦੇ ਕੇ ਕਿਰਪਾਨ ਦਾ। ਉਹ ਕਹਿੰਦਾ ਵੀ ਹੁਣ ਨੂੰ ਕੋਈ ਕੁੜੀ ਨੂੰ ਕੀ ਹੋਇਆ? ਮੈਂ ਕਿਹਾ ਕੁੜੀਏ 650 ਤੇਰੇ ਇੰਗਲਿਸ਼ ਦਾ, ਤਾਂ ਕੀ ਕਰੋਗੇ? ਤੀਰਥਾਂ ਤੇ ਨਾਤਾ ਉਹ ਸਵਾਰ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਪਾਣੀ ਦੇ ਨਹਾਉਣ ਨਾਲ, ਬਾਹਰੀ ਸ਼ੋ ਸ਼ਪਤੇ ਦੇ ਨਾਲ ਜੇ ਪਵਿੱਤਰਤਾ ਹੁੰਦੀ ਹੋਵੇ ਤੇ ਦੁਨੀਆ ਦਾ ਹਰ ਇਨਸਾਨ ਪਵਿੱਤਰ ਚਾਹੀਦਾ ਹੈ। ਇਸ ਲਈ ਤੀਰਥਾਂ ਤੇ ਨਹਾਉਣ ਦੇ ਨਾਲ ਬਿਲਕੁਲ ਪਵਿੱਤਰਤਾ ਨਹੀਂ ਹੁੰਦੀ, ਬਿਲਕੁਲ ਮੁਕਤੀ ਨਹੀਂ ਹੁੰਦੀ। ਪਾਣੀ ਦੇ ਧੋਣ ਦੇ ਨਾਲ ਸਰੀਰ ਸਾਫ਼ ਹੁੰਦਾ ਹੈ। ਪਾਣੀ ਨਾਲ ਹੱਥ ਸੁੱਚੇ ਨਹੀਂ ਹੁੰਦੇ, ਸਾਫ਼ ਹੁੰਦੇ ਨੇ। ਹੱਥ ਸੁੱਚੇ ਹੁੰਦੇ ਨੇ ਸੱਚੀ ਕਿਰਤ ਕਰਕੇ, ਕਿਸੇ ਦਾ ਸਹਿਯੋਗ ਕਰਕੇ। ਜ਼ਬਾਨ ਸੁੱਚੀ ਪਾਣੀ ਨਾਲ ਨਹੀਂ ਹੁੰਦੀ, ਪਾਣੀ ਨਾਲ ਜ਼ਬਾਨ ਸਾਫ਼ ਹੁੰਦੀ ਹੈ। ਜ਼ਬਾਨ ਸੁੱਚੀ ਹੁੰਦੀ ਹੈ ਸੱਚ ਬੋਲ ਕੇ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਤਾਂ ਇੱਥੇ ਤੀਰਥ ਇਸ਼ਨਾਨ ਦਾ, ਬਾਹਰਲੀ ਸੁੱਚਤਾ ਦਾ ਖੰਡਨ ਕੀਤਾ ਗਿਆ ਹੈ। ਕਿੰਨੇ ਲੋਕ ਨੇ ਜੋ ਆਪਣਾ ਲੰਗਰ ਵੀ ਆਪ ਤਿਆਰ ਕਰਦੇ ਨੇ, ਦੂਜੇ ਦੇ ਹੱਥੋਂ ਪ੍ਰਸ਼ਾਦਾ ਤੱਕ ਨਹੀਂ ਖਾਂਦੇ, ਪਰ ਇਹ ਕੋਈ ਪਵਿੱਤਰਤਾ ਨਹੀਂ, ਇਹ ਬਾਹਰ ਦੀ ਸਫਾਈ ਹੈ। ਇਹਦਾ ਮਤਲਬ ਇਹ ਨਹੀਂ ਕਿ ਸਫਾਈ ਨਾ ਰੱਖੋ, ਸਫਾਈ ਰੱਖਣਾ ਹੋਰ ਚੀਜ਼ ਹੈ। ਸਫਾਈ ਦੇ ਨਾਲ ਸਾਨੂੰ ਰਹਿਣਾ ਚਾਹੀਦਾ ਹੈ, ਸਾਡੇ ਬਸਤਰ ਸਾਫ਼ ਹੋਣ, ਅਸੀਂ ਇਸ਼ਨਾਨ ਪਾਨ ਕਰੀਏ, ਸਾਡੇ ਕੱਪੜੇ ਸਾਫ਼ ਹੋਣ, ਸਾਡੇ ਘਰ ਦੇ ਰਹਿਣ ਦੀ ਜਗ੍ਹਾ ਅਸਥਾਨ ਸਾਫ਼ ਹੋਵੇ। ਲੇਕਿਨ ਇਸ ਸਫਾਈ ਦਾ ਮਨ ਦੀ ਸਫਾਈ ਨਾਲ ਕੋਈ ਸੰਬੰਧ ਨਹੀਂ, ਮਨ ਦੀ ਸਫਾਈ ਚਾਹੀਦੀ ਹੈ ਮੇਨ ਗੱਲ। ਦੂਜਾ ਸਾਧਨ ਗੁਰੂ ਜੀ ਕਹਿ ਰਹੇ ਨੇ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਇਹਨੂੰ ਰਹਾ ਨਹੀਂ ਪੜਨਾ, ਰਹਾਂ ਪੜਨਾ ਹੈ, ਰਹਾਂ। ਚੁੱਪੈ ਚੁੱਪ ਨਾ ਹੋਵਈ, ਚੁੱਪੈ ਦਾ ਮਤਲਬ ਚੁੱਪ ਕਰਨ ਦੇ ਨਾਲ। ਚੁੱਪ ਨਾ ਹੋਵਈ, ਮਨ ਚੁੱਪ ਨਹੀਂ ਹੁੰਦਾ, ਮਨ ਦੀ ਸ਼ਾਂਤੀ ਨਹੀਂ ਪੈਦਾ ਹੁੰਦੀ। ਜੇ ਲਾਏ ਰਹਾਂ ਲਿਵਤਾਰ, ਲਿਵਤਾਰ ਦਾ ਮਤਲਬ ਲਗਾਤਾਰ ਮੈਂ ਸਮਾਧੀ ਲਾਈ ਰੱਖਾਂ, ਲਿਵ ਲਾਈ ਰੱਖਾਂ। ਲੋਕ ਬੈਠੇ ਨਾ ਬੰਦ ਕਰਕੇ ਅੱਖਾਂ, ਸਮਾਧੀਆਂ ਲਾ ਰਹੇ ਨੇ ਕਿ ਬਾਬਾ ਜੀ ਸਮਾਧੀ ਵਿੱਚ ਨੇ, ਪਰ ਗੁਰੂ ਜੀ ਕਹਿੰਦੇ ਨੇ ਸਮਾਧੀ ਬੇਸ਼ੱਕ ਲਗਾਤਾਰ ਮੈਂ ਲਗਾਈ ਰੱਖਾਂ, ਲਗਾਤਾਰ।
ਸਮਾਧੀਆਂ ਲਾਉਣ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ ਮਨ ਚੁੱਪ ਨਹੀਂ ਹੁੰਦਾ। ਹੁਣ ਦੇਖੋ, ਇੱਕ ਬਹੁਤ ਸੱਚਾਈ ਮੈਂ ਕੌੜੀ ਆਪ ਦੇ ਸਾਹਮਣੇ ਬਿਆਨ ਕਰਨ ਲੱਗਾ, ਔਰ ਮੈਂ ਤਾਂ ਕਰ ਰਿਹਾ ਕਿਉਂਕਿ ਤੁਸੀਂ ਗੁਰਬਾਣੀ ਨੂੰ ਠੀਕ ਢੰਗ ਦੇ ਨਾਲ ਸਮਝ ਰਹੇ ਹੋ। ਪਿਛਲੀਆਂ ਕਲਾਸਾਂ ਵਿੱਚ ਆਪ ਨੇ ਬਹੁਤ ਚੰਗਾ ਹੁੰਗਾਰਾ ਦਿੱਤਾ ਹੈ, ਔਰ ਅੱਜ ਮੈਂ, ਕਿਉਂਕਿ ਇੱਥੇ ਕਹਿਣਾ ਬਣਦਾ ਹੈ, ਜਦੋਂ ਅਸੀਂ ਬਾਣੀ ਪੜ੍ਹ ਰਹੇ ਹਾਂ, ਕਲਾਸ ਲਗਾ ਰਹੇ ਹਾਂ, ਤਾਂ ਇੱਥੇ ਸੱਚ ਬੋਲਣ ਦਾ ਫਰਜ਼ ਹੈ, ਔਰ ਸੱਚ ਬੋਲਣਾ ਚਾਹੀਦਾ ਹੈ। ਜ਼ਮੀਰ ਮਾਰ ਕੇ ਸੱਚ ਨੂੰ ਲੁਕਾਉਣਾ ਨਹੀਂ ਚਾਹੀਦਾ। ਹੁਣ ਸਾਨੂੰ ਕਿਹਾ ਜਾਂਦਾ ਨਾ, ਦਸਮ ਦੁਆਰ ਵਿੱਚ ਪ੍ਰਾਣ ਚੜਾਓ, ਦਸਮ ਦੁਆਰ ਵਿੱਚ ਤੁਹਾਨੂੰ ਜੋਤ ਦਿਸੇਗੀ। ਤਾਂ ਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਕੀ ਕਹਿੰਦੇ ਨੇ? ਕਹਿੰਦੇ ਨੇ, ਮਨ ਨਿਰਮਲ ਨਹੀਂ ਦਸਵੇਂ ਦੁਆਰ। ਇਹ ਪੰਕਤੀ ਆਪ ਨੋਟ ਕਰ ਲਓ ਜਿਨ੍ਹਾਂ ਕੋਲ ਕਾਪੀਆਂ ਹੈ ਨੇ। ਮਨ ਨਿਰਮਲ ਨਹੀਂ ਦਸਵੇਂ ਦੁਆਰ। ਦਸਵੇਂ ਦੁਆਰ ਵਿੱਚ ਪ੍ਰਾਣ ਚੜਾਉਣ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਮੂੜਾ ਦਾ ਮਤਲਬ ਮੂਰਖ। ਇਹ ਦਸਮ ਦੁਆਰ ਦੇ ਵਿੱਚ ਪ੍ਰਾਣ ਚੜਾਉਣ ਵਿੱਚ ਲੱਗਾ ਹੋਇਆ ਮੂਰਖ ਬੰਦਾ ਮੁੜ ਮੁੜ ਕੇ ਜੰਮਦਾ ਮਰਦਾ ਹੈ। ਗੁਰੂ ਜੀ ਇਹਨੂੰ ਮੂਰਖਤਾ ਕਹਿ ਰਹੇ ਨੇ, ਤੇ ਸਾਨੂੰ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀਆਂ ਜੁਗਤੀਆਂ ਸਿਖਾਈਆਂ ਜਾ ਰਹੀਆਂ। ਇਹ ਯੋਗੀਆਂ ਦਾ ਕੰਮ ਹੈ, ਇਹ ਸਿੱਖ ਦਾ ਕੰਮ ਨਹੀਂ ਹੈ। ਚੁੱਪ ਰਹਿਣ ਦੇ ਨਾਲ ਮਨ ਚੁੱਪ ਨਹੀਂ ਹੁੰਦਾ। ਕਈ ਲੋਕ ਨੇ ਮੌਨੀ, ਮੈਂ ਕੈਸੇ ਬਾਬੇ ਨੂੰ ਜਾਣਦਾ ਹਾਂ, ਅੱਜ ਕੱਲ੍ਹ ਇਸ ਦੁਨੀਆ ਤੇ ਨਹੀਂ ਰਹੇ, 12 ਸਾਲ ਦਾ ਮੌਨ ਧਾਰਨ ਕੀਤਾ ਸੀ। 12 ਸਾਲ ਬੋਲਣਾ ਹੀ ਨਹੀਂ ਕਿਸੇ ਨਾਲ, ਜ਼ਬਾਨ ਤੇ ਨਹੀਂ ਬੋਲ ਰਹੀ। ਹੁਣ ਭੁੱਖ ਲੱਗੀ ਹੈ ਤੇ ਕਾਗਜ਼ ਦੇ ਉੱਤੇ ਲਿਖ ਕੇ ਦੇ ਰਿਹਾ ਹੈ ਕਿ ਅੱਜ ਰਾਇਤਾ ਪਾ ਲਓ, ਤੇ ਅੱਜ ਨਾ ਮਟਰ ਪਨੀਰ ਬਣਾ ਲਿਆ। ਜੇ ਬੰਦਾ ਪੁੱਛੇ ਵੀ ਮਨ ਤੇ ਮਟਰ ਪਨੀਰ ਮੰਗਦਾ ਪਿਆ, ਲਿਖ ਕੇ ਦੇ ਦਿਓ, ਇਹਦੇ ਨਾਲ ਕੀ ਫਰਕ ਪੈਂਦਾ ਹੈ? ਅੱਜ ਨਾ ਭਾਈ ਸਾਹਿਬ ਵੀਰ ਹਰਨੇਕ ਸਿੰਘ ਸਾਹਮਣੇ ਬੈਠੇ ਨੇ, ਤੇ ਕੁਛ ਮਾਇਆ ਦੇਣ ਆਏ ਸੀ ਜੋ ਆਪ ਸੰਗਤਾਂ ਨੇ ਸੇਵਾ ਕੀਤੀ। ਤੇ ਮੈਨੂੰ ਕਹਿੰਦੇ ਵੀ ਅੱਜ ਕੱਲ੍ਹ ਕਰੋਨਾ ਵਾਲਾ ਚੱਕਰ ਤੇ ਮਾਇਆ, ਮੈਂ ਕਿਹਾ ਵੀ ਮੈਂ ਚਿਮਟਾ ਲੈ ਆਵਾਂ, ਅੰਦਰੋਂ ਚਿਮਟੇ ਨਾਲ ਫੜ ਲਾਂਗਾ, ਕਿਉਂਕਿ ਬਾਬੇ ਨਹੀਂ ਨਾ ਹੱਥ ਲਾਉਂਦੇ ਮਾਇਆ ਨੂੰ, ਚਿਮਟੇ ਨਾਲ ਫੜ ਲੈਂਦੇ ਨੇ। ਤਾਂ ਗੱਲ ਇਹ ਹੈ, ਇੱਕ ਬਾਬਾ ਜੀ ਮਾਇਆ ਉਹਨੂੰ ਕਾਫੀ ਸਾਰੀ ਹੋਈ ਤੇ ਚਿਮਟੇ ਨਾਲ ਚੁੱਕ ਚੁੱਕ ਕੇ ਥੈਲੇ ਵਿੱਚ ਪਾਵੇ। ਕਹਿੰਦਾ ਬਾਬਾ ਜੀ ਚਿਮਟੇ ਨਾਲ, ਕਹਿੰਦਾ ਵੀ ਅਸੀਂ ਮਹਾਂਪੁਰਸ਼ ਹੁੰਨੇ ਆ, ਮਾਇਆ ਨੂੰ ਹੱਥ ਨਹੀਂ ਲਾਉਂਦੇ, ਚਿਮਟੇ ਨਾਲ ਚੁੱਕ ਕੇ ਆਪਣੀ ਥੈਲੇ 'ਚ ਪਾ ਲਓ। ਤਾਂ ਹੁਣ ਚੁੱਪ ਕਰਨ ਦੇ ਨਾਲ ਕਦੇ ਵੀ ਮਨ ਚੁੱਪ ਨਹੀਂ ਹੁੰਦਾ। ਮਨ ਅੰਦਰੇ ਅੰਦਰ ਗਾਲਾਂ ਕੱਢ ਰਿਹਾ ਹੈ, ਅੰਦਰੇ ਅੰਦਰ ਕੁੜ ਰਿਹਾ ਹੈ। ਈਰਖਾ, ਦਵੈਸ਼, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਾ, ਝੂਠ, ਫਰੇਬ ਸਾਰੇ ਮਨ ਦੇ ਵਿੱਚ ਹੀ ਨੇ। ਤਾਂ ਇਹ ਸਮਾਧੀਆਂ ਲਾਉਣ ਦਾ ਗੁਰੂ ਜੀ ਨੇ ਖੰਡਨ ਕੀਤਾ ਹੈ। ਸਮਾਧੀਆਂ ਲਾਉਣ ਦਾ ਧਰਮ ਦੇ ਨਾਲ, ਰੱਬ ਦੇ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ। ਸਿੱਖ ਦੀ ਸਮਾਧੀ ਬੰਦ ਅੱਖਾਂ ਦੀ ਨਹੀਂ, ਖੁੱਲੀਆਂ ਅੱਖਾਂ ਦੀ ਹੈ। ਸਮਾਧੀ ਕਿਉਂ ਲਾ ਰਹੇ ਹੋ? ਰੱਬ ਨੂੰ ਵੇਖਣ ਵਾਸਤੇ ਨਾ। ਤੇ ਜੇ ਸਾਨੂੰ ਕੋਈ ਕਵੇ ਵੀ ਆਪਣੇ ਪਿਤਾ ਜੀ ਤੇਰੇ ਕੋਲ ਬੈਠੇ ਨੇ ਤੇ ਸਮਾਧੀ ਲਾ ਕੇ ਆਪਣੇ ਪਿਓ ਨੂੰ ਵੇਖ, ਤੇ ਉਹਨੇ ਕਹਿਣਾ ਮੈਂ ਬੇਵਕੂਫ ਹਾਂ, ਮੇਰਾ ਪਿਓ ਸਾਹਮਣੇ ਬੈਠਾ ਤੇ ਮੈਂ ਅੱਖਾਂ ਬੰਦ ਕਰਾਂ ਸਮਾਧੀ ਲਾਵਾਂ, ਮੈਂ ਬੇਵਕੂਫ ਹਾਂ ਕਿ ਤੂੰ ਪਾਗਲ ਹੈ? ਹੁਣ ਜਿਹੜਾ ਮੈਨੂੰ ਕਹੇ ਭਾਈ ਮੋਹਰ ਸਿੰਘ ਵੀ ਤੂੰ ਸਮਾਧੀ ਲਾ ਕੇ ਰੱਬ ਨੂੰ ਵੇਖ, ਤੇ ਮੈਨੂੰ ਕਹਿਣਾ ਪਵੇਗਾ ਜਾਂ ਤੇ ਮੈਂ ਬੇਵਕੂਫ ਹਾਂ ਜਾਂ ਤੂੰ ਬੇਵਕੂਫ। ਇੱਕ ਤੇ ਹੈ, ਗੁਰੂ ਜੀ ਤਾਂ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੈ। ਗੁਰੂ ਜੀ ਤਾਂ ਕਹਿੰਦੇ ਨੇ ਜੋ ਦਿਸੈ ਸੋ ਤੇਰਾ ਰੂਪ, ਵੀ ਜੋ ਦਿਸ ਰਿਹਾ ਹੈ ਤੇਰਾ ਹੀ ਰੂਪ ਹੈ। ਤੇ ਫਿਰ ਇੱਕ ਦੂਜੇ ਦੇ ਵਿੱਚ ਰੱਬ ਨੂੰ ਵੇਖਣ ਵਾਸਤੇ ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਅੱਖਾਂ ਖੋਲਣ ਦੀ ਲੋੜ ਹੈ। ਚੁੱਪ ਕਰਨ ਦੀ ਲੋੜ ਨਹੀਂ ਹੈ, ਬੋਲਣ ਦੀ ਲੋੜ ਹੈ। ਜੇ ਸਾਰੇ ਚੁੱਪ ਕਰਕੇ ਬਹਿ ਜਾਣ ਤੇ ਸਮਾਜ ਕਿਵੇਂ ਚੱਲੇਗਾ? ਜੇ ਟੀਚਰ ਸਮਾਧੀਆਂ ਲਗਾ ਲੈਣ ਤਾਂ ਬੱਚਿਆਂ ਨੂੰ ਕਿਵੇਂ ਪੜ੍ਹਾਉਣਗੇ? ਬੱਚਿਆਂ ਨੂੰ ਸਿੱਖਿਆ ਕਿਵੇਂ ਦੇਣਗੇ? ਡਾਕਟਰ, ਇੰਜੀਨੀਅਰ, ਵਿਗਿਆਨਿਕ ਕਿਵੇਂ ਬਣਨਗੇ? ਗੱਲ ਚੁੱਪ ਕਰਨ ਦੀ ਨਹੀਂ, ਗੱਲ ਬੋਲਣ ਦੀ ਹੈ। ਪਰ ਇਹ ਧਿਆਨ ਰੱਖਣਾ ਹੈ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕੁਛ ਸੁਣੋ ਕੁਛ ਕਹੋ, ਕਿਸੇ ਦੀ ਦੁੱਖ ਤਕਲੀਫ ਸੁਣੋ, ਆਪਣੀ ਦੁੱਖ ਤਕਲੀਫ ਭਾਵਨਾਵਾਂ ਦੱਸੋ, ਇੱਕ ਦੂਜੇ ਦੇ ਦੁੱਖ ਤਕਲੀਫਾਂ ਨੂੰ ਦੂਰ ਕਰੋ, ਸੱਚ ਬੋਲੋ, ਪਿਆਰ ਦੇ ਨਾਲ ਬੋਲੋ। ਇਹ ਵਿਖਾਵੇ ਦੀਆਂ ਸਮਾਧੀਆਂ ਵਾਲਿਆਂ ਨੇ ਇਸ ਦੁਨੀਆ ਨੂੰ ਲੁੱਟਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਦੂਜੀ ਗੱਲ ਕਰਦੇ ਨੇ, ਚੁੱਪ ਕਰਨ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ, ਕਦੇ ਵੀ ਮਨ ਦੀ ਸ਼ਾਂਤੀ ਨਹੀਂ ਆਉਂਦੀ।
ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇੱਥੇ ਪੁਰੀਆ ਨਹੀਂ ਪੜਨਾ, ਇਹਨੂੰ ਪੁਰੀਆਂ ਪੜਨਾ ਹੈ, ਕਿਉਂਕਿ ਗੁਰਬਾਣੀ ਵਿਆਕਰਨ ਮੁਤਾਬਕ ਜਦੋਂ ਅਸੀਂ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਉਂਦੇ ਆ ਤਾਂ ਉਸ ਦੇ ਨਾਲ ਬਿੰਦੀ ਦਾ ਉਚਾਰਨ ਹੋਏਗਾ। ਜਿਵੇਂ ਸ਼ਬਦ ਹੈ ਵੀਰ, ਤੇ ਮੈਂ ਹੁਣ ਵੀਰ ਦੇ ਨਾਲ ਕੰਨਾ ਲਾ ਕੇ ਉਹਨੂੰ ਸੰਬੋਧਨ ਵਾਚਕ ਬਣਾਵਾਂ ਤੇ ਮੈਂ ਕਹਾਂਗਾ ਵੀਰਾ ਮੈਨੂੰ ਪਾਣੀ ਫੜਾਈ, ਵੀਰਾ ਜੇ ਬਾਜ਼ਾਰ ਚੱਲਿਆ ਤੇ ਮੇਰੇ ਲਈ ਆ ਚੀਜ਼ ਲਈ ਆਵੀਂ, ਵੀਰਾ। ਜਦੋਂ ਕੰਨਾ ਲਾ ਕੇ ਸੰਬੋਧਨ ਵਾਚਕ ਬਣਾਉਂਦੇ ਆ ਉਦੋਂ ਬਿੰਦੀ ਨਹੀਂ ਲੱਗਦੀ। ਪਰ ਜੇ ਮੇਰੇ ਦੋ ਭਰਾਵਾਂ ਨੇ ਮੈਨੂੰ ਕੋਈ ਚੀਜ਼ ਦਿੱਤੀ ਹੋਵੇ, ਮੈਂ ਕਹਾਂ ਵੀ ਆ ਜਿਹੜੇ ਸਪੀਕਰ ਨੇ ਇਹ ਮੇਰੇ ਵੀਰਾਂ ਨੇ ਦਿੱਤੇ ਨੇ, ਵੀਰਾਂ। ਹੁਣ ਵੀਰ ਦੇ ਰਾਰੇ ਨਾਲ ਕੰਨਾ ਲਗਾਇਆ ਨਾ, ਉਹਨੂੰ ਬਹੁਵਚਨੀ ਬਣਾਇਆ ਤਾਂ ਬਿੰਦੀ ਲਾਵਾਂਗੇ ਵੀਰਾਂ। ਇੱਥੇ ਪੁਰੀ ਹੈ ਇੱਕ ਵਚਨ, ਇਹਨੂੰ ਬਹੁਵਚਨ ਬਣਾਉਣ ਲਈ ਪੜਾਂਗੇ ਪੁਰੀਆਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭੁੱਖਿਆਂ ਦਾ ਮਤਲਬ ਭੁੱਖਿਆਂ ਰਹਿ ਕੇ, ਭੁੱਖ ਨਾ ਉਤਰੀ ਕਦੇ ਵੀ ਭੁੱਖ ਨਹੀਂ ਉਤਰਦੀ। ਭੁੱਖਿਆਂ ਦਾ ਮਤਲਬ ਤ੍ਰਿਸ਼ਨਾ ਦੇ ਅਧੀਨ ਰਿਹਾ, ਕਿ ਜੇ ਮਨ ਦੇ ਅੰਦਰ ਤ੍ਰਿਸ਼ਨਾ ਹੋਵੇ, ਤ੍ਰਿਸ਼ਨਾ ਅੰਦਰੋਂ ਗਈ ਨਾ ਹੋਵੇ, ਤੇ ਪੁਰੀਆਂ ਭਾਰ ਦਾ ਮਤਲਬ ਪੂਰੀ ਦੁਨੀਆ ਦੇ ਪਦਾਰਥ ਮੈਂ ਪੰਡਾ ਬੰਨ ਲਵਾਂ ਤਾਂ ਭੁੱਖ ਤੇ ਤਾਂ ਵੀ ਨਹੀਂ ਉਤਰਨੀ। ਤੀਜਾ ਸਾਧਨ ਇਹ ਅਪਣਾਇਆ ਗਿਆ ਸੀ ਕਿ ਪਹਿਲਾਂ ਇਸ ਮਨ ਨੂੰ ਰਝਾ ਲਓ, ਜੋ ਮਨ ਮੰਗਦਾ ਦੇਈ ਜਾਓ ਤੇ ਮਨ ਰੱਜ ਜਾਏਗਾ, ਫਿਰ ਇਹ ਪਦਾਰਥਾਂ ਵੱਲੋਂ ਮੋਹ ਤੋੜ ਲਵੇਗਾ ਤੇ ਰੱਬ ਦੇ ਨਾਲ ਮਿਲ ਜਾਏਗਾ। ਇਹ ਸਾਧਨ ਹੋਰ ਖਤਰਨਾਕ ਹੈ। ਇਹ ਤੇ ਇੰਜ ਹੈ ਜਿਵੇਂ ਲੱਕੜਾਂ ਨੂੰ ਅੱਗ ਲੱਗ ਜਾਏ ਨਾ ਕਿਤੇ ਘਰ ਨੂੰ, ਤੇ ਲੋਕ ਆਣ ਕੇ ਸਲਾਹ ਦੇਣ ਵੀ ਇੰਜ ਕਰੋ, ਇਸ ਅੱਗ ਦੇ ਵਿੱਚ ਨਾ ਬਾਲਣ ਪਾਈ ਜਾਓ, ਹੋਰ ਬਾਲਣ ਸੁੱਟੋ, ਇਹਦੇ ਤੇ ਪੈਟਰੋਲ ਪਾਓ, ਮਿੱਟੀ ਦਾ ਤੇਲ ਪਾਓ, ਲੱਕੜਾਂ ਸੁੱਟੋ, ਘਾਸ ਫੂਸ ਸੁੱਟੋ। ਅੱਗ ਬਲ ਕੇ ਬਾਲਣ ਨੂੰ ਬਾਲ ਕੇ ਥੱਕ ਜਾਏਗੀ ਤੇ ਆਪੇ ਬੁੱਝ ਜਾਏਗੀ। ਬਾਲਣ ਬਾਲ ਕੇ ਰੱਜ ਜਾਏਗੀ ਤੇ ਫਿਰ ਆਪੇ ਬੁੱਝ ਜਾਏਗੀ। ਕੀ ਅੱਗ ਬੁੱਝੇਗੀ ਬਾਲਣ ਪਾਏ ਹਾਂ? ਭਾਂਬੜ ਹੋਰ ਮੱਚਣਗੇ। ਤਾਂ ਇਹ ਸਾਧਨ ਕਿ ਪਹਿਲਾਂ ਵਿਕਾਰ ਕਮਾ ਕੇ ਇੰਨੇ ਵਿਕਾਰ ਕਮਾ ਲਓ ਕਿ ਮਨ ਵਿਕਾਰ ਕਮਾ ਕੇ ਰੱਜ ਜਾਏਗਾ ਤੇ ਆਪੇ ਛੱਡ ਜਾਏਗਾ। ਕਿੰਨੇ ਕੁ ਲੋਕ ਵੇਖੇ ਨੇ ਵੀ ਜਿਹੜੇ ਵਿਕਾਰ ਕਮਾ ਕੇ ਰੱਜ ਗਏ ਤੇ ਉਹ ਬ੍ਰਹਮ ਗਿਆਨੀ ਹੋ ਗਏ, ਝੂਠ ਬੋਲ ਕੇ ਬੰਦਾ ਰੱਜਦਾ ਹੈ, ਲੋਭ ਦੇ ਨਾਲ ਰੱਜਦਾ ਹੈ, ਤ੍ਰਿਸ਼ਨਾ ਦੇ ਨਾਲ ਰੱਜਦਾ ਹੈ। ਅਸ਼ੋਕ ਵਰਗੇ ਰੱਜੇ, ਕਿ ਔਰੰਗਜ਼ੇਬ ਵਰਗੇ ਰੱਜੇ, ਆਪਣੇ ਪਿਓ ਨੂੰ ਵੀ ਕੈਦ ਕੀਤਾ, ਭਰਾਵਾਂ ਨੂੰ ਵੀ ਮਾਰਿਆ, ਹਿਟਲਰ ਵਰਗੇ ਰੱਜੇ, ਕਾਰੂਨ ਬਾਦਸ਼ਾਹ ਵਰਗੇ ਰੱਜੇ। ਤਾਂ ਇਹ ਬੜਾ ਖਤਰਨਾਕ ਸਾਧਨ ਹੈ ਕਿ ਪਹਿਲਾਂ ਤੁਸੀਂ ਵਿਕਾਰ ਕਮਾਈ ਜਾਓ ਤੇ ਮਨ ਰੱਜ ਜਾਏ, ਕਦੇ ਨਹੀਂ ਰੱਜਦਾ। ਭੁੱਖਿਆਂ ਦਾ ਮਤਲਬ ਤ੍ਰਿਸ਼ਨਾ ਦੇ ਅਧੀਨ ਰਿਹਾ, ਤ੍ਰਿਸ਼ਨਾ ਦੇ ਅਧੀਨ ਰਿਹਾ। ਭੁੱਖ ਨਾ ਉਤਰੀ ਕਦੇ ਮਨ ਦੀ ਭੁੱਖ ਨਹੀਂ ਉਤਰਦੀ ਜੇ ਬੰਨਾ ਪੁਰੀਆਂ ਭਾਰ। ਚਾਹੇ ਜਿੰਨੇ ਮਰਜ਼ੀ ਮੇਰੇ ਕੋਲ ਪੁਰੀਆਂ ਦੇ ਪੁਰੀਆਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਮੈਂ ਪੰਡਾਂ ਦੀਆਂ ਪੰਡਾਂ ਬੰਨ ਲਵਾਂ। ਮੈਂ ਕਈ ਵਾਰ ਵੇਖਣਾ ਘਰਾਂ ਵਿੱਚ ਬੀਬੀਆਂ ਭੈਣਾਂ ਨੂੰ, ਬੰਦਿਆਂ ਦਾ ਵੀ ਇਹ ਹਾਲ ਹੈ, ਮੈਂ ਕੱਲੀਆਂ ਬੀਬੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਤੇ ਭੈਣਾਂ ਹੀ ਨਾਰਾਜ਼ ਹੋ ਜਾਣ। ਵੇਖਣਾ ਭੈਣਾਂ ਨੂੰ ਜਦੋਂ ਗੱਲਾਂ ਕਰਦੀਆਂ ਨੇ, ਆਹ ਹੈ ਮੇਰੇ ਕੋਲ ਤੇ ਕੱਪੜਾ ਕੋਈ ਨਹੀਂ ਪਾਉਣ ਲਈ, ਵਿਆਹ ਤੇ ਜਾਣਾ ਕੀ ਪਾਵਾਂ, ਪਾਉਣ ਲਈ ਕੱਪੜਾ ਕੋਈ ਨਹੀਂ। ਤੇ ਜਦੋਂ ਅਲਮਾਰੀ ਖੋਲਦੀਆਂ ਨੇ ਕੱਪੜੇ ਇੰਨੇ ਡਿੱਗਦੇ ਨੇ, ਫਿਰ ਪਤਾ ਨਹੀਂ ਲੱਗਦਾ ਪਿਆ ਵੀ ਹੁਣ ਪਾਵਾਂ ਕੀ। ਇਹੀ ਹਾਲ ਹੁੰਦਾ ਨਾ ਬੰਦਿਆਂ ਦਾ ਵੀ, ਬੀਬੀਆਂ ਦਾ ਵੀ ਇਹੀ ਹਾਲ। ਅਸੀਂ ਖਾ ਕੇ ਵੇਟ ਵਧਾ ਲੈਂਦੇ ਹਾਂ। ਸਾਡੀ ਨਾ ਕਮਿਊਨਿਟੀ ਦੀ, ਆਮ ਲੋਕਾਂ ਦੀ ਇਹ ਪ੍ਰੋਬਲਮ ਹੈ, ਖਾ ਕੇ ਅਸੀਂ ਵੇਟ ਵਧਾ ਲੈਂਦੇ ਹਾਂ। ਤੇ ਫਿਰ ਵੇਟ ਘਟਾਉਣ ਵਾਸਤੇ ਫਿਰ ਡਾਕਟਰ ਤੋਂ ਪੁੱਛੀਦਾ, ਡਾਕਟਰ ਜੀ ਕੀ ਖਾਈਏ ਜਿਹਦੇ ਨਾਲ ਵੇਟ ਘਟੇ? ਫਿਰ ਵੀ ਖਾਣ ਵਾਸਤੇ ਪੁੱਛਦੇ ਆ, ਇਹ ਨਹੀਂ ਵੀ ਕੀ ਛੱਡੀਏ। ਖਾ ਕੇ ਵੇਟ ਵਧਾ ਲਿਆ ਤੇ ਡਾਕਟਰ ਜੀ ਹੁਣ ਕੀ ਖਾਈਏ ਵੀ ਜਿਹਦੇ ਨਾਲ ਯਾਰ ਵੇਟ ਘਟੇ? ਤਾਂ ਤ੍ਰਿਸ਼ਨਾ ਦੇ ਅਧੀਨ ਰਿਹਾ ਕਦੇ ਵੀ ਮਨ ਦੀ ਭੁੱਖ ਨਹੀਂ ਉਤਰਦੀ ਜਿੰਨੇ ਮਰਜ਼ੀ। ਇਸ ਲਈ ਸੰਤੋਖ ਚਾਹੀਦਾ ਹੈ ਮਨ ਵਿੱਚ ਨਾ, ਤਾਂ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜ। ਸੰਤੋਖ ਚਾਹੀਦਾ ਜ਼ਿੰਦਗੀ 'ਚ। ਜੇ ਸੰਤੋਖ ਨਹੀਂ ਤਾਂ ਦੇਖੋ, ਬੇਸ਼ੱਕ ਹਰਨਾਕਸ਼ ਦੀ ਇੱਕ ਮਿਥਿਆ ਹੀ ਹੈ, ਮਿਥਕ ਹੈ, ਸੱਚ ਨਹੀਂ, ਇੱਕ ਕਹਾਣੀ ਹੈ। ਹੁਣ ਉਹਨੇ ਵਰ ਤੇ ਲੈ ਲਿਆ ਕਿ ਮੈਂ ਦਿਨੇ ਨਾ ਮਰਾਂ ਰਾਤ ਨਾ ਮਰਾਂ, ਇੱਕ ਕਹਾਣੀ ਹੈ, ਸਿਰਫ ਮਿਥ ਹੈ, ਮਿਥ। ਲੇਕਿਨ ਫਿਰ ਕਿਹੜਾ ਉਹ ਰੱਜ ਗਿਆ, ਹੁਣ ਰੱਬ ਦੇ ਉੱਤੇ ਹਮਲਾ ਬੋਲਣਾ ਚਾਹੁੰਦਾ ਵੀ ਮੈਂ ਰੱਬ ਨੂੰ ਵੀ ਆਪਣੇ ਅੰਦਰ ਕਰਨਾ। ਦੁਨੀਆ ਨੂੰ ਜਿੱਤ ਕੇ ਫਿਰ ਕਿਹੜਾ ਬੰਦੇ ਨੇ ਰੱਜ ਜਾਣਾ।
नहीं रजना। इसलिए संतोख चाहिदा है। बिना संतोख तो मन ਨੂੰ शांति नहीं आउंदी, जिन्ने मर्जी पदार्थ रही जान। अगला बचन करते ने सहस सियाणपा, इत्थे बिंदी लगावांगे। लख होहे, होहे ते बिंदी लगावांगे ਤਾਂ ਇੱਕ ਨਾ ਚੱਲੇ ਨਾਲ। ਹੁਣ ਜਦੋਂ ਵੀ ਗੁਰਬਾਣੀ ਦੇ ਅੰਦਰ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਲੱਗੀ ਹੋਵੇ, ਧਿਆਨ ਰੱਖਿਓ, ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਲੱਗੀ ਹੋਏ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ ਤੇ ਉਸ ਦਾ ਉਚਾਰਨ ਨਾਸਕੀ ਹੋਏਗਾ, ਬਿੰਦੀ ਸਹਿਤ ਹੋਣਾ। ਜਿਵੇਂ ਜਾਣਾ, ਖਾਣਾ, ਪੀਣਾ, ਜੰਮਣਾ, ਮਰਨਾ, ਸੌਣਾ, ਲੈਣਾ, ਦੇਣਾ, ਚੜਨਾ, ਉਤਰਨਾ, ਭਜਣਾ, ਇਹ ਸਭ ਕਿਰਿਆਵਾਂ ਨੇ। ਤੇ ਜਾਹੇ, ਖਾਹੇ, ਪਾਹੇ ਇਹਨਾਂ ਨੂੰ ਪੜਾਂਗੇ ਜਾਹੇ, ਖਾਹੇ, ਪਾਹੇ, ਲੇਵਹਿ, ਦੇਵਹਿ, ਜੰਮਹਿ, ਮਰਹਿ, ਕਿਉਂਕਿ ਇਹ ਬਹੁਵਚਨੀ ਸ਼ਬਦ ਹੈ। ਸਿਆਣਪ ਇੱਕ ਵਚਨੀ ਸ਼ਬਦ ਹੈ, ਸਿੰਗੂਲਰ। ਤੇ ਜਦੋਂ ਕਿਸੇ ਸਿੰਗੂਲਰ ਨਾਉਨ ਨੂੰ ਪਲੂਰਲ ਬਣਾਇਆ ਜਾਂਦਾ ਹੈ ਕੰਨਾ ਲਗਾ ਕੇ, ਤਾਂ ਉੱਥੇ ਬਿੰਦੀ ਲਗਾਈ ਜਾਂਦੀ ਹੈ। ਸਿਆਣਪ ਇੱਕ ਵਚਨੀ ਸ਼ਬਦ ਹੈ, ਕੰਨਾ ਲਗਾ ਕੇ ਇਹਨੂੰ ਬਹੁਵਚਨੀ ਬਣਾਇਆ ਹੈ, ਇਸ ਲਈ ਬਿੰਦੀ ਲਗਾ ਕੇ ਪੜਾਂਗੇ ਸਿਆਣਪਾਂ। ਸਹਿਸ ਦਾ ਮਤਲਬ ਹਜ਼ਾਰਾਂ, ਸਹਿਸ ਸਿਆਣਪਾਂ। ਲੱਖ ਹੋਹੇ, ਹਜ਼ਾਰਾਂ ਸਿਆਣਪਾਂ ਹੋਣ, ਲੱਖਾਂ ਸਿਆਣਪਾਂ ਹੋਣ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਾਡੇ ਨਾਲ ਨਹੀਂ ਚੱਲਦੀ, ਮਨ ਦੀ ਸ਼ਾਂਤੀ ਨਹੀਂ ਦਿੰਦੀ, ਆਤਮਿਕ ਜੀਵਨ ਨਹੀਂ ਦਿੰਦੀ। ਹੁਣ ਇੱਥੇ ਸਿਆਣਪ ਦਾ ਮਤਲਬ ਚਤੁਰਾਈਆਂ ਨੇ। ਇੱਥੇ ਸਿਆਣਪ ਦਾ ਅਰਥ ਹੈ ਚਤੁਰਾਈਆਂ। ਲੱਖਾਂ ਤੁਸੀਂ ਫਿਲੋਸਫਰ ਬਣ ਜਾਓ, ਲੱਖਾਂ ਗਿਆਨ ਇਕੱਠੇ ਕਰ ਲਓ, ਚਲਾਕੀਆਂ ਕਰੋ, ਚਲਾਕੀਆਂ ਦੇ ਨਾਲ ਕਦੇ ਸਿਆਣਪ ਸ਼ਾਂਤੀ ਨਹੀਂ ਮਿਲਦੀ। ਚਲਾਕੀਆਂ ਦੇ ਨਾਲ ਕਦੇ ਮਾਨਵਤਾ, ਇਨਸਾਨੀਅਤ ਪੈਦਾ ਨਹੀਂ ਹੁੰਦੀ। ਚਲਾਕੀਆਂ ਦੇ ਨਾਲ ਕਦੇ ਰੱਬ ਦੇ ਵਿੱਚ ਅਭੇਦ ਨਹੀਂ ਹੋਇਆ ਜਾ ਸਕਦਾ। ਕਿਉਂਕਿ ਜਿਹੜਾ ਚਲਾਕ ਬੰਦਾ ਹੈ ਨਾ, ਉਹਦੀ ਪ੍ਰੋਬਲਮ ਇਹ ਹੈ ਕਿ ਉਹ ਕਥਨੀ ਔਰ ਕਰਨੀ ਦਾ ਪੂਰਾ ਨਹੀਂ। ਉਹਦੇ ਮਨ ਵਿੱਚ ਕੁਝ ਹੋਰ ਹੈ ਔਰ ਕਰਮ ਉਹਦੇ ਕੁਝ ਹੋਰ ਨੇ। ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਤੇ ਜਿਹਦੇ ਅੰਦਰ ਕੁਝ ਹੋਰ ਹੋਵੇ, ਬਾਹਰ ਕੁਝ ਹੋਰ ਹੋਵੇ, ਉਹਦੀਆਂ ਚਲਾਕੀਆਂ ਆਖਿਰ ਪ੍ਰਗਟ ਹੋ ਜਾਣਗੀਆਂ। ਔਰ ਐਸੀਆਂ ਚਲਾਕੀਆਂ ਘਰਾਂ ਵਿੱਚ, ਰਿਸ਼ਤਿਆਂ ਵਿੱਚ, ਮਿੱਤਰਤਾ ਵਿੱਚ, ਸਮਾਜ ਵਿੱਚ, ਰਾਜਨੀਤੀ ਵਿੱਚ, ਵਪਾਰ ਦੇ ਅੰਦਰ ਪ੍ਰਗਟ ਹੁੰਦੀਆਂ ਰਹਿੰਦੀਆਂ। ਕਈ ਲੋਕ ਭੋਲੇ ਭਾਲੇ ਲੋਕਾਂ ਨੂੰ ਲੁੱਟ ਲਟਾ ਕੇ ਲੈ ਜਾਂਦੇ ਨੇ। ਦੋ ਮਿੱਤਰਾਂ ਨੇ ਵਪਾਰ ਕੀਤਾ ਤੇ ਕੁਝ ਸਮੇਂ ਬਾਅਦ ਇੱਕ ਵਿਚਾਰਾ ਰੋਂਦਾ ਰਹਿ ਜਾਂਦਾ, ਯਾਰ ਬੰਦਾ ਧੋਖਾ ਦੇ ਗਿਆ, ਸਾਰਾ ਕੁਝ ਹੀ ਲੈ ਗਿਆ, ਲੁੱਟ ਲੈ ਜਾਂਦਾ ਨਾ। ਚਲਾਕੀਆਂ ਉੱਤੋਂ ਕਿਸੇ ਨੂੰ ਭਰਾ ਕਹਿਣਾ, ਲੇਕਿਨ ਥੱਲਿਓਂ ਦਾਤਰੀ ਮਾਰਨੀ। ਤਾਂ ਐਵੇਂ ਇਨਸਾਨੀਅਤ ਨਹੀਂ ਪੈਦਾ ਹੁੰਦੀ। ਐਵੇਂ ਸਾਡੀ ਜ਼ਿੰਦਗੀ ਦੇ ਅੰਦਰ ਕਦੇ ਵੀ ਸ਼ੁਭ ਗੁਣ ਨਹੀਂ ਆਉਂਦੇ। ਐਵੇਂ ਕਦੇ ਵੀ ਸਾਡੀ ਜ਼ਿੰਦਗੀ ਵਿੱਚ ਆਤਮਿਕ ਜੀਵਨ, ਆਤਮਿਕ ਖੇੜਾ ਪੈਦਾ ਨਹੀਂ ਹੁੰਦਾ। ਸਹਿ ਸਿਆਣਪਾਂ ਲੱਖ ਹੋਏ, ਇੱਥੇ ਸਿਆਣਪਾਂ ਦਾ ਅਰਥ ਹੈ ਚਤੁਰਾਈਆਂ। ਹਜ਼ਾਰਾਂ ਕਿਸਮ ਦਾ ਗਿਆਨ ਇਕੱਠਾ ਕਰ ਲਓ, ਪਰ ਜੇ ਉਸ ਗਿਆਨ ਦਾ ਸਹੀ ਯੂਜ ਨਹੀਂ ਕਰਦੇ, ਸਹੀ ਵਰਤੋਂ ਨਹੀਂ ਕਰਦੇ, ਤਾਂ ਤੁਹਾਡਾ ਗਿਆਨ ਵੀ ਬੇਕਾਰ ਹੈ। ਗਿਆਨ ਦੇ ਨਾਲ ਲੋਕੀ ਦੂਜਿਆਂ ਨੂੰ ਲੁੱਟ ਰਹੇ ਨੇ, ਗਿਆਨ ਤੇ ਲੁੱਟਣ ਵਾਲਿਆਂ ਕੋਲ ਵੀ ਹੈ। ਤਾਂ ਇਹ ਚਤੁਰਾਈਆਂ, ਇਹ ਚਲਾਕੀਆਂ ਅੰਦਰੋਂ ਹੋਰ ਤੇ ਬਾਹਰੋਂ ਹੋਰ, ਇਹਨਾਂ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ। ਅਖੰਡ ਪਾਠ ਕਰਾਇਆ, ਸਹਿਜ ਪਾਠ ਕਰਾਇਆ, ਭਾਈ ਜੀ ਪਾਠ ਕਰ ਰਹੇ ਨੇ ਤੇ ਘਰ ਵਾਲੇ ਧੂਪ ਬੱਤੀ ਦਿਖਾਏ ਨੇ, ਧੂਫ ਨਹੀਂ ਬੁੱਝਣ ਦੇਣੀ 48 ਘੰਟੇ। ਭਾਈ ਬੇਸ਼ੱਕ ਐਲਰਜੀ ਦੇ ਨਾਲ ਮਰ ਜਾਏ, ਉਹਦਾ ਗਲਾ ਬਹਿ ਜਾਏ, ਉਹਨੂੰ ਨਿਛਾਂ ਆਉਣ, ਸਾਹ ਆਵੇ ਭਾਵੇਂ ਨਾ ਆਵੇ, ਪਰ ਘਰਦਿਆਂ ਨੇ ਦੇ ਧੂਫ ਤੇ ਧੂਫ, ਧੂਫਾਂ ਦਿਖਾਈ ਜਾਣੀਆਂ ਨੇ, ਬਾਣੀ ਨਹੀਂ ਸੁਣਨੀ। ਚਲਾਕੀਆਂ ਕਰੀ ਜਾਣੀਆਂ ਨੇ, ਭਾਈਆਂ ਨੂੰ ਜਿਹੜੀਆਂ ਨੇ ਉਹ ਅਕਲਾਂ ਦੇ ਜਾਣੀਆਂ ਨੇ। ਜੋਤ ਦੇ ਵਿੱਚ ਮਜਾਲ ਹੈ ਕਿ ਉਹ ਘਟਣ ਦੇਣ। ਜੋਤ ਜਗਦੀ ਰਹਿਣੀ ਚਾਹੀਦੀ ਹੈ। ਜੋਤ ਬੁੱਝ ਗਈ ਤੇ ਕੰਮ ਖਰਾਬ ਹੋ ਜਾਣਾ, ਭੁਚਾਲ ਆ ਜਾਏਗਾ ਜੇ ਜੋਤ ਬੁੱਝ ਗਈ। ਪਰ ਬਾਣੀ ਨਹੀਂ ਸੁਣਨੀ, ਅੰਦਰਲੀ ਜੋਤ ਨਹੀਂ ਜਗਾਣੀ। ਇਹਨਾਂ ਚਲਾਕੀਆਂ ਨਾਲ, ਐਸੀਆਂ ਚਤੁਰਾਈਆਂ ਨਾਲ। ਪਾਠ ਤੇ ਕਰ ਰਿਹਾ ਲੇਕਿਨ ਝੂਠ ਬੋਲ ਰਿਹਾ। ਹੁਣ ਮੈਂ ਹਾਂ, ਮੈਂ ਕਥਾ ਤੇ ਕਰ ਰਿਹਾ, ਤੁਹਾਡੇ ਨਾਲ ਵਿਚਾਰ ਸਾਂਝੇ ਕਰਦਿਆਂ, ਬਾਣੀ ਪੜ੍ਹਦਾ, ਅਖੰਡ ਪਾਠਾਂ ਤੇ ਸਹਿਜ ਪਾਠਾਂ ਤੇ ਡਿਊਟੀਆਂ ਲਾਵਾਂ, ਤੇ ਪਾਠ ਦੀ ਡਿਊਟੀ ਤੋਂ ਉੱਠਦਿਆਂ ਸਾਰ ਹੀ ਝੂਠ ਬੋਲਣਾ ਸ਼ੁਰੂ ਕਰ ਦੇਵਾਂ, ਤਾਂ ਇਹ ਚਲਾਕੀ ਹੈ। ਗੁਰੂ ਜੀ ਕਹਿੰਦੇ ਨੇ ਪਾਠ ਪੜ੍ਹੇ ਮੁਖ ਝੂਠੋ ਬੋਲੇ, ਨਿਗੁਰੇ ਕੀ ਮਤੋ ਹੈ।
ਇਹ ਨਗੁਰਿਆਂ ਵਾਲੀ ਮੱਤ ਹੈ, ਪਾਠ ਵੀ ਪੜਨਾ ਤੇ ਝੂਠ ਵੀ ਬੋਲਣਾ। ਫਿਰ ਤੇ ਨਿਰਾ ਪੇਟ ਭਰਨ ਕੇ ਤਾਈ ਪਾਠ ਪੜੇਗਾ ਵਾਰੀ। ਕੇਵਲ ਪੇਟ ਭਰਨ ਵਾਸਤੇ, ਰੋਜੀ ਰੋਟੀ ਵਾਸਤੇ ਪਾਠ ਪੜ ਰਿਹਾ ਹੈ, ਆਤਮਿਕ ਸ਼ਾਂਤੀ ਵਾਸਤੇ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਜ਼ਾਰਾਂ ਲੱਖਾਂ ਚਲਾਕੀਆਂ ਵੀ ਤੈਨੂੰ ਮਨ ਦੀ ਸ਼ਾਂਤੀ ਨਹੀਂ ਦੇ ਸਕਦੀਆਂ। ਤਾਂ ਫਿਰ ਹੁਣ ਅਗਲਾ ਸਵਾਲ ਕਰ ਰਹੇ ਨੇ, ਇਹ ਚਾਰੇ ਸਾਧਨ ਫੇਲ ਹੋ ਗਏ। ਪਵਿੱਤਰਤਾ ਨਾਲ ਰੱਬ ਨਹੀਂ ਮਿਲਦਾ, ਬਾਹਰਲੀ ਨਾਲ ਸਮਾਧੀਆਂ ਲਾਉਣ ਨਾਲ ਰੱਬ ਨਹੀਂ ਮਿਲਦਾ, ਤ੍ਰਿਸ਼ਨਾ ਦੇ ਅਧੀਨ ਰਿਹਾ ਬਹੁਤ ਸਾਰੇ ਪਦਾਰਥ ਇਕੱਠਿਆਂ ਕੀਤਿਆਂ ਰੱਬ ਨਹੀਂ ਮਿਲਦਾ, ਚਲਾਕੀਆਂ ਨਾਲ ਰੱਬ ਨਹੀਂ ਮਿਲਦਾ, ਸਚਿਆਰ ਨਹੀਂ ਹੋਇਆ ਜਾਂਦਾ, ਕੂੜ ਦੀਆਂ ਦੀਵਾਰਾਂ ਨਹੀਂ ਟੁੱਟਦੀਆਂ। ਤਾਂ ਹੁਣ ਗੁਰੂ ਜੀ ਸਵਾਲ ਕਰ ਰਹੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਫਿਰ ਸਚਿਆਰ ਕਿਵੇਂ ਹੋਈ ਹੈ। ਕਿਵ ਦਾ ਮਤਲਬ ਕਿਵੇਂ, ਕੂੜੇ ਦਾ ਮਤਲਬ ਕੂੜ ਦੀ, ਪਾਲ ਦਾ ਮਤਲਬ ਦੀਵਾਰ, ਝੂਠ ਦੀ ਦੀਵਾਰ ਕਿਵੇਂ ਟੁੱਟੇ, ਕਿਵੇਂ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਵੀਏ, ਕਿਵੇਂ ਜੋ ਮੇਰੇ ਤੁਹਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ ਖਤਮ ਹੋ ਜਾਣ। ਮੈਂ ਆਪਣੇ ਬੱਚਿਆਂ ਨਾਲ ਹੋਰ ਵਿਹਾਰ ਕਰਨਾ, ਤੁਹਾਡੇ ਬੱਚਿਆਂ ਨਾਲ ਹੋਰ ਵਿਹਾਰ ਕਰਨਾ, ਇਹ ਕਿਵੇਂ ਖਤਮ ਹੋਵੇ। ਠੱਗੀਆਂ ਠੋਰੀਆਂ ਕਿਵੇਂ ਖਤਮ ਹੋਣ, ਤੀਰਥਾਂ ਤੇ ਜਾ ਕੇ ਵੀ ਨਹਾਉਣ ਤੋਂ ਬਾਅਦ ਵੀ ਬੇਈਮਾਨੀਆਂ ਕਰਨੀਆਂ ਕਿਵੇਂ ਖਤਮ ਹੋਣ, ਰੱਬ ਦੇ ਔਰ ਸਾਡੇ ਅੰਦਰ ਪਈ ਵਿੱਥ ਕਿਵੇਂ ਮਿਟੇ। ਰੱਬ ਸਚਿਆਰ ਹੈ, ਤੂੰ ਕਰਤਾ ਸਚਿਆਰ, ਮਹਿੰਦਾ ਸਾਈਂ ਸਚਿਆਰ ਸਚਿਆਲੇ ਤੋਂ ਬਣਿਆ, ਸੱਚ ਦਾ ਘਰ, ਰੱਬ ਸੱਚ ਦਾ ਘਰ ਹੈ, ਸੱਚ ਦਾ ਖਜ਼ਾਨਾ ਹੈ, ਤੇ ਅਸੀਂ ਵੀ ਸੱਚ ਦਾ ਘਰ ਬਣਨਾ ਹੈ। ਸਾਡੀ ਮਾਨਸਿਕਤਾ, ਸਾਡੀ ਸੋਚ ਬਿਲਕੁਲ ਸੱਚੀ, ਮਨ ਵਚਨ ਔਰ ਕਰਮ ਕਰਕੇ ਸੱਚੇ ਕਿਵੇਂ ਹੋਈਏ। ਇਹ ਦੁਨੀਆ ਦੇ ਅੰਦਰ ਝੂਠ ਦੀਆਂ ਦੀਵਾਰਾਂ ਕਿਵੇਂ ਟੁੱਟਣ, ਇਹ ਚਾਰ ਸਾਧਨ ਤੇ ਫੇਲ ਨੇ। ਤਾਂ ਹੁਣ ਗੁਰੂ ਜੀ ਉਹਦਾ ਉੱਤਰ ਦੇ ਰਹੇ ਨੇ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਥੇ ਰਜਾਈ ਨਹੀਂ ਪੜਨਾ, ਰਜਾਈ ਹੁੰਦੀ ਹੈ ਤਲਾਈ ਰਜਾਈ ਜੋ ਉੱਤੇ ਲੈਣ ਵਾਲੀ ਹੁੰਦੀ ਹੈ, ਇੱਥੇ ਜੱਜੇ ਦੇ ਪੈਰ ਥੱਲੇ ਬਿੰਦੀ ਲਾਣੀ ਹੈ। ਫਾਰਸੀ ਦਾ ਸ਼ਬਦ ਹੈ ਰਜ਼ਾਈ, ਰਜ਼ਾ। ਹੁਕਮ ਦੇ ਮੰਮੇ ਨਾਲ ਸਿਹਾਰੀ ਲੱਗੀ ਹੈ, ਇਹਦਾ ਮਤਲਬ ਹੁਕਮ ਵਿੱਚ। ਜੇ ਹੁਕਮ ਦੇ ਮੰਮੇ ਥੱਲੇ ਔਂਕੜ ਹੁੰਦਾ ਤਾਂ ਇਹ ਸਿੰਗੂਲਰ ਸ਼ਬਦ ਹੋਣਾ ਸੀ, ਪਰ ਇੱਥੇ ਹੁਕਮ ਦੇ ਮੰਮੇ ਨਾਲ ਸਿਹਾਰੀ, ਇਹਦਾ ਮਤਲਬ ਹੁਕਮ ਵਿੱਚ। ਰਜ਼ਾਈ ਦਾ ਮਤਲਬ ਜੋ ਰਜ਼ਾ ਦਾ ਮਾਲਕ ਹੈ, ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਤੁਰਨਾ, ਇਹ ਸਚਿਆਰ ਹੋਣ ਦਾ ਸਾਧਨ। ਨਾਨਕ, ਇੱਥੇ ਰੁਕ ਜਾਣਾ, ਇਹ ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜੋ ਸਾਡੇ ਨਾਲ ਹੀ ਲਿਖਿਆ ਹੋਇਆ ਹੈ। ਹੁਣ ਇਸ ਲਿਖਿਆ ਨਾਲ ਦਾ ਮਤਲਬ ਇਹ ਨਹੀਂ ਕਿ ਮੱਥੇ ਤੇ ਲੇਖ ਲਿਖੇ ਨੇ। ਕਈ ਵਾਰੀ ਅਸੀਂ ਕਿਸੇ ਦਾ ਅੰਤਮ ਸੰਸਕਾਰ ਕਰਨ ਜਾਈਏ ਨਾ ਇੰਡੀਆ ਵਿੱਚ, ਤੇ ਜਿੱਦਣ ਲੋਕ ਅਸਥੀਆਂ ਚੁੱਕਦੇ ਨੇ ਉਦੋਂ ਮੱਥਾ ਚੁੱਕ ਚੁੱਕ ਕੇ ਵੇਖਦੇ ਨੇ ਸਾਡੇ ਬਾਪੂ ਦੇ ਮੱਥੇ ਦੇ ਉੱਤੇ ਕੁਛ ਲਿਖਿਆ ਸੀ, 2-3 ਅੱਖਰ, ਤੇ ਲਿਖਿਆ ਸੀ ਤੇ ਪੜ੍ਹਿਆ ਕਿਉਂ ਨਹੀਂ। ਵੀ ਤੁਹਾਡਾ ਬਾਪੂ ਤੇ ਦਾਨਵੇ ਨਾਲ ਤੁਹਾਡੇ ਗੋਡੇ ਭੰਨਦਾ ਹੁੰਦਾ ਸੀ ਤੇ ਉਹਦੇ ਮੱਥੇ ਤੇ ਗੋਡੇ ਭੰਨਣੇ ਲਿਖਿਆ ਸੀ। ਇੱਕ ਨਿੱਕਾ ਜਿਹਾ ਬੱਚਾ ਸੀ, ਕਹਿੰਦਾ ਪਾਪਾ ਤੁਸੀਂ ਮੈਨੂੰ ਬੜਾ ਕੁੱਟਦੇ ਹੋ, ਕਹਿੰਦਾ ਤੂੰ ਸ਼ਰਾਰਤਾਂ ਕਰਨਾ। ਤਾਂ ਕਹਿੰਦਾ ਤੁਹਾਡਾ ਪਾਪਾ ਵੀ ਤੁਹਾਨੂੰ ਕੁੱਟਦਾ ਸੀ, ਕਹਿੰਦਾ ਹਾਂ। ਤੇ ਕਹਿੰਦਾ ਦਾਦੇ ਦਾ ਪਾਪਾ ਵੀ ਕੁੱਟਦਾ ਸੀ, ਕਹਿੰਦਾ ਹਾਂ। ਤੇ ਕਹਿੰਦਾ ਬਾਪੂ ਫਿਰ ਇਹ ਖਾਨਦਾਨੀ ਬਦਮਾਸ਼ੀ ਕਦੋਂ ਤੱਕ ਚੱਲੇਗੀ, ਛੱਡਦੇ ਹੋਏ। ਤਾਂ ਲਿਖਿਆ ਨਾਲ ਦਾ ਮਤਲਬ ਮੱਥੇ ਤੇ ਨਹੀਂ, ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਕਾਇਨਾਤ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਹ ਨੇਮ ਚੱਲਿਆ ਹੁੰਦਾ ਹੈ। ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਇਹ ਨੇਮ ਚੱਲਿਆ ਆਉਂਦਾ ਕਿ ਹੁਕਮ ਦੇ ਅੰਦਰ ਤੁਰਨਾ ਹੈ। ਹੁਕਮ, ਰਜ਼ਾ, ਭਾਣਾ, ਲੇਖ, ਇਹਨਾਂ ਸਾਰਿਆਂ ਦਾ ਇੱਕ ਮੀਨਿੰਗ ਹੈ ਸਿਸਟਮ, ਲਾ ਆਫ ਨੇਚਰ, ਕੁਦਰਤ ਦੇ ਨਿਯਮ, ਨਿਯਮਾਵਲੀ। ਉਸ ਨਿਯਮ ਦੇ ਅੰਦਰ ਚੱਲੀਏ ਤਾਂ ਬੰਦਾ ਸਚਿਆਰ ਹੋ ਸਕਦਾ ਹੈ, ਤਾਂ ਕੂੜ ਦੀਆਂ ਦੀਵਾਰਾਂ ਟੁੱਟ ਸਕਦੀਆਂ ਨੇ, ਤਾਂ ਮੇਰ ਤੇਰ ਦੇ ਵਿਤਕਰੇ ਮਿਟ ਸਕਦੇ ਨੇ, ਤਾਂ ਬੰਦਾ ਸਚਿਆਰ ਹੋ ਸਕਦਾ ਹੈ। ਰੱਬੀ ਹੁਕਮ ਦੇ ਅੰਦਰ ਤੁਰਿਆ ਜਾਏ, ਯਾਨੀ ਮਨ, ਬਚਨ ਔਰ ਕਰਮ ਕਰਕੇ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਗੁਣ ਨੇ ਉਹਨਾਂ ਨੂੰ ਅਪਣਾ ਲਿਆ ਜਾਏ, ਜਿਨ੍ਹਾਂ ਦੇ ਵਿੱਚ ਕਾਇਨਾਤ ਚੱਲ ਰਹੀ ਹੈ। ਰੱਬ ਨਿਰਵੈਰ ਹੈ ਤਾਂ ਤੁਸੀਂ ਵੀ ਨਿਰਵੈਰ ਹੋਵੋ, ਰੱਬ ਨਿਰਭਉ ਹੈ ਤਾਂ ਨਿਰਭਉ ਹੋਵੋ, ਜਿਵੇਂ ਆਪਾਂ ਕੱਲ ਵਿਚਾਰ ਕੀਤੀ ਸੀ। ਤਾਂ ਨਾਨਕ
ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੈ ਨਾਨਕ ਜੋ ਹੁਕਮ ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਇਹ ਸਿਸਟਮ ਚੱਲਿਆ ਆਉਂਦਾ ਹੈ ਕਿ ਹੁਕਮ ਦੇ ਅੰਦਰ ਚੱਲਿਆ ਹੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਆਉਂਦੀ ਹੈ। ਹੁਕਮ ਦਾ ਮਤਲਬ ਰਜ਼ਾ, ਸਿਸਟਮ, ਮਰਿਆਦਾ। ਤਾਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਮਨ, ਬਚਨ ਔਰ ਕਰਮ ਕਰਕੇ ਅਸੀਂ ਸੱਚੇ ਹੋਣਾ ਹੈ, ਫਿਰ ਜੀਵਨ ਦੇ ਅੰਦਰ ਬਾਤ ਬਣੇਗੀ। ਇਸ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਜੋ ਇਹ 4 ਸਾਧਨ ਨੇ, ਕੇਵਲ ਬਾਹਰਲੀ ਪਵਿੱਤਰਤਾ, ਤੀਰਥ ਇਸ਼ਨਾਨ, ਸਮਾਧੀਆਂ ਲਾਣੀਆਂ, ਕ੍ਰਿਸ਼ਨਾ ਦੇ ਅਧੀਨ ਰਿਆਂ ਕਦੇ ਵੀ ਸ਼ਾਂਤੀ ਨਹੀਂ ਹੁੰਦੀ, ਚਲਾਕੀਆਂ ਦੇ ਨਾਲ ਨਹੀਂ ਮਿਲਦੀ ਸ਼ਾਂਤੀ। ਇਹ ਚਾਰੇ ਚੀਜ਼ਾਂ ਬੇਕਾਰ ਔਰ ਵਿਅਰਥ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਨੂੰ ਰੱਦ ਕੀਤਾ ਹੈ ਤੇ ਇੱਕ ਹੀ ਸਾਧਨ ਦੱਸ ਰਹੇ ਨੇ, ਹੁਕਮ ਦੇ ਅੰਦਰ ਤੁਰਨਾ, ਰਜ਼ਾ ਔਰ ਭਾਣੇ ਦੇ ਅੰਦਰ ਰਹਿਣਾ। ਇਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਉਹ ਰਜ਼ਾ ਕੀ ਹੈ, ਭਾਣਾ ਕੀ ਹੈ, ਉਹਦੇ ਬਾਰੇ ਗੁਰੂ ਨਾਨਕ ਦੇਵ ਜੀ ਅਗਲੀ ਪੌੜੀ ਦੇ ਵਿੱਚ ਵਿਚਾਰ ਕਰ ਰਹੇ ਨੇ। ਉਹ ਆਪਾਂ ਕੱਲ ਨੂੰ ਕਰਾਂਗੇ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਜੋ ਅਸਾਂ ਅੱਜ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਅੰਦਰ ਹੀ ਆਪ ਜੀ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਕਰ ਸਕਦੇ ਹੋ, ਕਿਉਂਕਿ ਜੇ ਇਸ ਟੌਪਿਕ ਤੋਂ ਬਾਹਰ ਸਵਾਲ ਕਰੋਗੇ ਨਾ ਫਿਰ ਕੋਈ ਗੱਲ ਬਣੇਗੀ ਨਹੀਂ। ਇਸ ਲਈ ਇਸ ਜੋ ਵਿਚਾਰ ਅਸੀਂ ਰੋਜ਼ ਕਰਦੇ ਹਾਂ ਉਹਦੇ ਦਾਇਰੇ ਵਿੱਚ ਸਵਾਲ ਕਰੋ, ਫਿਰ ਬਾਣੀ ਦੀ ਸਮਝ ਵੀ ਆਏਗੀ ਔਰ ਜੋ ਸਾਡਾ ਟੌਪਿਕ ਹੈ ਪੂਰੇ ਦਾ ਪੂਰਾ ਉਹਦੀ ਵੀ ਸਾਨੂੰ ਸਮਝ ਆਏਗੀ ਔਰ ਅਸੀਂ ਕੁਛ ਆਨੰਦ ਵੀ ਮਾਣ ਸਕਾਂਗੇ। ਮੇਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਦਾ ਸਬੂਤ ਪਿਆਰ ਵਿੱਚ ਦਿਓ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਆਪ ਜੀ ਦਾ, ਤੇ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ। ਜਿਸ ਤਰ੍ਹਾਂ ਆਪ ਜੀ ਨੂੰ ਹਰ ਰੋਜ਼ ਅਸੀਂ ਸੰਬੋਧਨ ਹੁੰਦੇ ਆ ਕਿ ਇਸ ਵੇਲੇ ਕਥਾ ਤੋਂ ਬਾਅਦ ਤੁਸੀਂ ਕੋਈ ਵੀ ਸਵਾਲ ਗਿਆਨੀ ਜੀ ਨੂੰ ਅੱਜ ਦੇ ਟੌਪਿਕ ਦੇ ਬਾਰੇ ਪੁੱਛਣਾ ਹੋਵੇ ਤਾਂ ਤੁਸੀਂ ਅਨਮਿਊਟ ਹੋ ਜਾਓ। ਮੈਂ ਤੁਹਾਨੂੰ ਬੇਨਤੀ ਇਹ ਕਰਦਾ ਜੀ ਕਿ ਤੁਸੀਂ ਆਪਣੇ ਆਪ ਹੀ ਅਨਮਿਊਟ ਹੋ ਜਾਓ। ਮੈਂ ਕੱਲ ਵੀ ਇਹ ਕੀਤੀ ਸੀ ਕਿ ਇੱਕ ਇਹ ਨਵਾਂ ਐਪ ਸ਼ੁਰੂ ਹੋਇਆ ਜਿਹਦੇ ਵਿੱਚ ਮੈਂ ਤੁਹਾਨੂੰ ਅਨਮਿਊਟ ਨਹੀਂ ਕਰ ਸਕਦਾ ਤੇ ਤੁਸੀਂ ਆਪ ਹੀ ਅਨਮਿਊਟ ਹੋਣਾ, ਤੇ ਮੈਂ ਤੁਹਾਡੇ ਕੋਲ 1-2 ਮਿੰਟਾਂ ਦੇ ਵਿੱਚ ਵਾਪਸ ਆਉਣਾ ਆ ਤੇ ਤੁਸੀਂ ਅਨਮਿਊਟ ਹੋ ਕੇ ਵੇਟ ਕਰਿਓ ਜੀ। ਮੈਂ ਜਿੱਦਾਂ ਜਿੱਦਾਂ ਆਪਣੀ ਸਕਰੀਨ ਤੇ ਦੇਖੂੰਗਾ ਅਨਮਿਊਟ ਹੋਇਓ ਤੇ ਉਸ ਹਿਸਾਬ ਨਾਲ ਮੈਂ ਤੁਹਾਡੇ ਕੋਲ ਆ ਕੇ ਪੁੱਛੂੰਗਾ ਸਾਰੇ ਸਵਾਲ ਜੋ ਤੁਸੀਂ ਗਿਆਨੀ ਜੀ ਨੂੰ ਪੁੱਛਣੇ ਆ। ਮਿਹਰਬਾਨੀ ਜੀ। ਤੇ ਅੱਜ ਦੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਹ ਕਹੂੰਗਾ ਕਿ 3-4 ਫੇਸਿਸ ਨਵੇਂ ਆਏ ਆ ਜਿਹੜੇ ਮੇਰੀ ਨਿਗਾਹ 'ਚ ਆਏ ਆ। ਆਈ ਐਮ ਸ਼ੋਰ ਕਿ ਹੋਰ ਵੀ ਇਹ ਤੋਂ ਬਿਨਾਂ ਹੋਣਗੇ। ਇੱਕ ਹੈਗਾ ਜੀ ਸਿਮਰਨ ਕੌਰ, ਵੈਲਕਮ ਜੀ। ਪਰਮਿੰਦਰ ਸਾਨੀ, ਉਹਨਾਂ ਨੂੰ ਵੀ ਵੈਲਕਮ ਹੈ ਜੀ। ਤੇ ਇੱਕ ਦਲਵੀਰ ਭੰਡਲ ਜਾਂ ਭੰਡਾਲ ਤੇ ਹਰਸਿਮਰਨ ਨਾਗਪਾਲ, ਇਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਆਇਆਂ। ਤੇ ਪਹਿਲੀ ਵਾਰਾਂ ਮੇਰੀ ਨਿਗਾਹ ਦੇ ਵਿੱਚ ਇਹ ਆਏ ਆ ਤੇ ਮੈਂ ਸ਼ੋਰ ਹਾਂ ਕਿ ਅੱਗੇ ਨੂੰ ਵੀ ਇਹ ਇਸੇ ਤਰ੍ਹਾਂ ਆਉਣਗੇ। ਅੱਜ ਦੀ ਵਿਚਾਰਧਾਰਾ ਜਿਸ ਤਰ੍ਹਾਂ ਆਪ ਜੀ ਨੇ ਸੁਣ ਲਈ ਹੈ, ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 5 ਬਾਣੀਆਂ ਦੇ ਵਿੱਚ ਸਿਰਮੌਰ ਬਾਣੀ ਜਪਜੀ ਸਾਹਿਬ, ਤੇ ਉਹਦੀ ਪਹਿਲੀ ਪੌੜੀ ਦੀ ਅੱਜ ਵਿਆਖਿਆ ਅਸੀਂ ਸਾਰਿਆਂ ਨੇ ਸੁਣ ਲਈ ਆ। ਤੇ ਉਹਦੇ ਵਿੱਚ ਜਿੱਦਾਂ ਜਿੱਦਾਂ ਇੱਕੋ ਚੀਜ਼ ਮੈਂ ਕਹਿ ਸਕਦਾ ਉਹ ਇਹ ਹੈ ਕਿ ਜਿੱਦਾਂ ਸਾਡੇ ਪਖੰਡਬਾਦ ਸੀਗੇ ਨਾ, ਉਹਨਾਂ ਤੇ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਜਾਣੀ ਇਹ ਟਾਂਕਣ ਸ਼ੁਰੂ ਕੀਤੇ ਆ, ਟੀਕਾ ਟਿੱਪਣੀ ਉਹਨਾਂ ਤੇ ਸ਼ੁਰੂ ਕੀਤੀ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਆਹ ਜਿਹੜੀਆਂ ਚੀਜ਼ਾਂ ਤੁਹਾਨੂੰ ਕਰਨ ਨੂੰ ਦੱਸਦੇ ਆ ਉਹਨਾਂ ਦਾ ਪੁਜਾਰੀ ਦਾ ਆਪਣਾ ਹੀ ਸਵਾਰਥ ਹੋ ਸਕਦਾ, ਨਾ ਕਿ ਇਹਦੇ ਵਿੱਚ ਕੁਝ ਤੁਹਾਨੂੰ ਲੱਭਣਾ। ਉਹਦੇ ਵਿੱਚ ਆਹ ਜਿਹੜੀਆਂ 4 ਚੀਜ਼ਾਂ ਉਹਨਾਂ ਨੇ ਦੱਸੀਆਂ, ਜਿੱਦਾਂ ਤੀਰਥਾਂ ਤੇ ਨਹਾਉਣ ਦਾ, ਮੌਨ ਧਾਰਨ ਦਾ, ਤੇ ਚਤਰਾਈਆਂ ਸਿਆਣਪਾਂ ਕਰਨ ਦਾ, ਇੱਦਾਂ ਦੀਆਂ ਸਾਰੀਆਂ ਭੁੱਖੇ ਰਹਿਣ ਦਾ, ਇਹ ਸਾਰੇ ਵਿਆਖਿਆ ਦੇ ਨਾਲ ਦੱਸੇ। ਤੇ ਨਾਲ ਫਿਰ ਇੱਕ ਕੁਐਸਚਨ ਵੀ ਆਪ ਹੀ ਖੜਾ ਕਰਦੇ ਆ ਕਿ ਹੁਣ ਕਰੀਏ ਤਾਂ ਕੀ ਕਰੀਏ। ਉਹਦੇ ਵਿੱਚ ਜਿਹੜਾ ਗਿਆਨੀ ਜੀ ਦੱਸਦੇ ਹੁੰਦੇ ਆ ਕਿ ਜਿਹੜਾ ਲਾਅ ਆਫ ਨੇਚਰ ਆ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਇਹ ਸਾਡੇ ਨਾਲ ਹੀ ਆ। ਤੇ ਐਕਚੁਅਲੀ ਪਹਿਲਾਂ ਦਾ ਹੀ ਲਿਖਿਆ ਆ, ਅਸੀਂ ਤਾਂ ਉਹਨੂੰ ਫਾਈਂਡ ਆਊਟ ਹੀ ਕਰਨਾ। ਜੇ ਅਸੀਂ ਫਾਈਂਡ ਆਊਟ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵਾਂਗੇ, ਸਾਡੀ ਜ਼ਿੰਦਗੀ ਬਹੁਤ ਸੌਖੀ ਹੋ ਜੂ। ਬਸ ਇੰਨੇ ਮੈਂ ਕੁਝ ਕਹਿਣੇ ਸੀਗੇ ਜੀ। ਅੱਛਾ, ਹੁਣ ਅਸੀਂ ਆਪਣਾ ਆਈਏ। ਸਭ ਤੋਂ ਪਹਿਲਾਂ ਸਾਡੇ ਨਾਲ ਗੁਰਚਰਨ ਸਿੰਘ ਢੇਸੀ ਅਨਮਿਊਟ ਹੋਏ ਆ ਜੀ, ਤੇ ਉਹਨਾਂ ਦੇ ਕੋਲ ਆਉਂਦੇ ਆ। ਗੁਰਚਰਨ ਸਿੰਘ ਢੇਸੀ, ਹਾਂਜੀ। ਹਾਂਜੀ ਗਿਆਨੀ ਜੀ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਤੁਸੀਂ ਬਹੁਤ ਸਟੱਡੀ ਢੰਗ ਨਾਲ ਜਾਣੀ ਵਿਆਖਿਆ ਕੀਤੀ ਆ।
ਹੁਣ ਜਪਜੀ ਸਾਹਿਬ ਦੀ ਜਿਹੜੀ ਪੌੜੀ ਹੈ ਕੋਈ ਸਮਝ ਆ ਰਹੀ ਹੈ। ਮੈਂ ਸ਼ਾਇਦ ਥੋੜਾ ਜਿਹਾ ਕਨਫਿਊਜ਼ਨ ਹੋ ਗਿਆ ਕਿ ਵੀ ਤੁਸੀਂ ਆ ਜੋਤ ਤੇ ਧੂਫ ਬਾਰੇ ਵਿੱਚ ਗੱਲ ਕੀਤੀ ਸੀਗੀ ਕਿ ਮੈਂ ਦੇਖਿਆ ਕਿ ਇੰਡੀਆ ਦੇ ਵਿੱਚ ਵੀ ਇੱਥੇ ਵੀ ਗੁਰਦੁਆਰਿਆਂ ਦੇ ਵਿੱਚ ਵੀ ਧੂਫ ਲਾਉਂਦੇ ਸੀਗੇ ਤੇ ਜੋਤ ਲਾਉਂਦੇ ਆ। ਕੀ ਇਹ ਜੀ ਕੋਈ ਮਹੱਤਤਾ ਹੈਗੀ ਹੈ ਇਹਦੇ ਵਿੱਚ? ਨਹੀਂ, ਇਹਨਾਂ ਦੀ ਕੋਈ ਮਹੱਤਤਾ ਨਹੀਂ। ਸਿਰਫ ਉਹ ਜਿੱਥੋਂ ਤੱਕ ਧੂਫ ਦੀ ਗੱਲ ਹੈ, ਉਹ ਰਹਿਤ ਮਰਿਆਦਾ ਵਿੱਚ ਚੀਜ਼ ਲਿਖੀ ਕਿ ਇਹਨਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ, ਮਰਿਆਦਾ ਨਾਲ। ਤੇ ਸੁਗੰਧ ਵਾਸਤੇ ਜੇ ਤੁਸੀਂ ਧੂਫ ਆਦਿ ਵਰਤਣੀ ਹੋਵੇ ਤਾਂ ਵਰਤ ਸਕਦੇ ਹੋ। ਜੋਤ ਦਾ ਬਿਲਕੁਲ ਵੀ ਕੋਈ ਸੰਬੰਧ ਨਹੀਂ ਹੈ ਅਖੰਡ ਪਾਠ ਦੇ ਨਾਲ। ਜੋਤ ਲਗਾਈ ਜਾਂਦੀ ਸੀ ਕਿਉਂਕਿ ਉਸ ਟਾਈਮ ਹਨੇਰਾ ਹੁੰਦਾ ਸੀ ਨਾ, ਤੇ ਲਾਈਟ ਨਹੀਂ ਸੀ ਹੁੰਦੀ, ਤੇ ਲਾਈਟ ਵਾਸਤੇ ਲੋਕੀ ਜੋਤ ਆਦਿ ਜਗਾਉਂਦੇ ਸਨ। ਤੇ ਦੂਜੇ ਨੰਬਰ ਤੇ ਇਹ ਜੋਤ ਜਿਹੜੀ ਅਗਨੀ ਦੀ ਪੂਜਾ ਤੇ ਇਹਦਾ ਕੋਈ ਸੰਬੰਧ ਨਹੀਂ। ਉਦੋਂ ਜੋਤ ਸਿਰਫ ਚਾਨਣ ਵਾਸਤੇ ਜਗਾਈ ਜਾ, ਅਸੀਂ ਆਪ ਦੀਵਿਆਂ ਦੇ ਨਾਲ ਪੜ੍ਹਦੇ ਰਹੇ ਤੇ ਅੱਜ ਇਹਦੀ ਲੋੜ ਨਹੀਂ। ਅਖੰਡ ਪਾਠ ਦੇ ਨਾਲ ਜੋਤ, ਕੁੰਭ, ਨਾਰੀਅਲ ਰੱਖਣਾ ਮਨਮਤ ਹੈ, ਕਿਉਂਕਿ ਨਾਰੀਅਲ ਤਾਂ ਰੱਖਦੇ ਨੇ, ਪਹਿਲਾਂ ਲੋਕੀ ਨਾ ਬਲੀ ਦਿੰਦੇ ਸਨ। ਅਸ਼ਵਮੇਧ ਯੱਗ ਹੁੰਦਾ ਰਿਹਾ, ਘੋੜਿਆਂ ਦੀ ਬਲੀ, ਗਾਵਾਂ ਦੀ ਬਲੀ, ਹੋਰ ਪਸ਼ੂਆਂ ਦੀ ਬਲੀ, ਨਰ ਬਲੀ ਵੀ ਹੁੰਦੀ ਰਹੀ ਹੈ। ਤੇ ਹੌਲੀ ਹੌਲੀ ਫਿਰ ਉਹਨੂੰ ਜੀਵ ਹੱਤਿਆ ਸਮਝ ਕੇ ਛੱਡਿਆ ਗਿਆ ਤੇ ਉਸ ਦੀ ਜਗ੍ਹਾ ਤੇ ਨਾ ਨਾਰੀਅਲ ਰੱਖਣ ਲੱਗ ਗਏ। ਨਾਰੀਅਲ ਦਾ ਇੱਕ ਮੂੰਹ ਜਿਹਾ ਤੇ ਦੋ ਅੱਖਾਂ ਜਿਹੀਆਂ ਹੁੰਦੀਆਂ ਨੇ, ਕਿ ਚਲੋ ਉਹ ਬਲੀ ਦੀ ਜਗ੍ਹਾ ਤੇ ਨਾਰੀਅਲ ਰੱਖ। ਇਹਨਾਂ ਦਾ ਅਖੰਡ ਪਾਠ ਦੇ ਨਾਲ ਧਰਮ ਨਾਲ ਕੋਈ ਸੰਬੰਧ ਨਹੀਂ। ਧੰਨਵਾਦ। ਬਹੁਤ ਮਿਹਰਬਾਨੀ, ਸਮਝ ਆਈ ਹੈ। ਬਹੁਤ ਸਾਲਾਂ ਤੋਂ ਮਤਲਬ ਇਹ ਟ੍ਰੈਡੀਸ਼ਨ ਦੀ ਚਲੀ ਆਉਂਦੀ ਸੀ, ਪਰ ਮੇਰੀ ਕਦੇ ਸਮਝ ਦੇ ਵਿੱਚ ਨਹੀਂ ਆਈ ਸੀ ਕਿ ਵੀ ਕਾਹਤੇ ਕਰੀ। ਅਜੇ ਵੀ ਮੈਂ ਕਿ ਗੁਰਦੁਆਰੇ ਦੇਖਿਆ ਕਿ ਵੀ ਤੁਸੀਂ ਕਹਿੰਦੇ ਕਿ ਪੜ੍ਹਨ ਵਾਸਤੇ ਸੀਗੀ, ਬਹੁਤ ਚੰਗੀ ਗੱਲ ਆ। ਪਰ ਹੁਣ ਜੋਤ ਬਾਜੇ ਵੇਲੇ ਪਰ ਇਹ ਅਲਮਾਰੀ ਦੇ ਵਿੱਚ ਜਗਾਈ ਹੁੰਦੀ ਆ, ਉਹ ਸ਼ੀਸ਼ੇ ਵਾਲੀ ਦੇ ਵਿੱਚ। ਤੇ ਤਾਂ ਮੈਂ ਪੁੱਛਿਆ ਕਿ ਵੀ ਇਹਦੀ ਕੋਈ ਮਹੱਤਤਾ ਹੈਗੀ ਆ ਜਾਂ ਐਵੇਂ ਅਸੀਂ? ਕੋਈ ਮਹੱਤਤਾ ਨਹੀਂ। ਪਿੱਛੇ ਸ਼ਾਇਦ ਇੱਕ ਨਾ ਤੁਸੀਂ ਖਬਰ ਵੀ ਪੜ੍ਹੀ ਹੋਣੀ, ਸ਼ਾਇਦ ਮੈਨੂੰ ਪੱਕਾ ਕਨਫਰਮ ਨਹੀਂ, ਸ਼ਾਇਦ ਕੈਨੇਡਾ ਸੀ ਕਿੱਥੇ, ਤੇ ਉਹ ਮਾਤਾ ਇੱਥੋਂ ਗਈ ਸੀ ਤੇ ਉਹ ਜੋਤ ਜਗਾਤੀ ਉਹਨੇ, ਤੇ ਉਹ ਬਾਅਦ ਦੇ ਵਿੱਚ ਉਹਨੂੰ ਪਤਾ ਨਹੀਂ ਵੀ ਘਰ ਲੱਕੜਦੇ ਨੇ, ਉਹ ਚਲੇ ਗਏ ਬਾਹਰ ਤੇ ਉਹਦੇ ਨਾਲ ਅੱਗ ਲੱਗ ਕੇ ਤੇ ਘਰ ਸੜ ਗਿਆ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਾਡੇ ਨਾਲ ਸ਼ਰਨਜੀਤ ਕੌਰ ਵੀ ਜੁੜੇ ਆ ਜੀ, ਉਹਨਾਂ ਦੇ ਕੋਲ ਮੈਂ ਆਉਣਾ ਜੀ। ਕੁਲਦੀਪ ਕੌਰ ਤੇ ਉਹਦੇ ਬਾਅਦ ਜਸਵਿੰਦਰ ਸਿੰਘ। ਹੋਰ ਵੀ ਅਨਮਿਊਟ ਹੋ ਜਾਓ ਜਿਹਨੇ ਵੀ ਸਵਾਲ ਪੁੱਛਣਾ। ਸਭ ਤੋਂ ਪਹਿਲਾਂ ਜੀ ਜਸਵਿੰਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ, ਆਪਣੇ ਗਿਆਨੀ ਸਾਹਿਬ ਜੀ, ਆਪਣੇ ਜਿਹੜਾ ਰਜਾਇਆ ਭਾਣਾ ਆ ਹੁਕਮ ਹੈਗਾ ਆ, ਜਿਹਨੂੰ ਆਪਾਂ ਸਿਸਟਮ ਕਹਿੰਦੇ ਆ, ਇਹਦਾ ਮਤਲਬ ਵੀ ਆਪਾਂ ਜਦੋਂ ਸੱਚ ਦੇ ਨਾਲ ਤੁਰਨਾ ਆ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣੀ ਆ, ਇਹਦਾ ਇਹੀ ਮਤਲਬ ਲਿਆ ਜਿਹੜਾ ਆਪਣੇ ਰਜਾਇਆ ਭਾਣਾ ਆ ਹੁਕਮ। ਹਾਂਜੀ, ਰਜ਼ਾ ਭਾਣਾ ਜਾਂ ਹੁਕਮ ਦਾ ਮਤਲਬ ਹੈਗਾ ਸਿਸਟਮ। ਦੇਖੋ, ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਹੈ ਨਾ। ਤਾਂ ਇਹਦਾ ਮਤਲਬ ਇਹ ਨਹੀਂ ਵੀ ਰੱਬ ਕੱਲੇ ਕੱਲੇ ਪੱਤੇ ਨੂੰ ਕਹਿੰਦਾ ਵੀ ਤੂੰ ਹਿੱਲ ਤੇ ਤੂੰ ਨਾ ਹਿੱਲ। ਹੁਕਮ ਦਾ ਮਤਲਬ ਸਿਸਟਮ, ਰੱਬ ਦਾ ਸਿਸਟਮ ਹੈ ਵੀ ਜਿਹੜੇ ਪੱਤੇ ਨੂੰ ਹਵਾ ਲੱਗੇਗੀ ਉਹ ਹਿੱਲੇਗਾ, ਜਿਹੜੇ ਪੱਤੇ ਨੂੰ ਹਵਾ ਨਹੀਂ ਲੱਗੇਗੀ ਉਹ ਨਹੀਂ ਹਿੱਲੇਗਾ। ਹੁਕਮ ਮਤਲਬ ਕਿ ਸਿਸਟਮ ਦੇ ਵਿੱਚ ਸਾਰਾ, ਇਸ ਸਿਸਟਮ ਤੋਂ ਬਾਹਰ ਕੁਛ ਨਹੀਂ ਹੈ। ਫਾਰ ਐਗਜ਼ਾਮਪਲ, ਜਿਵੇਂ ਅਸੀਂ ਆਮ ਐਗਜ਼ਾਮਪਲ ਲੈਂਦੇ ਹਾਂ, ਅਸੀਂ ਸਾਰੇ ਆਕਸੀਜਨ ਨਾਲ ਜਿੰਦਾ ਰਹਿੰਦੇ ਹਾਂ ਨਾ, ਤਾਂ ਕੋਈ ਵੀ ਬੰਦਾ, ਚਾਹੇ ਉਹ ਸੰਤ ਸਾਧ ਹੈਗਾ ਜਾਂ ਕੋਈ ਵੱਡਾ ਅਮੀਰ ਹੈਗਾ, ਉਹ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦਾ। ਤਾਂ ਹੁਕਮ ਦੇ ਵਿੱਚ ਤੁਰਨਾ, ਸਿਸਟਮ ਦੇ ਵਿੱਚ ਤੁਰਨਾ, ਕੁਦਰਤ ਦੇ ਕਾਨੂੰਨਾਂ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ, ਯਾਨੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ। ਧੰਨਵਾਦ। ਬਾਕੀ ਤੁਹਾਡਾ ਸ਼ਕਲ ਸੂਰਤ ਵੇਖ ਕੇ ਬੜੀ ਖੁਸ਼ੀ ਹੋਈ ਦਿਲੀ ਤੌਰ ਤੇ। ਕਿਆ ਬਾਤ, ਵਧਾਈਆਂ ਦੇ ਪਾਤਰ ਹੋ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ ਜਸਵਿੰਦਰ ਸਿੰਘ ਜੀ। ਤੇ ਜਸਵਿੰਦਰ ਸਿੰਘ ਜੀ ਆਪਣੇ ਵੈਨਕੂਵਰ ਤੋਂ ਹੈਗੇ ਆ ਜੀ, ਤੇ ਅੱਜ ਕੱਲ੍ਹ ਵੀ ਆਏ ਸੀਗੇ। ਸਰੀ ਤੋਂ ਜੀ, ਸਰੀ, ਹਾਂਜੀ ਸੌਰੀ, ਸਰੀ ਤੋਂ। ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਤੇ ਉਹਦੇ ਬਾਅਦ ਚ ਮੈਂ ਕੁਲਦੀਪ ਕੌਰ ਜੀ ਕੋਲ ਆਉਣਾ, ਉਹਦੇ ਬਾਅਦ ਚ ਮੈਂ ਸ਼ਰਨਜੀਤ ਕੋਲ ਆਉਂਗਾ। ਹਾਂਜੀ, ਕੁਲਦੀਪ ਕੌਰ। ਗਿਆਨੀ ਜੀ। ਹਾਂਜੀ ਭੈਣ। ਜਿਹੜੇ ਤੁਸੀਂ ਕਹਿੰਦੇ ਨਾ ਕੋਕੋਨਟ ਦੀਆਂ ਅੱਖਾਂ ਤੇ ਤੀਜੀ ਕੀ ਕਿਹਾ? ਹਾਂਜੀ, ਕੋਕੋਨਟ ਦੀਆਂ 2 ਅੱਖਾਂ ਤੇ ਤੀਜਾ ਕੀ ਕਿਹਾ? ਤਿੰਨ ਚੀਜ਼ਾਂ ਤੁਸੀਂ ਕਹਿਣਾ। ਉਹ 2 ਅੱਖਾਂ ਤੇ ਇੱਕੋ ਜਿਹੜਾ ਹੁੰਦਾ ਉਹਨੂੰ ਮੂੰਹ ਸਮਝ ਲੈਂਦੇ ਨੇ ਵੀ ਇਹ ਮੂੰਹ ਹੈਗਾ ਤੇ ਦੂਜੀਆਂ 2 ਅੱਖਾਂ ਨੇ। ਆਓ ਆਈ ਸੀ। ਓਕੇ, ਤੁਸੀਂ ਅੱਗੇ ਵੀ 1-2 ਵਾਰੀ ਦੱਸਿਆ ਪਰ ਮੈਨੂੰ ਸਮਝ ਨਹੀਂ ਆਈ। ਮੈਂ ਕਿਹਾ ਕਿਤੇ ਨਾ ਕਿਤੇ ਤੇ ਆਏਗਾ, ਫਿਰ ਮੈਂ ਪੁੱਛੂੰਗੀ। ਹਾਂਜੀ ਹਾਂਜੀ, ਉਹ ਇਹ ਸਮਝ ਲੈਂਦੇ ਨੇ ਵੀ ਉਹ ਕਿਸੇ ਦੀ ਪਸ਼ੂ ਦੀ, ਬੰਦੇ ਦੀ ਬਲੀ ਨਹੀਂ ਦਿੱਤੀ ਤੇ ਨਾਰੀਅਲ ਦੀ ਬਲੀ ਦਿੱਤੀ। ਓਕੇ, ਹਾਂਜੀ, ਠੀਕ, ਥੈਂਕ ਯੂ ਜੀ। ਓਕੇ ਜੀ, ਮਿਹਰਬਾਨੀ। ਹੁਣ ਸ਼ਰਨਜੀਤ ਕੌਰ ਜੀ, ਤੇ ਉਹਦੇ ਬਾਅਦ ਦੇ ਵਿੱਚ ਹੋਰ ਤਾਂ ਕੋਈ ਨਹੀਂ ਜੀ ਹੋਇਆ। ਜੇ ਨਹੀਂ ਹੋਇਆ ਤਾਂ ਫਿਰ ਆਪਾਂ ਇੱਥੇ ਸਮਾਪਤੀ ਕਰ ਦਿਆਂਗੇ। ਜੇ ਕਿਸੇ ਨੇ ਕੁਝ ਪੁੱਛਣਾ ਹੈ ਤਾਂ ਤੁਸੀਂ ਆ ਜਾਓ ਜ਼ਰੂਰ। ਤੇ ਸ਼ਰਨਜੀਤ ਕੌਰ ਜੀ। ਹਾਂਜੀ।
ਹਾਂਜੀ, ਕੋਈ ਸਵਾਲ ਨਹੀਂ ਹੈਗਾ। ਬਹੁਤ ਆਨੰਦ ਆਇਆ। ਥੈਂਕ ਯੂ ਵੈਰੀ ਮਚ ਗਿਆਨੀ ਜੀ। ਧੰਨਵਾਦ ਮੇਰੀ ਭੈਣ। ਤੇ ਮੈਂ- ਮੇਰੇ ਖਿਆਲ 'ਚ ਨਾ ਅੱਜ ਭੈਣ ਜੀ ਪੁਨੀਤ ਕੌਰ ਸੂਦਨ ਵੀ ਸ਼ਾਇਦ ਆਏ ਸੀ ਕਲਾਸ ਵਿੱਚ। ਜੇ ਮੇਰੀ ਆਵਾਜ਼ ਸੁਣਦੇ ਹੋਣ ਤਾਂ ਉਹ ਵੀ ਆਪਣੇ ਵਿਚਾਰ ਰੱਖਣ ਦੀ ਕਿਰਪਾ ਕਰਨ ਤਾਂ ਬੜੀ ਖੁਸ਼ੀ ਹੋਏਗੀ। ਮੈਂ ਦੇਖਿਆ ਨਹੀਂ ਜੀ ਨਾ ਉਹਨਾਂ ਦਾ, ਕਿਸੇ ਹੋਰ ਨਾਂ ਥੱਲੇ ਹੋਣਗੇ। ਹਾਂ, ਹੋਰ ਨਾਮ ਥੱਲੇ ਸੀ ਮੇਰੇ ਖਿਆਲ 'ਚ। ਚਲੇ ਗਏ ਨੇ ਸ਼ਾਇਦ, ਉਹਨਾਂ ਨੇ ਹੋ ਗਏ ਨੇ। ਹਾਂਜੀ, ਚਲੋ ਕੋਈ ਨਾ। ਤੇ ਹੋਰ ਵੈਸੇ ਸਾਡੇ ਨਾਲ ਜੁੜੇ ਤਾਂ ਬਹੁਤ ਹੈ ਜੀ, ਪਰ ਇਸ ਵੇਲੇ ਕੋਈ ਅਨਮਿਊਟ ਨਹੀਂ ਹੋਇਆ, ਤੇ ਇਸ ਕਰਕੇ ਮੈਂ ਕਹਿ ਨਹੀਂ ਸਕਦਾ। ਤੇ ਚਲੋ, ਹਾਂਜੀ, ਹਰਨੇਕ ਸਿੰਘ ਮੇਰਾ ਖਿਆਲ ਕੁਝ ਕਹਿਣਾ ਚਾਹੁੰਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਫਤਿਹ ਜੀ। ਬਹੁਤ ਵਧੀਆ ਤਰੀਕੇ ਨਾਲ ਰੋਜ਼ ਦੀ ਤਰ੍ਹਾਂ ਤੁਸੀਂ ਵਿਆਖਿਆ ਕੀਤੀ ਆ। ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈਗਾ, ਤੇ ਨਾਲ ਇਹ ਵੀ ਦੱਸਿਆ ਕਿ ਪਵਿੱਤਰ ਹੋਣ ਜਾਂ ਨਹਾਉਣ ਧੋਣ ਨਾਲ, ਸਮਾਧੀਆਂ ਲਾਉਣ ਨਾਲ, ਤੇ ਨਾਲੇ ਚਲਾਕੀਆਂ ਕਰਨਾ ਰੱਬ ਨਹੀਂ ਮਿਲਦਾ, ਰੱਬ ਸਚਾਈ ਨਾਲ ਮਿਲਦਾ, ਜਾਂ ਕਿਸੇ ਦਾ ਭਲਾ ਕਰੋ ਤਾਂ ਮਿਲਦਾ। ਥੈਂਕ ਯੂ ਜੀ। ਧੰਨਵਾਦ। ਜਸਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ ਮੇਰਾ ਖਿਆਲ, ਸ਼ਾਇਦ ਕੁਝ ਹੋਰ ਪੁੱਛਣਾ। ਉਹਦੇ ਬਾਅਦ ਜਸਵੀਰ ਕੋਲ ਮੈਂ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਕਲੀਅਰ ਨਹੀਂ ਸੀਗੀ, ਯਾਨੀ ਮੈਂ ਬਹੁਤ ਮਿਸ ਕਰ ਲਿਆ, ਕਿਉਂਕਿ ਵਿੱਚੋਂ ਆਵਾਜ਼ ਨਹੀਂ ਸੋਹਣੀ ਨਹੀਂ ਸੀ ਆਉਂਦੀ, ਕ੍ਰੈਕਲਿੰਗ ਬਹੁਤ ਆ ਰਹੀ ਸੀ। ਅੱਛਾ ਜੀ, ਤੁਸੀਂ ਇਹਦੇ ਬਾਅਦ ਦੇ ਵਿੱਚ ਜੀ ਤੁਸੀਂ ਜੇ ਰਿਪੀਟ ਸੁਣਨੀ ਹੋਵੇ ਨਾ, ਤੇ ਗਿਆਨੀ ਮੋਹਨ ਸਿੰਘ ਜੀ ਦੇ ਆਪਣੇ ਗਿਆਨੀ ਜੀ ਤੁਸੀਂ ਦੱਸ ਦਿਓ ਉਹਨਾਂ ਦੇ ਜਿਹੜੇ ਫੇਸਬੁੱਕ ਦਾ। ਹਾਂ ਭੈਣ, ਤੁਸੀਂ ਨਾ ਮੇਰੇ ਫੇਸਬੁੱਕ ਪੇਜ ਤੇ ਵੀ ਸੁਣ ਸਕਦੇ ਹੋ, ਔਰ ਗੁਰਦੁਆਰਾ ਵੁਲੀ 'ਚ ਪਾਓਗੇ ਤਾਂ ਉੱਥੇ ਵੀ YouTube ਤੇ ਵੀ ਤੁਹਾਨੂੰ ਮਿਲ ਜਾਏਗਾ। ਤੇ ਮੇਰੇ ਖਿਆਲ 'ਚ ਨਾ ਉਹ ਤੁਹਾਡੇ ਇੰਟਰਨੈਟ ਦੇ ਵਿੱਚ ਕੋਈ ਪ੍ਰੋਬਲਮ ਹੋਣੀ ਤੁਹਾਡੇ ਕੋਲ, ਬਾਕੀ ਤਾਂ ਸਾਰਿਆਂ ਨੂੰ ਠੀਕ ਸੁਣ ਰਿਹਾ ਸੀ। ਓਕੇ। ਹਾਂਜੀ ਹਾਂਜੀ, ਕਾਫੀ ਕ੍ਰੈਕਲਿੰਗ ਸੀ। ਮੈਂ ਮੈਸੇਜ ਵੀ ਭੇਜਿਆ ਸੀ ਗਰੁੱਪ ਦੇ ਵਿੱਚ ਕਿ ਆਵਾਜ਼ ਆ ਰਹੀ ਨਹੀਂਗੀ, ਹੈਨਾ। ਹਾਂਜੀ, ਉਹ ਬਿਗਿਨਿੰਗ ਦੇ ਵਿੱਚ ਵੀ ਪਰ ਕੱਲੀ ਇਹਨਾਂ ਦੀ ਗੱਲ ਜਿਹੜੀ ਜਦੋਂ ਇਹ ਕਰਦੇ ਆ ਉੱਥੋਂ ਕ੍ਰੈਕਲਿੰਗ ਦੀ ਨੋਇਜ਼ ਆਉਂਦੀ, ਹੋਰ ਕਿਸੇ ਵੀ ਆਡੀਅנס ਦੀ ਕਿਸੇ ਦੀ ਵੀ ਨਹੀਂ ਹੈਗੀ। ਤੁਹਾਡੇ ਆਪਣੇ ਕਿਸੇ ਪ੍ਰੋਬਲਮ ਆ ਜੀ, ਬਾਕੀ ਸਾਰਿਆਂ ਨੂੰ ਬਿਲਕੁਲ ਕਲੀਅਰਲੀ ਸੁਣਾ। ਤੁਹਾਡੀ ਜਦੋਂ ਤੁਸੀਂ ਵੀ ਗੱਲ ਕਰਦੇ ਨਾ, ਤੁਹਾਡੀ ਗੱਲ ਕੱਟ ਕੇ ਆਉਂਦੀ ਹੈ ਜੀ। ਮੇਰੀ ਜੀ ਨਹੀਂ ਜੀ, ਇਹ ਭੈਣ ਜੀ ਹੁਣਾਂ ਦੀ। ਅੱਛਾ, ਹਾਂਜੀ, ਸ਼ਾਇਦ ਥੋੜਾ ਨੈਟਵਰਕ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਜੀ, ਪਰ ਤੁਸੀਂ ਰਿਪੀਟ ਸੁਣ ਲਿਓ, ਫਿਰ ਤੁਸੀਂ ਉਹਦੇ ਵਿੱਚ ਤੁਹਾਨੂੰ ਬਹੁਤ ਕਲੀਅਰਲੀ ਸੁਣੋਗੀ। ਰਾਈਟ, ਥੈਂਕ ਯੂ ਵੈਰੀ ਮਚ। ਕੱਲ ਨੂੰ ਹੋ ਸਕਦਾ ਜੀ, ਹੋ ਸਕਦਾ ਇਹਦੇ ਨਾਲ ਵੀ ਬੈਟਰ ਹੋ ਜਾਵੇ। ਤੇ ਜਸਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ, ਤੁਸੀਂ ਪਹਿਲਾਂ ਦੱਸੋ, ਤੁਸੀਂ ਕੁਝ ਕਹਿਣਾ ਸੀਗਾ। ਹਾਂਜੀ ਹਾਂਜੀ, ਆਪਣੇ ਭਾਈ ਸਾਹਿਬ ਨੂੰ ਹੋਰ ਸਵਾਲ ਸੀ, ਜਿੱਦਾਂ ਹੁਣ ਭੁੱਖ ਨਾ ਉਤਰੀ ਜੇ ਬੰਨਾ ਪੀਆਂ। ਦੇਖੋ ਅਸੀਂ ਹੁਣ ਜਿੱਦਾਂ ਜੀਵਨ 'ਚ ਰਹਿੰਦੇ ਆ, ਅਸੀਂ ਕੰਮਾਂ ਕਾਰਾਂ ਕਿਰਤ ਵੀ ਕਰਨੀ ਆ, ਥੋੜੀ ਬਹੁਤ ਸਾਨੂੰ ਭੁੱਖ ਰੱਖਣੀ ਪੈਣੀ ਆ ਵੀ ਚਲੋ ਵੀ ਬੱਚਿਆਂ ਦਾ, ਪਰਿਵਾਰ ਦਾ ਜੀਵਨ ਵੀ ਚੰਗੀ ਤਰ੍ਹਾਂ ਨਿਭੇ, ਅਸੀਂ ਲੋੜਾਂ ਵੀ ਪੂਰੀਆਂ ਕਰਨੀਆਂ ਹੈਗੀਆਂ। ਹਾਂਜੀ, ਉਹ ਵੀਰ ਜੀ, ਉਹ ਨਾ ਉਹਨੂੰ ਅਸੀਂ ਭੁੱਖ ਔਰ ਤ੍ਰਿਸ਼ਨਾ ਨਹੀਂ ਕਹਿੰਦੇ, ਇਹ ਸਾਡੀਆਂ ਲੋੜਾਂ ਨੇ। ਜਿਹੜੀ ਅਸੀਂ 10 ਨਵਾਂ ਦੀ ਕਿਰਤ ਕਰਨੇ ਆ, ਤੁਸੀਂ ਬਿਨਾਂ ਸ਼ੱਕ ਤੋਂ 8 ਘੰਟੇ ਕੰਮ ਕਰ ਦਿਓ, ਤੁਸੀਂ 12 ਘੰਟੇ ਕਰੋ, 18 ਘੰਟੇ ਕਰੋ, ਇਹ ਤ੍ਰਿਸ਼ਨਾ ਨਹੀਂ ਹੈ। ਤ੍ਰਿਸ਼ਨਾ ਦਾ ਮਤਲਬ ਹੁੰਦਾ 2 ਨੰਬਰ ਦੇ ਧੰਦੇ ਕਰਕੇ ਤੇ ਫਿਰ ਰਜੇਵਾਂ ਹੀ ਨਾ ਹੋਣਾ, ਵੀ ਸੱਚ ਨੂੰ ਛੱਡ ਹੀ ਦੇਣਾ, ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਇਹ ਤੇ ਕਿਰਤ ਹੈ, ਇਹਨੂੰ ਕਦੇ ਵੀ ਨਹੀਂ ਛੱਡਣਾ। ਤੁਸੀਂ 8 ਘੰਟੇ ਦੀ ਬਜਾਏ 10 ਘੰਟੇ ਕੰਮ ਕਰੋ, ਤੁਸੀਂ ਆਪਣਾ ਮਕਾਨ ਹੋਰ ਡਬਲ ਕਰ ਲਓ, ਨੋ ਪ੍ਰੋਬਲਮ। ਲੇਕਿਨ ਤੁਹਾਡਾ ਜਿਹੜਾ ਕੰਮ ਹੈ ਨਾ ਸਾਡਾ, ਉਹ ਇਮਾਨਦਾਰੀ ਵਾਲਾ ਹੋਵੇ। ਕਿਰਤ 10 ਨਵਾਂ ਦੀ, ਇਹ ਤਾਂ ਧਰਮ ਹੈ, ਤਾਂ ਇਹ ਤੁਹਾਡਾ ਕੋਈ ਨਹੀਂ ਹੈ, ਇਹ ਤਾਂ ਧਰਮ ਹੈ ਤੁਹਾਡਾ। ਇਸ ਲਈ ਨਾਲ ਇੱਕ ਹੋਰ ਸਵਾਲ ਆ ਵੀ ਜਿੱਦਾਂ ਹੁਣ ਕਈ ਵਾਰੀ ਕਿਰਤ ਕਰਦੇ ਕਰਦੇ ਹੁਣ ਉਹ ਫਿਰ ਕੀ ਕਹਿੰਦੇ ਤੁਸੀਂ ਓਵਰ ਟਾਈਮ ਵੀ ਲਾ ਦਿਓ, ਕਿੱਦਾਂ ਇਹ ਭੁੱਖ ਵੱਧ ਗਈ ਜਾਂ ਬਈ ਬੰਦੇ ਨੂੰ? ਨਾ, ਭੁੱਖ ਨਹੀਂ ਵਧੀ ਹੈ ਬਿਲਕੁਲ। ਓਵਰ ਟਾਈਮ ਤੁਸੀਂ ਬੇਸ਼ੱਕ ਡਬਲ ਸ਼ਿਫਟ ਲਾਓ, ਇਹ ਕੋਈ ਭੁੱਖ ਨਹੀਂ ਵਧੀ। ਭੁੱਖ ਵਧੀ ਦਾ ਮਤਲਬ ਹੁੰਦਾ ਹੈ ਵੀ ਓਵਰ ਟਾਈਮ ਨਾ ਲਗਾਓ ਤੇ ਬਿਨਾਂ ਟਾਈਮ ਲਗਾਉਣ ਤੋਂ ਪੈਸੇ ਲੈ ਲਓ। ਉਹ ਠੀਕ ਹੈ। ਓਵਰ ਟਾਈਮ ਲਗਾਉਣਾ ਬਿਲਕੁਲ ਭੁੱਖ ਨਹੀਂ, ਤੁਸੀਂ ਡਬਲ ਟਾਈਮ ਲਾਓ ਬੇਸ਼ੱਕ, ਤੁਸੀਂ, ਉਹ ਤੁਹਾਡੀ ਆਪਣੀ ਹਿੰਮਤ ਹੈ। ਸਿਰਫ ਸਿੱਖ ਧਰਮ ਇਹ ਗੱਲ ਕਹਿੰਦਾ ਹੈ ਵੀ ਅਸੀਂ ਕਿਰਤ ਜਿਹੜੀ ਉਹ ਇਮਾਨਦਾਰੀ ਨਾਲ ਕਰਨੀ। ਬੇਸ਼ੱਕ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ 8 ਘੰਟੇ ਦੀ ਬਜਾਏ 15 ਘੰਟੇ ਚਲਾ ਸਕਦੇ, ਚਲਾਓ, ਜੇ ਤੁਹਾਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ। ਜੇ ਤੁਸੀਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰ ਸਕਦੇ ਹੋ, 16 ਘੰਟੇ ਕਰ ਸਕਦੇ ਹੋ ਤਾਂ ਕਰੋ, ਉਹਦੇ ਵਿੱਚ ਕੋਈ ਬਿਲਕੁਲ ਵੀ ਕੋਈ ਰੋਕ ਟੋਕ ਨਹੀਂ ਹੈ। ਸਿਰਫ ਸਾਡਾ ਕੰਮ ਇਮਾਨਦਾਰੀ ਵਾਲਾ ਹੋਣਾ ਚਾਹੀਦਾ। ਹਾਂ, ਇੰਨੀ ਗੱਲ। ਠੀਕ ਹੈ, ਮਿਹਰਬਾਨੀ। ਕੰਮ ਕਰਕੇ ਪੈਸੇ ਲਿਆਓ
ਧੋਖਾਧੜੀ ਨਾ ਕਰੋ, ਕਿਸੇ ਦਾ ਹੱਕ ਨਾ ਬਸ ਉਹਦੇ ਵਿੱਚ ਹੀ। ਹਾਂਜੀ, ਤੇ ਸਾਡੇ ਨਾਲ 3 ਜਣੇ ਹੋਰ ਜਿਹੜੇ ਸੀ ਜਿਹੜੇ ਅਨਮਿਊਟ ਹੋਏ ਆ, ਧਰਮਪਾਲ ਜੀ ਤੇ ਅਵਤਾਰ ਸਿੰਘ ਜੀ ਤੇ ਗੈਲੈਕਸੀ A70। ਮੈਂ ਤੁਹਾਡੇ ਬਾਰੀ ਹੋਣਾ। ਧਰਮਪਾਲ ਜੀ ਤੁਸੀਂ ਪਹਿਲਾਂ ਆ ਜਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਫਤਿਹ ਜੀ। ਮੈਂ ਕੁਝ ਨਹੀਂ, ਬਸ ਭਾਈ ਸਾਹਿਬ ਦਾ ਜਿਹੜਾ ਪ੍ਰਸ਼ਨ ਆਇਆ ਸੀਗਾ ਉਨਸੇ ਦੇ ਬਾਬਤ ਕੁਝ ਬੋਲਣਾ ਚਾਹੁੰਦਾ ਸੀਗਾ ਕਿ ਜੋ ਮੇਰੀ ਸਮਝ ਆ, ਛੋਟੀ ਮੱਤ ਜਿਹੜੀ ਕਹਿ ਸਕਦੇ ਅਸੀਂ, ਕਿ ਗੱਲ ਉਹਨਾਂ ਨੇ ਸਹੀ ਕਹੀ ਕਿ ਅਸੀਂ ਓਵਰ ਟਾਈਮ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਭਾਈ ਸਾਹਿਬ ਮੇਰੀ ਮੱਤ ਇਹ ਕਹਿੰਦੀ ਹੈ ਕਿ ਜਿਹੜੀ ਭੁੱਖ ਦੀ ਗੱਲ ਉੱਥੇ ਕੀਤੀ ਗਈ ਹੈ ਨਾ, ਉਹ ਹੈਗੀ ਆ ਮਨ ਨੂੰ ਰਜਾਉਣ ਦੀ। ਮੇਰੇ ਅਗਰ ਕਰੈਕਟ ਕਰ ਸਕਦੇ ਤੁਸੀਂ ਮੈਨੂੰ ਅਗਰ ਮੈਂ ਗਲਤ ਸੋਚ ਰਿਹਾ, ਕਿਉਂਕਿ ਪੁਰਾਤਨ ਟਾਈਮ ਵਿੱਚ ਮਨ ਨੂੰ ਰਜਾਉਣ ਦੇ ਤਰੀਕੇ ਦੱਸੇ ਗਏ ਸੀਗੇ, ਜਿਹੜੇ ਕਿ ਪਹਿਲਾਂ ਤੁਸੀਂ ਦੇਖਿਆ ਕਿ ਮਨ ਨੂੰ ਪਰਮਾਤਮਾ ਵਾਲੇ ਪਾਸੇ ਲਗਾਉਣਾ, ਤੇ ਉਹਨਾਂ ਨੇ ਇਹ ਸੋਚਿਆ ਕਿ ਚਲੋ ਪਹਿਲਾਂ ਸ਼ੌਚ ਕਰ ਲਈਏ, ਫਿਰ ਭੁੱਖ ਨਾਲ ਉਹਨੂੰ ਭੁੱਖ ਦੀ ਰਜਾ ਦਈਏ, ਜਾਂ ਉਹਨੂੰ ਸਿਆਣਪਾਂ ਦੇ ਦਈਏ, ਉਹਨੂੰ ਸਮਝਾ ਦਈਏ। ਇਹ ਸਾਰੀਆਂ ਅਗਰ ਪੌੜੀ ਬਾਈ ਪੌੜੀ ਤੁਸੀਂ ਸਮਝ ਕੇ ਦੇਖੀਏ, ਮਤਲਬ ਲਾਈਨ ਬਾਈ ਲਾਈਨ ਅਸੀਂ ਪੜ੍ਹ ਕੇ ਦੇਖੀਏ, ਤੇ ਉਹਦਾ ਮਤਲਬ ਇਹੀ ਨਿਕਲਦਾ ਕਿ ਅਸੀਂ ਮਨ ਨੂੰ ਕਿੱਦਾਂ ਕੰਟਰੋਲ ਕੀਤਾ ਸੀਗਾ। ਤੇ ਫਿਰ ਆਖਿਆ ਕਿ ਇਹ ਚੀਜ਼ਾਂ ਪੋਸੀਬਲ ਨਹੀਂ ਹੋਈਆਂ। ਇਹ ਉਹ ਹੱਥ ਕੰਡੇ ਸੀਗੇ ਜਿਹੜੇ ਪੁਰਾਤਨ ਟਾਈਮ ਵਿੱਚ ਰਿਸ਼ੀ ਮੁਨੀਆਂ ਨੇ ਜਾਂ ਉਸ ਟਾਈਮ ਦੇ ਲੋਕਾਂ ਨੇ ਅਜਮਾਏ, ਕਿ ਨਹਾਉਣ ਚੱਲ ਜਾਣਾ, ਭੁੱਖ ਮਤਲਬ ਪੂਰੀਆਂ ਦੇ। ਉਹਨਾਂ ਨੇ ਗੱਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਚਾਹੇ ਇਸ ਮਨ ਨੂੰ ਪੂਰੀਆਂ ਦੇ ਸਮਾਨ ਐਸ਼ੋ ਆਰਾਮ ਸ਼ੋਹਰਤਾਂ ਦਿੱਤੀਆਂ ਜਾਣ ਤਾਂ ਵੀ ਇਹ ਰੱਜ ਨਹੀਂ ਹੋ ਸਕਦਾ। ਫਿਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ, ਜੇ ਸਿਆਣਪਾਂ ਵੀ ਦੇ ਦਿੱਤੀਆਂ ਜਾਣ ਤਾਂ ਵੀ ਉਹ ਰੱਜ ਨਹੀਂ ਹੁੰਦਾ। ਤੇ ਫਿਰ ਕੁਐਸਚਨ ਆਇਆ ਕਿ ਫਿਰ ਹੁਣ ਕਰੀਏ ਕੀ, ਸਚਿਆਰ ਕਿਵੇਂ ਹੋਈਏ, ਝੂਠ ਦੀ ਪਾਲ ਕਿਵੇਂ ਟੁੱਟੇ। ਤਾਂ ਦੱਸਿਆ ਕਿ ਨਹੀਂ, ਜੋ ਉਸ ਰੱਬ ਦਾ ਜੋ ਭਾਣਾ ਹੁਕਮ ਹੈ ਉਹਦੇ ਵਿੱਚ ਚੱਲ ਕੇ ਵੇਖ, ਸਭ ਬਰਾਬਰ ਹੋ ਜਾਏਗਾ, ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ ਕਿਤੇ। ਹਾਂਜੀ ਹਾਂਜੀ, ਸਿਰਫ ਨਾ ਸਚਿਆਰ ਦਾ ਮਤਲਬ ਹੀ ਹੈਗਾ ਵੀ ਅਸੀਂ ਨਾ ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ। ਤੁਹਾਡਾ ਕੰਮ ਜਿਹੜਾ ਨਾ ਸੱਚ ਨੂੰ ਬੇਸ ਬਣਾ ਕੇ, ਕੰਮ ਜਿੰਨਾ ਤੁਸੀਂ ਕਰ ਸਕਦੇ ਹੋ ਕਰੋ, ਇਹਦੇ 'ਚ ਕੋਈ ਪ੍ਰੋਬਲਮ ਨਹੀਂ। ਸਿਰਫ ਸਾਡੀ ਜ਼ਿੰਦਗੀ ਸੱਚੀ ਸੁੱਚੀ ਹੋਣੀ ਚਾਹੀਦੀ ਹੈ। ਰਾਈਟ। ਮਤਲਬ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ 24 ਘੰਟੇ ਆਪਣੀ ਮਿਹਨਤ ਦਾ ਕਰਕੇ ਲਿਆ ਰਹੇ ਹੋ, ਤਾਂ ਉਹਦੇ ਨਾਲ ਕੋਈ ਫਰਕ ਨਹੀਂ। ਹਾਂਜੀ। ਭੁੱਖ ਮੈਂ ਇਹ ਕਹਾਂਗਾ ਕਿ ਮੈਂ ਫਲਾਣੇ ਦੀ ਗੱਡੀ ਵੇਖੀ ਤੇ ਮੇਰੇ ਅੰਦਰ ਤ੍ਰਿਸ਼ਨਾ ਪੈਦਾ ਹੋ ਗਈ ਕਿ ਹਾਏ ਇਹਦੇ ਕੋਲ ਆ ਗਈ ਤੇ ਮੇਰੇ ਕੋਲ ਨਹੀਂ ਹੈਗੀ, ਜਾਂ ਉਹਨੂੰ ਉਹਦੇ ਪ੍ਰਾਪਰਟੀ ਨੂੰ ਹਥਿਆਉਣ ਵਾਸਤੇ ਮੈਂ ਜੋ ਕਰਾਂਗਾ ਨਾ, ਉਹ ਤ੍ਰਿਸ਼ਨਾ ਜਾਂ ਉਹ ਭੁੱਖ ਹੈ, ਜਿਸ ਨੂੰ ਅਸੀਂ ਦੇਖਦੇ ਹਾਂ ਕਿ ਲੋਕ ਕਿੰਨਾ ਕੁਝ ਕਰਦੇ ਰਹਿੰਦੇ ਪਰ ਰੱਜ ਨਹੀਂ ਪੈਂਦਾ। ਹਾਂਜੀ, ਉਹ ਠੱਗੀਆਂ ਠੋਰੀਆਂ ਛੱਡ ਕੇ ਸੱਚ ਨੂੰ ਅਪਣਾਉਣਾ। ਬਸ ਕੰਮ ਤੁਸੀਂ 10 ਘੰਟੇ ਕਰੋ, 12 ਕਰੋ, 15 ਕਰੋ, ਤੁਹਾਡੀ ਮਰਜ਼ੀ, ਜਿੰਨੇ ਨਾਲ ਤੁਹਾਡੀ। ਰਾਈਟ, ਠੀਕ ਹੈ, ਮਿਹਰਬਾਨੀ ਧਰਮਪਾਲ ਜੀ, ਥੈਂਕ ਯੂ ਵੈਰੀ ਮਚ। ਤੇ ਸਾਡੇ ਨਾਲ ਅਵਤਾਰ ਸਿੰਘ ਜੀ ਹੈਗੇ ਆ। ਉਹਦੇ ਬਾਅਦ ਚ ਮੈਂ ਗੈਲੈਕਸੀ A70 ਭਾਈ ਸਾਹਿਬ ਅਨਮਿਊਟ ਸੀਗੇ ਪਹਿਲਾਂ, ਹੁਣ ਮਿਊਟ ਹੋ ਗਏ। ਜੇ ਤੁਸੀਂ ਗੱਲ ਕਰਨੀ ਤਾਂ ਅਵਤਾਰ ਸਿੰਘ ਦੇ ਬਾਅਦ ਤੁਸੀਂ ਗੱਲ ਕਰ ਸਕਦੇ ਆ। ਹਾਂਜੀ ਅਵਤਾਰ ਸਿੰਘ। ਮੈਂ ਗਿਆਨੀ ਹੁਣੇ ਸਤਿ ਸ੍ਰੀ ਅਕਾਲ ਗਿਆਨੀ ਜੀ। ਮੈਂ ਇਹ ਤੁਹਾਡਾ ਸ਼ੁਕਰਾਨਾ ਕਰਨਾ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾ ਰਹੇ ਆ। ਇਹਦੇ ਨਾਲ ਦਾ ਅੱਗੇ ਕਦੀ ਨਹੀਂ ਸੁਣਿਆ ਸੀ ਇਸ ਤਰ੍ਹਾਂ ਸਿੰਪਲ ਬਣਾਉਣਾ। ਜਿਹੜੇ ਉੱਥੇ ਗੁਰਦੁਆਰਿਆਂ ਦੇ ਵਿੱਚ ਵੀ ਭਾਈ ਆ, ਵੀ ਉਹ ਵੀ ਵਿਆਖਿਆ ਉਦਾਂ ਦੀ ਲੈ ਜਾਂਦੇ ਸਾਖੀ ਉੱਤਰ ਨੂੰ, ਜਿਹੜੀ ਉਹਨਾਂ ਦੇ ਯਾਨੀ ਗੁਣ ਦੀ ਹੁੰਦੀ ਆ। ਪਰ ਤੁਸੀਂ ਬਹੁਤ ਵਧੀਆ ਸਾਨੂੰ ਦੱਸ ਰਹੇ ਆ, ਜਿਹੜਾ ਹਰ ਇੱਕ ਬੰਦੇ ਨੂੰ ਨਾ ਸਿੰਪਲ ਜਿਹਾ ਸਮਝ ਆ ਰਿਹਾ। ਬਸ ਧੰਨਵਾਦ। ਬਿਲਕੁਲ ਸਹੀ ਗੱਲ ਕੀਤੀ ਹੈ ਜੀ। ਪੂਰੀ ਤਰ੍ਹਾਂ ਸਾਡੀ ਜਿਹੜੀ ਤਵੱਜੋ ਆ ਉੱਥੇ ਸਾਖੀਆਂ ਤਾਈਂ ਰਹੀ ਕਰਕੇ ਤਾਂ ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਇਹੀ ਸਾਡਾ ਦੁਕਾਨ ਤੇ ਆ। ਚਲੋ ਬਹੁਤ ਮਿਹਰਬਾਨੀ ਜੀ। ਹੋਰ ਤਾਂ ਕੋਈ ਅਨਮਿਊਟ ਨਹੀਂ ਹੋਇਆ। ਤੇ ਦਵਿੰਦਰ ਹੋਈ ਸੀ ਅਨਮਿਊਟ। ਹਾਂਜੀ, ਦਵਿੰਦਰ ਕੌਰ ਭੈਣ ਜੀ ਵੀ ਅਨਮਿਊਟ ਹੋਈ ਸੀ ਵਿੱਚ ਨਾ, ਉਹ ਚਲ ਗਿਆ ਜੀ। ਅੱਛਾ। ਹਾਂਜੀ, ਉਹ ਸਿਰਫ ਉਸ ਵੇਲੇ ਜਿਹੜੀ ਕ੍ਰੈਕਲਿੰਗ ਨੋਇਜ਼ ਉਹਦੇ ਵਾਸਤੇ ਉਹ ਕਹਿਣ ਆਏ ਸੀਗੇ। ਅੱਛਾ, ਤੇ ਹੋਰ ਕੋਈ ਗੱਲ ਨਹੀਂ ਸੀਗੀ ਜੀ। ਤੇ ਇੱਥੇ ਮੇਰਾ ਖਿਆਲ ਹੁਣ ਆਪਾਂ ਸਮਾਪਤੀ ਕਰਦੇ ਹਾਂ ਜੀ। ਹੋਰ ਕਿਸੇ ਨੇ ਕੋਈ ਨਹੀਂ ਕੁਐਸਚਨ ਪੁੱਛਣਾ ਤੇ ਆਪਾਂ ਕੱਲ ਨੂੰ ਅਗਲੀ ਜਿਹੜੀ ਪੌੜੀ ਹੈਗੀ ਉੱਥੋਂ ਸ਼ੁਰੂ ਕਰ ਲਵਾਂਗੇ। ਤੇ ਉਮੀਦ ਹੈ ਕਿ ਸਾਰਿਆਂ ਨੂੰ ਅੱਜ ਦਾ ਸਾਰਾ ਪ੍ਰੋਗਰਾਮ ਪਸੰਦ ਆਇਆ ਹੋਊਗਾ। ਤੇ ਜੇ ਕਿਸੇ ਨੇ ਦੁਬਾਰਾ ਸੁਣਨਾ ਹੋਵੇ, ਕਿਸੇ ਚੀਜ਼ ਦੀ ਨਾ ਪੂਰੀ ਤਰ੍ਹਾਂ ਸਮਝ ਲੱਗੀ ਹੋਵੇ, ਤੇ ਗਿਆਨੀ ਜੀ ਦੀ ਜਿਹੜੀ ਫੇਸਬੁੱਕ ID ਹੈ ਉਹਨਾਂ ਤੇ ਜਾ ਕੇ, ਫੇਸਬੁੱਕ ਤੇ ਵੀ ਲਾਈਵ ਹੋਇਆ ਪ੍ਰੋਗਰਾਮ, ਤੇ ਗੁਰਦੁਆਰਾ ਸਾਹਿਬ ਵੁਲਿਚ GSW ਵੁਲਿਚ, ਉਹਦੇ ਤੇ ਤੁਸੀਂ ਜਾ ਕੇ YouTube ਤੇ
ਤੇ ਇਹ ਅੱਜ ਦਾ ਵੀ ਤੁਸੀਂ ਸੁਣ ਸਕਦੇ ਹੋ। ਪੁਰਾਣੀਆਂ ਜਿਹੜੀਆਂ ਪਿਛਲੀਆਂ ਜਿਹੜੀਆਂ ਸਾਡੀਆਂ ਸੀਗੀਆਂ ਆਸਾ ਕੀ ਵਾਰ ਦੀਆਂ ਕਥਾ ਜਾਂ ਹੋਰ ਜਿੰਨੀਆਂ ਵੀ ਹੈਗੀਆਂ, ਮੇਰੇ ਖਿਆਲ 60 70 ਏਦਾਂ ਕੁਛ ਹੈਗੀਆਂ ਪ੍ਰੋਗਰਾਮ, ਉਹ ਤੁਸੀਂ ਉਹਨਾਂ ਨੂੰ ਸੁਣ ਸਕਦੇ ਆ, ਦੇਖ ਸਕਦੇ ਆ। ਠੀਕ ਹੈ ਜੀ, ਤੇ ਇੱਥੇ ਅੱਜ ਸਮਾਪਤੀ ਕਰਦੇ ਆ ਜੀ। ਕੱਲ ਨੂੰ 2 ਵਜੇ ਮੁੜ ਕੇ ਫੇਰ ਆਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।